अपने अपने मरसी है उसकी जिहड़ी कहानी। मतलब उस कहानी दे विच समस्या फिर मुड़ उही है, औरत हौमे वाली कहानी भी है ते ओहदी कामक प्रवृत्ति वाली गल भी इस दे विच सामने खड़दी है। एक निंदी है, दूजे पासे चन्नी है। एक औरत है जिहड़ी सारे पंजाबी सभ्याचार दे दायरे दे विच ओले परदे दे विच ਉਹ ਸਾਰੀਆਂ चीज़ां माणदी है। उस दे पुत्तर है, पुत्तर भी ओहदे पति का नहीं है बल्कि उस जोगे का है। उसनूं पता है कि पति ओनू नहीं दे सकिया, पर वो किसी होर बंदे का पुत्तर पैदा कर दिंदी है। वो बंदा भी मर जाता है, पर अपने पुत्तर दे सिर ते अगे ओनू दूर बाहर शहर रह के संबंध सिरज लैंदी है। हुण की है साडा समाज है जिहड़ा दोगला समाज है, ये ढकी रिजन च तां विश्वास करदा है, पर जे कोई चुनौती दे के करे उस दे विरुद्ध हुंदा है। वो औरत ओले परदे दे विच चन्नी सारा कुछ माणदी है, पुत्तर दी मां है, अपनी मालकी भी लैके बैठूगी ते सारा कुछ ओहदे कोल है। पर दूसरे पासे जिहड़ी आपां कह लईए निंदी हैगी, वो निंदी की है कि ओनू पता भी पुत्तर ने इस चीज की आग्ञा नहीं दित्ती, पुत्तर ने जे आग्ञा नहीं भी दित्ती, एक किस्म का पुत्तर इस स्ट्रैस दे विचों मर जाता है कि मेरी मां वो सारा कुछ मानना चाहती है। चलो वो औरत अपनियां नीड्स नूं मुख रखदी है। सानू बड़ा इनह्यूमन लगदा है इस दे विच कि 17 दिनां बाद ही पुत्तर दी मौत तो बाद होर बंदे दे नाल विआह करवा लैंदी है ते विदेश चली जाती है। हुण जे कोई औरत अपनियां कामक ख्वाहिशां दे लई पंजाबी सोसाइटी दे विच उसदा रहना इन्ना सौखा नहीं, सिट्टे वजों वो बाहर चली जाती है। पर पंजाबी सभ्याचार दे विच उस दे वापस परतण लई कोई थां ही नहीं रहिंदी। जिवें निंदी वापस आउंदी तां है, उहनूं पता है कि मैं इत्थे की करना ही है, पर वो औरत इन्हां गल्लां तो खैड़ा भी नहीं छड़ा सकदी। सो इन्हां जिहड़े मसलिआं नूं सरगी ने इस कहानी दे विच बहुत वधिया तरीके दे नाल लै के आंदा। ਇਹ ਇਹਨਾਂ ਇਸ ਸਰੋਕਾਰਾਂ ਦੇ ਨਾਲ ਜਿਹੜੀ ਬਹੁਤ ਹੀ ਕਮਾਲ ਦੀ ਕਹਾਣੀ ਲਿੰਗ ਭੇਦ ਦੇ ਨਾਲ ਜੁੜੀ ਹੋਈ ਆ, ਉਹ ਕੁੜੀਆਂ ਕਹਾਣੀ ਹੈ। ਹੁਣ ਕੁੜੀਆਂ ਦੇ ਵਿੱਚ ਜਿਹੜੀ ਉਹਨੇ ਗੱਲ ਉਠਾਈ ਹੈ ਕਿ ਇੱਕ ਔਰਤ ਜਿਹਦੇ ਪੁੱਤਰ ਨਹੀਂ ਹੈ, ਜਿਹਦਾ ਪਤੀ ਵੀ ਉਹਦੇ ਨਾਲ ਨਹੀਂ ਹੈ, ਉਹਨਾਂ ਹਾਲਤਾਂ ਦੇ ਵਿੱਚ ਉਸ ਨੂੰ ਸੁਸਾਇਟੀ ਦੇ ਵਿੱਚ ਕਿਵੇਂ ਉਹ ਸਰਵਾਈਵ ਕਰ ਸਕਦੀ ਹੈ? ਉਹ ਨਹੀਂ ਕਰ ਸਕਦੀ। ਉਹ ਗਿਆਨਵਾਨ ਹੋ ਕੇ ਹੀ ਇਹ ਸਾਰਾ ਕੁਝ ਸਰਵਾਈਵ ਕਰ ਸਕਦੀ ਹੈ। ਉਹ ਹੁਣ ਕੀ ਕਰਦੀ ਹੈ ਇਸ ਕਹਾਣੀ ਦੇ ਵਿੱਚ, ਉਹਦੇ ਅਰਥ ਇਹੀ ਨਿਕਲਦੇ ਆ। ਉਹਨੂੰ ਗਿਆਨ ਕਿੱਥੋਂ ਮਿਲਦਾ? ਇੱਕ ਪਾਸੇ ਤਾਂ ਪੰਜਾਬੀ ਸੱਭਿਆਚਾਰ ਦੇ ਵਿਹੜੇ ਦੇ ਵਿੱਚ ਬੋਲੀਆਂ ਪੈ ਰਹੀਆਂ, ਕਿਸੇ ਦੇ ਵਿਆਹ ਤੇ ਬੋਲੀਆਂ ਪੈ ਰਹੀਆਂ, ਤੇਰੀ ਨਾੜ ਵਿੱਚ ਕੁੜੀਆਂ ਨਹੀਂ, ਅਸੀਂ ਤੈਨੂੰ ਨਹੀਂ ਰੱਖਣਾ, ਉਹਦੀ ਨਣਦ ਬੋਲੀ ਪਾ ਕੇ ਕਹਿੰਦੀ ਹੈ। ਉਹ ਔਰਤ ਦਾ ਮਰਨ ਹੋ ਜਾਂਦਾ ਹੈ, ਪਰ ਦੂਜੇ ਪਾਸੇ ਉਹਨੂੰ ਆਸਰਾ ਕਿੱਥੋਂ ਮਿਲਦਾ? ਸਕੂਲ ਦੇ ਵਿੱਚੋਂ ਬੋਲੀਆਂ ਪੈਂਦੀਆਂ ਨੇਗੀਆਂ। ਸਕੂਲ ਇੱਕ ਉਹ ਸੰਸਥਾ ਹੈ ਜਿੱਥੋਂ ਗਿਆਨ ਮਿਲਦਾ ਹੈ। ਸੋ ਔਰਤ ਨੂੰ ਉੱਥੋਂ ਉਹਨੂੰ ਲੱਗਦਾ ਵੀ ਆਹ ਬੋਲੀਆਂ ਤਾਂ ਬਹੁਤ ਕਮਾਲ ਦੀਆਂ ਨੇਗੀਆਂ, ਉਹ ਉੱਥੋਂ ਹੀ ਉਹਨੂੰ ਫਿਰ ਲੱਗਦਾ ਕਿ ਵੀ ਇਹ ਗਿਆਨ ਇੱਥੋਂ ਹੀ ਆ ਸਕਦਾ। ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਆਪਣੇ ਮਨੋਰੋਗ ਤੋਂ ਖੜਾ ਛਡਾਉਣ ਲਈ ਹਸਪਤਾਲ ਜਾਂਦੀ ਹੈ, ਉੱਥੇ ਉਹਨੂੰ ਡਾਕਟਰ ਕੀ ਦੱਸਦੀ ਹੈ ਕਿ ਤੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ, ਇਹ ਤਾਂ XY ਦੀ ਖੇਡ ਹੈ, ਔਰਤ ਕੋਲੇ ਤਾਂ ਇਹ ਕੁਛ ਹੁੰਦਾ ਹੀ ਨਹੀਂ, ਇਹ ਤਾਂ ਮਰਦ ਦੇ ਸ਼ੁਕਰਾਣੂ ਹੈ ਜਿਨ੍ਹਾਂ ਨੇ ਨਿਰਧਾਰਿਤ ਕਰਨਾ ਮੁੰਡਾ ਕੀ ਹੈ। ਸੋ ਗਿਆਨ ਕਿੱਥੋਂ ਲੈ ਕੇ ਆਉਂਦੀ ਹੈ? ਘਰ ਤੋਂ ਬਾਹਰ ਨਿਕਲ ਕੇ। ਸੋ ਔਰਤ ਜੇ ਸਾਰੀਆਂ ਗੱਲਾਂ ਨੂੰ ਖੁਦ ਜਾਣੂਗੀ, ਇਹਦੀਆਂ ਸਮੱਸਿਆਵਾਂ ਦਾ ਹੱਲ ਇਹਦੇ ਵਿੱਚ ਹੀ ਪਿਆ ਹੈ। ਸੋ ਇਹਦੇ ਤੱਕ ਜਿਹੜਾ ਹੁੰਦਾ, ਜਿਹੜਾ ਇਹਦਾ ਜ਼ਬਰ ਹੈ ਉਹ ਕਿੰਨਾ ਗਲਤ ਹੈ। ਸੋ ਇਹ ਸਾਰੀਆਂ ਗੱਲਾਂ ਦਾ ਜਦੋਂ ਉਹਨੂੰ ਪਤਾ ਲੱਗਦਾ, ਜਦੋਂ ਇਸ ਦੇ ਵਿਰੁੱਧ ਉਹ ਡਟਦੀ ਹੈ, ਕਿਵੇਂ ਫਿਰ ਉਸ ਨੂੰ ਕਿਹਾ ਜਾਂਦਾ ਕਿ ਭਾਬੀ ਤੋਂ ਪਾਗਲ ਹੋ ਗਈ। ਪਰ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਔਰਤ ਸਰਵਾਈਵ ਨਹੀਂ ਕਰ ਸਕਦੀ। ਲਾਸਟ ਦੇ ਵਿੱਚ ਉਹ ਕਹਾਣੀ ਨੂੰ ਖਤਮ ਕਿਵੇਂ ਕਰਦੀ ਹੈ ਕਿ ਉਹ ਇਹ ਬੋਲੀ ਪਾਉਂਦੀ ਹੈ ਕਿ ਨਹੀਂ ਵਸਣਾ ਤੇਰੇ ਵੀਰ ਤੇਰੇ ਦੇ ਨਹੀਂ ਵਸਣਾ, ਉਹਦੇ ਕਣ ਦੇ ਵਿੱਚ ਕੁੜੀਆਂ। ਹੁਣ ਉਹ ਆਪਣੀ ਮਾਨਸਿਕ ਹਉਮੈ ਤਾਂ ਇਹ ਕਹਿ ਕੇ ਸ਼ਾਂਤ ਕਰ ਲੈਂਦੀ ਹੈ, ਪਰ ਲਾਸਟ ਦੇ ਵਿੱਚ ਉਹ ਰੋਣ ਲੱਗ ਜਾਂਦੀ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਪੰਜਾਬੀ ਸੱਭਿਆਚਾਰ ਦੀ ਜਕੜ ਇੰਨੀ ਪੀੜੀ ਹੈ, ਇਹ ਦੋਸ਼ੀ ਨੂੰ ਸਜ਼ਾ ਨਹੀਂ ਦੇਊਗੀ, ਇਹ ਮਰਦਾਵੇਂ ਪ੍ਰਬੰਧ ਨੂੰ ਸਜ਼ਾ ਨਹੀਂ ਦੇਊਗੀ, ਇਹ ਉਸ ਮਰਦ ਨੂੰ ਸਜ਼ਾ ਨਹੀਂ ਦੇਊਗੀ, ਇਸ ਦੀ ਜਿਹੜੀ ਸਜ਼ਾ ਹੈ ਉਹ ਤਾਂ ਮੈਨੂੰ ਹੀ ਭੁਗਤਣੀ ਪਊਗੀ।
ਇਹ ਵੀ ਬਹੁਤ ਕਮਾਲ ਦੀ ਕਹਾਣੀ ਹੈ। ਤੇ ਉਹਦੀ ਇੱਕ ਜਿਹੜੀ ਵੱਖਰੀ, ਸਭ ਤੋਂ ਵੱਖਰੀ ਕਹਾਣੀ ਹੈ ਉਹ ਰਬਾਬੀ। ਤੇ ਇੱਕ ਇਹ ਮਤਲਬ ਉਹਦੀ ਜਿਹੜੀ ਹੋਰ ਵੱਖਰੀ ਕਹਾਣੀ ਹੈ, ਜਿਹੜੀ ਇਹਨਾਂ ਮਸਲਿਆਂ ਨਾਲ ਤਾਂ ਨਹੀਂ ਆ, ਪਰ ਭਾਵੇਂ ਉਹ ਔਰਤ ਦੇ ਦੁਆਲੇ ਹੀ ਘੁੰਮਦੀ ਆ, ਉਹ ਵੀ ਜਿਸ ਦਿਹਾੜੇ ਮੇਰਾ ਹਰਿਆ ਨਹੀਂ ਜੰਮਿਆ। ਰਬਾਬੀ ਕਹਾਣੀ ਦੇ ਵਿੱਚ ਤਾਂ ਸਿੱਧਾ ਹੀ ਸਾਡੇ ਕੋਲ ਜਿਹੜਾ ਐਡਾ ਸਾਡੀ ਵਿਰਾਸਤ ਹੈ, ਸਾਡਾ ਬੜਾ ਮਜ਼ਬੂਤ ਸਿਧਾਂਤ ਹੈ, ਸਾਡਾ ਬਹੁਤ ਹੀ ਪਾਵਰਫੁਲ ਹੈ ਸਿਧਾਂਤ ਹੈ ਜਿਹੜਾ ਸਾਡੇ ਕੋਲੇ, ਸਰਬੱਤ ਦੇ ਭਲੇ ਦਾ ਸਾਡਾ ਸਿਧਾਂਤ ਹੈ। ਪਰ ਹੁੰਦਾ ਕੀ ਹੈ, ਹੁਣ ਜੇ ਆਪਾਂ ਕਹੀਏ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੀ। ਹੁਣ ਰਬਾਬੀ ਕੌਣ ਹੈ? ਰਬਾਬ ਕਿਹਦੇ ਨਾਲ ਜੁੜੀ ਹੋਈ ਹੈ? ਰਬਾਬ ਬਾਣੀ ਦੇ ਨਾਲ ਜੁੜੀ ਹੋਈ ਹੈ। ਮਰਦਾਨਾ ਕਿਹਦੇ ਨਾਲ ਜੁੜਿਆ ਹੋਇਆ? ਮਰਦਾਨਾ ਬਾਬੇ ਨਾਨਕ ਦੇ ਨਾਲ ਜੁੜਿਆ ਹੋਇਆ। ਸੋ ਇਸ ਹਾਲਤ ਦੇ ਵਿੱਚ ਇਹ ਜਿਹੜਾ ਰਬਾਬੀ ਹੈ, ਇਹ ਜਿਹੜਾ ਮਰਦਾਨਾ ਹੈ, ਜਦੋਂ ਅਸੀਂ ਇਹਨੂੰ ਦੇਖਦੇ ਹਾਂ, ਉਹ ਕਿਸ ਧਿਰ ਦੇ ਨਾਲ ਖੜਾ ਹੈ? ਉਹ ਦੱਬੀ ਕੁਚਲੀ ਧਿਰ ਦਾ ਇੱਕ ਪ੍ਰਤੀਕ ਬਣਦਾ ਹੈ। ਇੱਕ ਪਾਸੇ ਤਾਂ ਸਾਡੇ ਬਾਬੇ ਨੇ ਸਾਨੂੰ ਦੱਸਿਆ ਹੋਇਆ ਹੈਗਾ ਕਿ ਨੀਚਾ ਅੰਦਰ ਨੀਚ, ਬਾਬਾ ਤੇ ਉਹੀ ਬਣ ਜਾਂਦਾ ਹੈ। ਪਰ ਦੂਸਰੇ ਪਾਸੇ ਅਜੇ ਵੀ ਸਾਡੇ ਮਨਾਂ ਦੇ ਵਿੱਚ ਵੀ ਇਹ ਨਿੱਕੀਆਂ ਸੁੱਕੀਆਂ ਜਾਤਾਂ ਨੇ। ਸਾਡਾ ਸਿਧਾਂਤ ਕਿੰਨਾ ਪਾਵਰਫੁਲ ਹੈ, ਪਰ ਸਾਡੇ ਵਿਵਹਾਰ ਦੇ ਵਿੱਚ ਕਿੰਨਾ ਪਾੜਾ ਪਿਆ ਹੈ। ਸਾਡੇ ਸਾਰਿਆਂ ਦੇ ਵਿਵਹਾਰ 'ਚ ਤਾਂ ਪਾੜਾ ਪਿਆ ਹੀ ਹੋਇਆ, ਪਰ ਜਿਨ੍ਹਾਂ ਸੰਸਥਾਵਾਂ ਨੇ ਇਹ ਸਾਰੇ ਕੁਛ ਨੂੰ ਠੀਕ ਕਰਨਾ ਹੈ, ਜਦੋਂ ਉਹਨਾਂ ਸੰਸਥਾਵਾਂ ਦੇ ਵਿੱਚ ਵੀ ਇਹ ਪਾੜਾ ਹੋਵੇ ਤਾਂ ਫਿਰ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਕਹਾਣੀ ਉਹ ਸਾਰੀਆਂ ਗੱਲਾਂ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਹਾਈਲਾਈਟ ਕਰਦੀ ਹੈ। ਆਪਣੇ ਆਪ ਦੇ ਵਿੱਚ ਇਹ ਕਹਾਣੀ ਬਹੁਤ ਵਧੀਆ ਹੈ। ਅਖੀਰ ਦੇ ਵਿੱਚ ਖਾਸ ਕਰਕੇ ਜਦੋਂ ਉਹਨੂੰ ਕਿਤੋਂ ਵੀ ਸ਼ਾਂਤੀ ਹੋਰ ਨਹੀਂ ਮਿਲਦੀ, ਉਸ ਨੂੰ ਸੁਰਾਂ ਦੇ ਵਿੱਚੋਂ ਸ਼ਾਂਤੀ ਮਿਲਦੀ ਹੈ। ਸੁਰ ਕੀ ਨੇ? ਸੁਰ ਰਬਾਬ ਹੈ, ਰਬਾਬ ਹੀ ਬਾਣੀ ਹੈ, ਬਾਣੀ ਹੀ ਰਬਾਬ ਹੈ। ਦੋਨਾਂ ਦਾ ਆਪਸ ਦੇ ਵਿੱਚ ਸੁਮੇਲ ਹੈ। ਇਹ ਆਪਣੇ ਆਪ ਦੇ ਵਿੱਚ ਹੀ ਮਨੁੱਖ ਨੂੰ ਸ਼ਾਂਤੀ ਬਾਣੀ ਦੇ ਵਿੱਚੋਂ ਮਿਲਦੀ ਹੈ, ਮਨੁੱਖ ਨੂੰ ਸੁਰਾਂ ਦੇ ਵਿੱਚੋਂ ਸ਼ਾਂਤੀ ਮਿਲਦੀ ਹੈ। ਕਮਾਲ ਦੀ ਮਤਲਬ ਇਹ ਜਿਹੜੀ ਕਹਾਣੀ ਹੈ। ਤੇ ਹੁਣ ਇਹਨੂੰ ਬਸ ਮੈਂ ਲਾਸਟ ਕਨਕਲੂਡ ਕਰ ਦਿੰਦੀ ਹਾਂ ਜੀ। ਹਾਂ, ਵੈਸੇ ਤਾਂ ਬਰਸੇ ਮੇਘ ਕਹਾਣੀ ਵੀ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਹੈਗੀ। ਉਸ ਦੇ ਵਿੱਚ ਵੀ ਇਹੀ ਹੈ ਕਿ ਜੇ ਵੈਸੇ ਤਾਂ ਔਰਤ ਹਰ ਜਗ੍ਹਾ ਤੇ ਹੀ ਉਸ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ, ਤੇ ਪਰ ਇੱਕ ਅਧਿਆਪਕ ਦੇ ਵਿੱਚ ਅਥਾਹ ਸਮਰੱਥਾ ਹੁੰਦੀ ਹੈ ਕਿ ਉਹ ਆਪਣੇ ਵਿਦਿਆਰਥੀ ਨੂੰ ਗੁੰਮਰਾਹ ਕਰ ਲੇ, ਕਿਉਂਕਿ ਅਧਿਆਪਕ ਦਾ ਇੱਕ ਬਹੁਤ ਵੱਡਾ ਛੱਪਾ ਹੁੰਦਾ ਹੈ। ਛੱਪਾ ਹੋਣ ਦੇ ਨਾਲ ਨਾਲ ਉਸ ਦੇ ਕੋਲੇ ਅਥਾਹ ਦਲੀਲਾਂ ਹੁੰਦੀਆਂ ਨੇ ਆਪਣੇ ਵਿਦਿਆਰਥੀ ਨੂੰ ਪ੍ਰਭਾਵਿਤ ਕਰਨ ਦੀਆਂ। ਇਸ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਉਹਨੇ ਆਪਣੀ ਪਤਨੀ ਦੇ ਨਾਲ ਉਹਦੀ ਨਹੀਂ ਬਣੀ, ਤੇ ਉਸ ਤੋਂ ਬਾਅਦ ਉਹ ਜਿੰਨੇ ਮਤਲਬ ਆਪਾਂ ਕਹਿ ਲਈਏ ਸਰੀਰਕ ਸਫ਼ਰ ਕਰ ਚੁੱਕਾ ਹੈ, ਤੇ ਜਦੋਂ ਉਸ ਦਾ ਵਾਹ ਇੱਕ ਗਿਆਨਵਾਨ ਕੁੜੀ ਦੇ ਨਾਲ ਪੈਂਦਾ ਹੈ, ਰੂਮੀਤ ਹੈ ਜਿਸ ਦਾ ਨਾਂ, ਤੇ ਜੇ ਉਹ ਓਡੀ ਹੀ ਗਿਆਨਵਾਨ ਹੈ ਜਾਂ ਉਸ ਤੋਂ ਵੱਧ ਗਿਆਨਵਾਨ ਹੈ, ਫਿਰ ਉਹਨੂੰ ਇਸ ਤਰ੍ਹਾਂ ਫਸਾ ਸਕਣਾ ਵੀ ਸੌਖਾ ਨਹੀਂ ਹੁੰਦਾ। ਬਲਕਿ ਲਾਸਟ ਦੇ ਵਿੱਚ ਕਹਾਣੀ ਦੇ ਵਿੱਚ ਜਿਵੇਂ ਉਹ ਬੰਦਾ ਖਾਲੀ ਪਰਤ ਜਾਂਦਾ ਹੈ, ਤੇ ਉਹ ਜਿਹੜੀ ਔਰਤ ਹੈ ਉਹ ਕਹਿੰਦੀ ਆ ਹਾਂ ਜੇ ਤੂੰ ਰੂਹ ਦਾ ਹਾਣੀ ਬਣ ਸਕਦਾ, ਜੇ ਐ ਸਕਦਾ, ਇੰਨੀ ਸਪਸ਼ਟਤਾ ਦੇ ਨਾਲ ਖੜਦੀ ਹੈ ਕਿ ਉਹਦੇ ਚ ਨਾ ਕੋਈ ਗਿਲਟ ਭਾਵ ਆਉਂਦੇ ਹੈ। ਤੇ ਆਪਣੇ ਆਪ ਦੇ ਵਿੱਚ ਉਧਰ ਨੂੰ ਕਹਾਣੀ ਜਾਂਦੀ ਹੈ ਕਿ ਜੇ ਔਰਤ ਸੱਚਮੁੱਚ ਹੀ ਗਿਆਨਵਾਨ ਹੋਏਗੀ, ਸਿਆਣੀ ਹੋਏਗੀ, ਉਸ ਦੇ ਸੋਚਤ ਹੋਣ ਦੇ ਜਿਹੜੇ ਚਾਂਸ ਹੈ ਉਹ ਬਹੁਤ ਹੀ ਘੱਟ ਹੋਣਗੇ। ਮੇਰਾ ਖਿਆਲ ਹੈ ਕਾਫੀ ਗੱਲਾਂ ਹੋ ਗਈਆਂ। ਫਿਰ ਤੁਸੀਂ ਜਿੱਤ ਦੇ ਹਰਿਆ ਨਹੀਂ ਜੰਮਿਆ ਕਹਾਣੀ ਹੈ ਜਿਹੜੀ, ਉਹ ਇੱਕ ਫੌਜੀ ਦੀ ਕਹਾਣੀ ਹੈ, ਪਰ ਉਹ ਵੀ ਔਰਤਾਂ ਦੁਆਲੇ ਹੀ ਜ਼ਿਆਦਾ ਵੱਜੀ ਹੋਈ ਹੈ। ਇੱਕ ਮਾਂ ਕਿਸ ਤਰ੍ਹਾਂ ਸੋਚਦੀ ਹੈ, ਕਿਵੇਂ ਅਸੀਂ ਕੰਟੀਨਿਊਟੀ ਦੇ ਵਿੱਚ ਵੱਜੇ ਹੁੰਨੇ ਆ। ਉਹੀ ਪੁੱਤਰ ਵਾਲੀ ਗੱਲ ਹੈ, ਜਦੋਂ ਇੱਕ ਪਾਲਿਆ ਪੋਸਿਆ ਪੁੱਤਰ ਇਸ ਧਰਤੀ ਤੋਂ ਜਾਂਦਾ ਹੈ ਤੇ ਲੱਗਦਾ ਉਦੋਂ ਬਾਅਦ ਸਭ ਤੋਂ ਜਿਹੜੀ ਪ੍ਰਭਾਵਿਤ ਆ ਉਹ ਮਾਂ ਹੁੰਦੀ ਹੈ। ਤੇ ਸਰਗੀ ਨੇ ਬੜੇ ਹੀ ਵਧੀਆ ਤਰੀਕੇ ਨਾਲ ਉਸ ਕਹਾਣੀ ਦੇ ਵਿੱਚ ਉਹਦੀ ਮੰਗ ਤਾਂ ਦਿਖਾਤੀ, ਪਰ ਉਸ ਔਰਤ ਨੂੰ ਵਿਧਵਾ ਹੁੰਦੇ ਨਹੀਂ ਦਿਖਾਇਆ ਕਿਉਂਕਿ ਵਿਆਹ ਨਹੀਂ ਹੋਇਆ। ਤੇ ਨਾਲ ਹੀ ਜਦੋਂ ਉਸ ਦੇ ਦੂਜੇ ਪੁੱਤਰ ਦੇ ਪੁੱਤਰ ਹੁੰਦਾ ਹੈ, ਉਹੀ ਔਰਤ ਹੈ ਜਿਹੜੀ ਆਪਣੇ ਆਪ ਨੂੰ ਉਹੀ ਵਰਦੀ ਤੇ ਹੱਥ ਫੇਰਨ ਲੱਗ ਜਾਂਦੀ ਹੈ। ਸੋ ਪੁੱਤਰ ਹੋਣਾ ਤੇ ਉਸ ਤੇ ਮਾਣ ਹੋਣਾ ਜਦੋਂ ਦੇਸ਼ ਲਈ ਵੀ ਲੜਦਾ ਹੋਵੇ, ਇਹ ਵੀ ਵਧੀਆ ਕਹਾਣੀ ਹੈ। ਇਹੋ ਜਿਹੀਆਂ ਗੱਲਾਂ ਮੈਂ
ਤੁਹਾਡੇ ਨਾਲ ਕਰਨੀਆਂ ਸੀਗੀਆਂ। ਬਾਕੀ ਲਾਸਟ ਦੇ ਵਿੱਚ ਜਾਂ ਹੋਰ ਸਵਾਲ ਜਵਾਬ ਜਿਹੜੇ ਹੋਏ ਮੈਂ ਉਹਦੇ ਵਿੱਚ ਕੋਈ ਗੱਲ ਕਰ ਸਕਦੀ ਹਾਂ। ਮੇਰਾ ਖਿਆਲ ਹੈ ਇੱਕ ਵਾਰ ਮੈਂ ਹੁਣ ਇੱਥੋਂ ਬ੍ਰੇਕ ਲੈਂਦੀ ਹਾਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਸਮੇਂ ਦੀ ਪਾਬੰਦੀ ਹੈ, ਜੀ ਤੇ ਕਰਦਾ ਹੈ ਕਿ ਤੁਹਾਨੂੰ ਸੁਣਦੇ ਰਹੀਏ। ਤੁਸੀਂ ਇੰਨਾ ਵਧੀਆ ਪਰਤ ਦਰ ਪਰਤ ਸਰਗੀ ਦੀਆਂ ਕਹਾਣੀਆਂ ਨੂੰ ਖੋਲਿਆ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਮੈਨੂੰ ਆਪਣੇ ਤੁਹਾਨੂੰ ਵਿੱਚੋਂ ਟੋਕਣਾ ਪਿਆ, ਮੈਂ ਬਹੁਤ ਮਾਫੀ ਦੀ ਜਾਚਕ ਤੁਹਾਡੇ ਕੋਲੋਂ। ਤੇ ਸਾਡੇ ਦੂਸਰੇ ਵਕਤ ਨੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ, ਜੋ ਕਿ ਪੰਜਾਬ ਵਿੱਚ ਗਵਰਨਮੈਂਟ ਕਾਲਜਿਸ ਵਿੱਚ ਸੇਵਾ ਨਿਭਾ ਚੁੱਕੇ ਨੇ। ਇਹ ਕਵੀ ਨੇ ਤੇ ਇਹਨਾਂ ਦੀ ਇੱਕ ਪੁਸਤਕ ਜਲਾ ਵਤਨ ਛਪ ਚੁੱਕੀ ਹੈ। ਹੋਰ ਵੀ ਬਹੁਤ ਸਾਰੀਆਂ ਮੈਗਜ਼ੀਨਸ ਤੇ ਕਾਵਿ ਸੰਗ੍ਰਹਿਾਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਤੇ ਆਰਟੀਕਲ ਛਪਦੇ ਰਹਿੰਦੇ ਨੇ। ਤੇ ਇੱਥੇ ਸਾਡੇ ਬਰੈਂਪਟਨ ਦੇ ਵਿੱਚ ਸਾਰੀਆਂ ਸੰਸਥਾਵਾਂ ਵਿੱਚ ਬਹੁਤ ਸਰਗਰਮ ਨੇ। ਇਹਨਾਂ ਨੇ ਜਿਹੜਾ ਕਿਸਾਨ ਸੰਘਰਸ਼ ਹੈ ਉਹਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਇਆ। ਤੇ ਟੀਵੀ ਪੰਜਾਬੀ ਦੁਨੀਆ ਦੇ ਇਹ ਹੋਸਟ ਨੇ। ਤੇ ਅੱਜ ਮੈਂ ਸਾਰਿਆਂ ਨੂੰ ਇਹ ਖੁਸ਼ੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੁਣ ਹੋ ਰਿਹਾ ਹੈ ਇਸ ਵਕਤ, ਇਹ ਇਸ ਵੇਲੇ ਪੰਜਾਬੀ ਦੁਨੀਆ ਟੀਵੀ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਤੇ ਇਹ ਵਰਲਡ ਪੰਜਾਬੀ ਕਾਨਫਰੰਸ ਜੋ ਪਿਛਲੇ ਤੋਂ ਪਿਛਲੇ ਸਾਲ ਹੋਈ ਸੀਗੀ, ਜੋ ਕਿ ਰਜਿਸਟਰਡ ਸੰਸਥਾ ਆ, ਉਹਦੇ ਜਨਰਲ ਸਕੱਤਰ ਨੇ। ਤੇ ਇਹ ਹੁਣ ਸਾਡੇ ਨਾਲ ਆਪਣੀ ਵਿਚਾਰਾਂ ਨਾਲ ਸਾਂਝ ਪਾਉਣਗੇ। ਤੇ ਡਾਕਟਰ ਸਰਗੀ ਵੀ ਆ ਚੁੱਕੇ ਨੇ। ਤੁਹਾਡਾ ਸਵਾਗਤ ਹੈ ਸਰਗੀ। ਤੇ ਮੇਰਾ ਖਿਆਲ ਹੈ ਕਿ ਤੁਸੀਂ ਆਪਣੀ ਗੱਲਬਾਤ ਇਹ ਸੁਣ ਲਈ ਹੋਏਗੀ। ਤੇ ਹੁਣ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੀ, ਅਨਮਿਊਟ ਕਰੋ ਆਪਣੇ ਆਪ ਨੂੰ। ਬਹੁਤ ਬਹੁਤ ਮਿਹਰਬਾਨੀ ਸੁਰਜੀਤ ਜੀ। ਮੇਰੀ ਆਵਾਜ਼ ਆ ਰਹੀ ਜੀ? ਹਾਂਜੀ, ਆ ਰਹੀ ਹੈ। ਹਾਂ, ਮੈਂ ਚਰਨਜੀਤ ਹੋਰੀ ਜਦੋਂ ਆਪਣੀ ਗੱਲ ਪੇਸ਼ ਕਰ ਰਹੇ ਸੀਗੇ ਤੇ ਸਾਰੇ ਮਹਿਸੂਸ ਕਰਦੇ ਸੀਗੇ ਕਿ ਜਿਹੜਾ ਕੋਈ ਐਡਮਨ ਆ ਉਹ ਕਰ ਵੀ ਦਵੇ ਮਿਊਟ ਤਾਂ ਅਨਮਿਊਟ ਕਰ ਲੈਂਦੇ ਆ। ਇਹ ਕਿਰਪਾ ਕਰਕੇ ਇਹ ਗੱਲ ਨਾ ਕੀਤੀ ਜਾਵੇ, ਕਿਉਂਕਿ ਗੱਲ ਜਦੋਂ ਚੱਲਦੀ ਹੁੰਦੀ ਆ ਤਾਂ ਫਿਰ ਲੜੀ ਟੁੱਟ ਜਾਂਦੀ ਆ। ਪਲੀਜ਼। ਆਪਣੇ ਆਪਣੇ ਮਰਸੀਏ ਸਰਗੀ ਦਾ ਪਲੇਠਾ ਕਾਵਿ ਸੰਗ੍ਰਹਿ ਕਹਾਣੀ ਸੰਗ੍ਰਹਿ ਆ। ਤੇ ਪੁਸਤਕ ਦਾ ਸਰਵਰਕ ਵੇਖਦੇ ਸਾਰ ਹੀ ਮੈਨੂੰ ਅੰਗਰੇਜ਼ੀ ਦੀ ਕਵਿਤਾ ਜਿਹੜੀ ਮੈਂ ਕਾਲਜ ਦੇ ਟਾਈਮ ਪੜ੍ਹੀ ਸੀਗੀ, ਐਨ ਐਲਜੀ ਔਨ ਦਾ ਡੈਥ ਆਫ ਏ ਮੈਡ ਡੌਗ, ਕਿ ਇੱਕ ਹਲਕਾਏ ਕੁੱਤੇ ਦੇ ਉੱਤੇ ਮਰਸੀਆ ਲਿਖਿਆ ਹੈਗਾ। ਉਹ ਮਰਸੀਆ ਇਹ ਆ ਭਈ ਹਲਕਾਇਆ ਕੁੱਤਾ ਕਿਸੇ ਬੰਦੇ ਨੂੰ ਵੱਢਦਾ ਆ ਤੇ ਬੰਦਾ ਜਿਹੜਾ ਉਹ ਬਚ ਜਾਂਦਾ ਤੇ ਹਲਕਾਇਆ ਕੁੱਤਾ ਜਿਹੜਾ ਉਹ ਮਰ ਜਾਂਦਾ। ਇੰਨਾ ਜ਼ਹਿਰ ਜਿਹੜਾ ਹੈਗਾ ਉਹ ਫੈਲਿਆ। ਸੋ ਮਰਸੀਏ ਇਹਨੇ ਬੜੇ ਸੋਚ ਸਮਝ ਕੇ, ਜੇ ਇਹ ਆਪਣੇ ਆਪਣੇ ਮਰਸੀਏ ਕਹਾਣੀ ਇਸ ਕਹਾਣੀ ਸੰਗ੍ਰਹਿ 'ਚ ਨਾ ਵੀ ਸ਼ਾਮਲ ਹੋਵੇ ਤਾਂ ਵੀ ਇਹ ਬਾਕੀ ਕਹਾਣੀਆਂ ਜਿਹੜੀਆਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਰਿਸ਼ਤੇ ਦੇ, ਕਿਸੇ ਨਾ ਕਿਸੇ ਐਬ ਦੇ, ਕਿਸੇ ਨਾ ਕਿਸੇ ਮਾੜੇ ਵਰਤਾਰੇ ਦੇ ਮਰਸੀਏ ਹੈਗੇ ਆ। ਔਰ ਇਹ ਜਿਹੜੇ ਮਰਸੀਏ ਆ ਇਹ ਸਾਨੂੰ ਯਾਦ ਹੋਊਗਾ ਕਿ ਡਾਕਟਰ ਜਗਤਾਰ ਨੇ 1984 ਦੇ ਵਿੱਚ ਪਰਿੰਦਿਆਂ ਦੇ ਮਰਸੀਏ ਨਾਂ ਦੀ ਕਵਿਤਾ ਲਿਖੀ ਸੀਗੀ। ਸੋ ਮੈਂ ਮਰਸੀਏ ਵੱਲ ਥੋੜਾ ਜਿਹਾ ਇਸ਼ਾਰਾ ਕਰਨ ਦੀ ਖਾਤਰ ਇਹ ਗੱਲਾਂ ਜਿਹੜੀਆਂ ਉਹ ਕੀਤੀਆਂ ਆ। ਤੇ ਬਾਕੀ ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜੀਆਂ ਡਾਕਟਰ ਚਰਨਜੀਤ ਹੋਰਾਂ ਨੇ ਗੱਲਾਂ ਕੀਤੀਆਂ ਉਹ ਦੁਹਰਾਈਆਂ ਨਾ ਜਾਣ, ਕਿਉਂਕਿ ਜਿਵੇਂ ਇਹਨਾਂ ਨੇ ਹੋਲੀਡੇ ਵਾਈਫ ਦੀ ਗੱਲ ਕੀਤੀ ਆ, ਰਾੜ ਦੀ ਗੱਲ ਜਿਹੜੀ ਆ ਉਹ ਵਿਸਥਾਰ ਨਾਲ ਕੀਤੀ ਆ, ਤੇ ਉਹ ਹੁਣ ਜੋ ਕੁਝ ਉਹਦੇ ਵਿੱਚ ਹੈ ਉਹ ਲਗਭਗ ਜਿਸ ਤਰ੍ਹਾਂ ਇਹਨਾਂ ਨੂੰ ਦਿਖਾਈ ਦਿੰਦਾ ਮੈਨੂੰ ਵੀ ਉਸੇ ਤਰ੍ਹਾਂ ਦਿਖਾਈ ਦਿੰਦਾ ਆ। ਸੋ ਇਸ ਕਰਕੇ ਇਦਾਂ ਸਮਝ ਲਓ ਵੀ ਜੋ ਚਰਨਜੀਤ ਨੇ ਕਿਹਾ ਉਹੋ ਹੀ ਮੈਂ ਕਹਿਣਾ ਸੀ, ਮਤਲਬ ਹੁਣ ਮੈਂ ਦੁਹਰਾਵਾਂਗਾ ਨਹੀਂ। ਤੇ ਬਾਕੀ ਜਿਹੜੀਆਂ ਇਹਦੇ ਵਿੱਚ ਜੁਗਤਾਂ ਹੈਗੀਆਂ ਕਹਾਣੀ ਬਿਰਤਾਂਤ ਦੇ ਵਿੱਚ, ਇਹਦੇ ਵਿੱਚ ਜਿਹੜਾ ਵੱਖਰੀਆਂ ਵੱਖਰੀਆਂ ਕਹਾਣੀਆਂ ਜਿਹੜੀਆਂ ਉਹਨਾਂ ਦੇ ਵਿਸ਼ੇ ਵੱਖਰੇ ਵੱਖਰੇ ਹਨ। ਜਿੱਦਾਂ ਰਬਾਬੀ ਕਹਾਣੀ ਦੀ ਗੱਲ ਕੀਤੀ ਆ, ਦੋ ਕਹਾਣੀਆਂ ਜਿਹੜੀਆਂ ਉਹ ਸਾਡੇ ਵਿਦਿਅਕ ਪ੍ਰਬੰਧ ਦੇ ਉੱਤੇ ਚੋਟ ਮਾਰਦੀਆਂ, ਸਾਡੇ ਦੰਭ ਦੇ ਉੱਤੇ ਚੋਟ ਮਾਰਦੀਆਂ, ਜੋ ਬਾਬਿਆਂ ਨੇ ਸਾਨੂੰ ਸਿਖਾਇਆ ਹੈਗਾ ਉਹਦੇ ਤੇ ਚੋਟ ਮਾਰਦੀਆਂ ਆ। ਰਬਾਬੀ ਜਿਹੜਾ ਆ, ਬਾਬੇ ਨਾਨਕ ਨੇ ਤਾਂ ਰਬਾਬੀ ਨੂੰ ਲਗਭਗ ਆਪਣੇ ਬਰਾਬਰ ਦਾ ਦਰਜਾ ਦਿੱਤਾ, ਆਪਣੇ ਨਾਲ ਰੱਖਿਆ, ਪਰ
ਅਸੀਂ ਬਾਬੇ ਦੇ ਸ਼ਿਸ਼, ਜਿਹੜੇ ਬਾਬੇ ਦੇ ਨਾਂ ਤੇ ਚਲਾਈਆਂ ਹੋਈਆਂ ਸੰਸਥਾਵਾਂ ਦੇ ਵਿੱਚ ਮੁਖੀ ਆ, ਅਸੀਂ ਸੰਸਥਾ ਨੂੰ ਚਲਾਉਣ ਵਾਲੇ ਆ। ਅਸੀਂ ਰਬਾਬਜੀਤ ਨੂੰ ਮਰਦਾਨਾ ਨਹੀਂ ਸਮਝਦੇ, ਅਸੀਂ ਉਹਨੂੰ ਮਰਦਾਨੇ ਦਾ ਦਰਜਾ ਨਹੀਂ ਦਿੰਦੇ। ਤੇ ਜਿੱਦਾਂ ਸ਼ਬਦ ਤੇ ਸੰਗੀਤ ਜਿਹੜੇ ਆ, ਉਹਨਾਂ ਦੀ ਸਿੱਖਿਆ ਜਿਹੜੀ ਆ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ, ਉਹਦੇ ਤੇ ਅਸੀਂ ਨਹੀਂ ਚੱਲਦੇ, ਅਸੀਂ ਡੰਬ ਕਰਦੇ ਆ। ਤੇ ਜਿਹੜੀ ਦੂਜੀ ਕਹਾਣੀ ਵਿਦਿਅਕ ਪ੍ਰਬੰਧ ਨਾਲ ਆ, ਉਹ ਬਰਸੇ ਮੇਘ ਵਾਲੀ ਆ, ਜਿਹਦੀ ਵਿਆਖਿਆ ਹੁਣੇ ਹੀ ਚਰਨਜੀਤ ਨੇ ਕੀਤੀ ਆ। ਔਰ ਮੈਂ ਮਹਿਸੂਸ ਕਰਦਾ, ਮੈਂ ਚਰਨਜੀਤ ਦੀ ਗੱਲ 'ਚ ਇੱਕ ਵਾਧਾ ਜ਼ਰੂਰ ਕਰਨਾ ਚਾਹਾਂਗਾ ਕਿ ਅਧਿਆਪਕ ਸਿਆਣੇ ਹੁੰਦੇ ਆ, ਅਧਿਆਪਕ ਮੈਚੁਰ ਹੁੰਦੇ ਆ, ਉਹ ਭਰਮਾ ਲੈਂਦੇ ਆ, ਪ੍ਰਭਾਵਿਤ ਕਰ ਲੈਂਦੇ ਆ। ਪਰ ਚਰਨਜੀਤ ਉਹਦੇ 'ਚ ਇੱਕ ਗੱਲ ਮੈਂ ਵੀ ਇਹ ਵੀ ਮਹਿਸੂਸ ਕਰਦਾ ਕਿ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਜਿਹੜਾ ਆ, ਇੱਥੇ ਮੈਂ ਵਿਦਿਆਰਥਣ ਕਹਾਂਗਾ, ਉਹਨੂੰ ਆਪਣੇ ਗਾਈਡ ਦੀ, ਅਧਿਆਪਕ ਦੀ ਜ਼ਰੂਰਤ ਵੀ ਹੁੰਦੀ ਹੈ ਕਈਆਂ ਗੱਲਾਂ ਦੇ ਵਿੱਚ। ਉਹਨੂੰ ਇਹ ਵੀ ਲਾਲਚ ਹੁੰਦਾ ਹੈਗਾ। ਸੋ ਮੈਂ ਤੁਹਾਡੀ ਗੱਲ ਦੇ ਵਿੱਚ ਇੰਨਾ ਕੀ ਵਾਧਾ ਕਰਨਾ ਚਾਹੁੰਦਾ ਆ ਕਿ ਉਹ ਕੁੜੀਆਂ ਜਿਹੜੀਆਂ ਉਂਝ ਉਹ ਦਿਲੋਂ ਭਾਵੇਂ ਨਾ ਵੀ ਚਾਹੁੰਦੀਆਂ ਹੋਣ, ਪਰੰਤੂ ਫਿਰ ਵੀ ਉਹਨਾਂ ਦੀ ਮਜਬੂਰੀ ਹੁੰਦੀ ਆ। ਔਰ ਇਹ ਬਦਕਿਸਮਤੀ ਆ ਕਿ ਚਰਨਜੀਤ ਕਿਉਂਕਿ ਯੂਨੀਵਰਸਿਟੀ 'ਚ ਰਹੇ ਹੈਗੇ ਆ, ਰਜਿੰਦਰ ਬਰਾੜ ਇਹਨਾਂ ਦੇ ਹਸਬੈਂਡ ਬੜੇ ਇੰਟੈਲੈਕਚੁਅਲ ਨੇ, ਔਰ ਉਹਨਾਂ ਦੇ ਰਾਹੀਂ ਇਹਨਾਂ ਦਾ ਵਾਹ ਬਹੁਤ ਸਾਰੇ ਲੋਕਾਂ ਨਾਲ ਪੈਂਦਾ ਹੋਊਗਾ। ਸਾਨੂੰ ਵੀ ਜਿੰਨਾ ਕੁ ਐਕਸਪੀਰੀਅੰਸ ਹੈਗਾ, ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕਾਂ ਤੋਂ ਗਾਂ ਫਿਰ ਗਾਈਡ ਬਣ ਜਾਂਦੇ ਆ ਜਿਹੜੇ, ਤੇ ਗਾਈਡ ਜਿਹੜੇ ਆ ਜੀ, ਉਹ ਬਹੁਤ ਕਿੱਸੇ ਹੈਗੇ ਆ, ਉਹਦੇ ਮਗਰ ਆਪਾਂ ਨਾ ਜਾਈਏ। ਅਸੀਂ ਸਰਗੀ ਦੀ ਜਿਹੜੀ ਕਹਾਣੀ ਆ ਉਹਦੇ ਤੱਕ ਹੀ ਸੀਮਿਤ ਰਹੀਏ। ਸਰਗੀ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹਦੇ 'ਚ ਪੇਸ਼ ਕੀਤਾ ਹੈਗਾ ਭਈ ਉਹ ਜਿਹੜੀ ਸਿਆਣੀ ਕੁੜੀ ਹੈਗੀ ਆ, ਉਹ ਸਿਆਣੀ ਕੁੜੀ ਬੇਝਿਜਕ ਔਰ ਬਿਨਾਂ ਕਿਸੇ ਸੰਗ ਤੋਂ ਉਹ ਬੇਬਾਕ ਹੋ ਕੇ ਕਹਿੰਦੀ ਆ ਵੀ ਭਾਈ ਠੀਕ ਆ ਬਾਈ, ਚਲ ਹੁਣ ਸਾਡਾ ਜੇ ਬਣਦਾ ਤਾਂ ਤੂੰ ਆ। ਤੇ ਉਹ ਹੀਣ ਭਾਵਨਾ ਦੇ ਵਿੱਚ ਖਤਮ ਹੋ ਜਾਂਦਾ ਆ। ਇਸ ਤਰੀਕੇ ਨਾਲ ਜਿਹੜੀ ਸਰਗੀ ਆ, ਉਹਨੇ ਇੱਕ ਜਿਹੜਾ ਸਾਡਾ ਵਿਦਿਅਕ ਪ੍ਰਬੰਧ ਹੈਗਾ, ਰਬਾਬੀ ਰਾਹੀਂ ਵੀ ਔਰ ਵਰਸੇ ਮੇਘ ਰਾਹੀਂ ਵੀ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਆ। ਇਹਦੇ ਵਿੱਚ ਜਿਹੜੀ ਕੁੜੀਆਂ ਕਹਾਣੀ ਆ, ਕੁੜੀਆਂ ਕਹਾਣੀ ਦੇ ਵਿੱਚ ਇਹ ਕੁੜੀਆਂ ਕਹਾਣੀ ਮੈਨੂੰ ਲੱਗਦਾ ਇਹ ਆ ਵੀ ਇਹ ਕੋਈ 8-9 ਸਾਲ ਪਹਿਲਾਂ ਦੀ ਲਿਖੀ ਆ, ਕਿਉਂਕਿ ਮੈਂ ਇਹ ਹੁਣ ਦੇ ਵਿੱਚ ਪੜ੍ਹੀ ਸੀਗੀ ਤੇ ਹੁਣ ਮੈਨੂੰ ਪੱਕਾ ਯਾਦ ਨਹੀਂ ਹੈ, ਘੱਟੋ ਘੱਟ 7-8 ਸਾਲ ਦਾ ਸਮਾਂ ਜ਼ਰੂਰ ਹੈਗਾ। ਔਰ ਮੈਨੂੰ ਇਸ ਕਹਾਣੀ ਨੇ ਇੰਨਾ ਪ੍ਰਭਾਵਿਤ ਕੀਤਾ ਭਈ ਮੈਨੂੰ ਜਿਹੜੀ ਕੋਈ ਰਚਨਾ ਪ੍ਰਭਾਵਿਤ ਕਰਦੀ ਆ, ਮੈਂ ਜਿੱਥੇ ਮਰਜ਼ੀ ਬੈਠਾ ਹੋਵਾਂ, ਮੈਂ ਲੇਖਕ ਨੂੰ ਫੋਨ ਜ਼ਰੂਰ ਕਰਦਾ ਆ। ਤੇ ਸਰਗੀ ਨਾਲ ਮੇਰੀ ਜਿਹੜੀ ਮੇਰਾ ਰਾਬਤਾ ਜਿਹੜਾ ਉਹ ਸਿਰਫ ਇੰਨਾ ਕੀ ਆ ਕਿ ਮੈਂ ਕੁੜੀਆਂ ਕਹਾਣੀ ਪੜ੍ਹ ਕੇ ਤੇ ਸਰਗੀ ਨੂੰ ਫੋਨ ਕੀਤਾ ਸੀਗਾ ਤੇ ਉਹਦੀ ਪ੍ਰਸ਼ੰਸਾ ਕੀਤੀ ਸੀਗੀ। ਉਹਦੇ ਵਿੱਚ ਹੁਣ ਕਿਉਂਕਿ ਚਰਨਜੀਤ, ਮੈਨੂੰ ਬਾਰ-ਬਾਰ ਕਹਿਣਾ ਪੈਂਦਾ, ਚਰਨਜੀਤ ਨੇ ਬਹੁਤ ਸਾਰੀਆਂ ਗੱਲਾਂ ਕਰ ਦਿੱਤੀਆਂ, ਸੋ ਮੇਰੇ ਲਈ ਉਹਦੇ ਵਿੱਚ ਕਰਨ ਵਾਲੀਆਂ ਗੱਲਾਂ ਜਿਹੜੀਆਂ ਉਹ ਨਹੀਂ ਰਹੀਆਂ। ਤੇ ਹੁਣ ਉਹ ਦੇਖੋ, ਮੈਂ ਉਹਨੂੰ ਕਿਹਾ ਬਈ, ਇੱਕ ਆਪਣੇ ਦੋਸਤ ਨੂੰ ਕਿਹਾ, ਮੈਂ ਬਈ ਇਹਨੇ ਤੇ ਕੁੜੀ ਨੇ ਤਾਂ ਕਮਾਲ ਕਰਤੀ ਆ ਬਈ, ਕੋਈ ਕਸਰ ਹੀ ਨਹੀਂ ਇਹਨੇ ਰਹਿਣ ਦਿੱਤੀ। ਔਰ ਆਪਣੇ ਸੱਭਿਆਚਾਰ ਦੀ, ਆਪਣੀ ਲੋਕ ਧਾਰਾ ਦੀ, ਆਪਣੇ ਮਿਥਿਹਾਸ ਦੀ, ਆਪਣੇ ਇਤਿਹਾਸ ਦੀ, ਆਪਣੀ ਤਰਜ਼ੇ ਜ਼ਿੰਦਗੀ ਦੀ ਉਹਨੂੰ ਇੰਨੀ ਸਮਝ ਆ ਵੀ ਕਮਾਲ ਹੋ ਗਈ ਆ। ਤੇ ਜਿਹੜਾ ਇਹ ਸਾਧਾਂ ਸੰਤਾਂ ਵਾਲੀ ਗੱਲ ਹੈਗੀ ਆ ਵੀ ਇਹ ਆਮ ਤੌਰ ਤੇ ਇਹੀ ਆ ਸਾਡੇ ਪਿੰਡਾਂ ਦੇ ਵਿੱਚ ਅਜੇ ਵੀ, ਇਸ ਗੱਲ ਦੇ ਬਾਵਜੂਦ ਕਿ ਬੜੀ ਚੇਤਨਤਾ ਆ ਗਈ ਆ ਕਿ XY ਵਾਲਾ ਜਿਹੜਾ ਸਿਧਾਂਤ ਆ ਉਹ, ਔਰ ਇਹਦੇ ਵਿੱਚ ਸਾਡੇ ਜਿਹੜੇ ਲੇਖਕ ਨੇ ਉਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਕਿ ਜਿਹੜੀ ਕੁੱਖ 'ਚ ਮਾਰਨ ਵਾਲੀ ਗੱਲ ਹੈਗੀ ਆ ਉਹਨੂੰ ਰੱਦ ਵੀ ਕੀਤਾ। ਪਰ ਫਿਰ ਵੀ ਅਜੇ ਵੀ ਇਹਨਾਂ ਗੱਲਾਂ ਵਾਸਤੇ ਜਿਹੜੇ ਸਾਡੇ ਲੋਕ ਆ ਉਹ ਅਜੇ ਵੀ ਸਾਧਾਂ ਸੰਤਾਂ ਕੋਲ ਜਾਂਦੇ ਆ। ਔਰ ਉਹ ਜਿਹੜੀ ਕੁੜੀਆਂ ਕੁੜੀ ਜਿਹਨੂੰ ਕਹਿੰਦੇ ਆ, ਉਹਨੂੰ ਵੀ ਉਹ ਇਸ ਤਰ੍ਹਾਂ ਲਈ ਫਿਰਦੇ ਆ। ਔਰ ਉਹ ਮਜਬੂਰੀ ਦੇ ਵਿੱਚ ਉਹ ਕੁਛ ਵੀ ਕਰਦੀ ਆ ਜਿਹੜਾ ਉਹਨੂੰ ਆਪਣੇ ਮਨੋਂ ਮਨਜ਼ੂਰ ਨਹੀਂ ਹੈ। ਪਰੰਤੂ ਅਖੀਰ ਦੇ ਵਿੱਚ ਜਦੋਂ ਉਹ ਕੁੜੀਆਂ ਬੋਲੀ ਪਾਉਂਦੀਆਂ ਆ ਵੀ ਮੈਂ ਤੇਰੇ ਵੀਰੇ ਨਾਲ ਨਹੀਂ ਵਸਣਾ, ਇਹਦੇ ਕਣ ਕਣ ਦੇ ਵਿੱਚ ਕੁੜੀਆਂ, ਤਾਂ ਇਹ ਇੱਕ ਤਰੀਕੇ ਨਾਲ ਉਹਨੇ ਇਹ ਸਾਬਤ ਕੀਤਾ ਆ ਭਈ ਇਹ ਜਿਹੜਾ ਸਿਲਸਿਲਾ ਹੈਗਾ ਇਹਦੇ ਵਿੱਚ ਔਰਤ ਦਾ ਕੋਈ ਕਸੂਰ ਨਹੀਂ ਹੈ, ਔਰਤ ਦਾ ਕਿਤੇ ਵੀ ਭੋਰਾ ਵੀ ਕਸੂਰ ਨਹੀਂ ਹੈ ਇਹਦੇ ਵਿੱਚ, ਤਾਂ ਜਿਹੜਾ ਮਰਦ ਹੈਗਾ ਉਹਦੀ ਗੱਲ ਹੈਗੀ ਆ। ਹੁਣ ਜਿਹੜੀ ਆਪਣੇ ਆਪਣੇ ਮਰਸੀਏ ਦੀ ਗੱਲ ਕਰਦੀ ਆ, ਉਹ ਦੋਨੇ ਕੁੜੀਆਂ ਜਿਹੜੀਆਂ ਆ
ਉਹ ਇੱਕ ਸੰਤਾਪ ਭੋਗ ਰਹੀਆਂ ਆ। ਔਰ ਜਿਹੜੀ ਚੰਨੀ ਆ ਔਰ ਨਿੰਦੀ ਆ, ਇਹ ਸਹੇਲੀਆਂ ਆ, ਇੱਕੋ ਦਿਨ ਵਿਡੋ ਹੁੰਦੀਆਂ। ਔਰ ਕਹਾਣੀ ਦੀ ਜਿਹੜੀ ਤਰਕੀਬ ਹੈਗੀ ਆ, ਕਹਾਣੀ ਦੀ ਵਿਧੀ ਆ ਉਸਾਰਨ ਦੇ ਵਿੱਚ ਬਾ ਕਮਾਲ ਜਿਹੜਾ ਨਾ ਅਬੂਰ ਹਾਸਲ ਆ ਸਰਗੀ ਨੂੰ, ਬਈ ਉਹ ਕਿਵੇਂ ਇੱਕੋ ਦਿਨ ਦੋਨੇ ਮਰਦੇ ਆ, ਫਿਰ ਉਹ ਕਿਦਾਂ ਸੰਤਾਪ ਭੋਗਦੀਆਂ ਆ। ਇੱਕ ਇੰਗਲੈਂਡ ਆ, ਇੱਕ ਇੱਥੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸਰਗੀ ਦੇ ਹਿੱਸੇ ਆਈਆਂ ਸੀਗੀਆਂ ਕਿ ਉਹ ਇਸ ਤਰੀਕੇ ਨਾਲ ਇਹਨੂੰ ਪੇਸ਼ ਕਰ ਸਕਦੀ। ਇਹਦੇ ਵਿੱਚ ਜਿਹੜਾ ਹੌਂਟਡ ਹਾਊਸ ਭੂਤਵਾੜਾ ਆ, ਉਹ ਵੀ ਇੱਕ ਬੜਾ ਵੱਡਾ ਵਰਤਾਰਾ ਆ। ਸਾਡੇ ਇੱਥੇ ਖਾਸ ਕਰਕੇ ਜਿਹੜੇ ਬਾਹਰ ਆਏ ਲੋਕ ਹੈਗੇ ਆ, ਉਹ ਆਪਣੇ ਆਸਰੇ ਲੱਭ ਲੈਂਦੇ ਆ। ਇੱਕ ਬਾਂਹਹੀਣੀ ਕੁੜੀ ਜਿਹੜੀ ਆ, ਉਹਦੇ ਨਾਲ ਉਹ ਵਿਆਹ ਵੀ ਕਰਾ ਲੈਂਦਾ ਆ ਰੌਣਕ ਸਿੰਘ, ਔਰ ਫਿਰ ਉਹਨੂੰ ਉਹ ਛੱਡ ਵੀ ਦਿੰਦਾ ਆ। ਤੇ ਉਹ ਰੌਣਕ ਸਿੰਘ ਪੰਜਾਬ ਆਉਂਦਾ ਤਾਂ ਪੰਜਾਬ ਦੇ ਵਿੱਚ, ਹਾਲਾਂਕਿ ਲੋਕਾਂ ਨੂੰ ਪਤਾ ਆ ਵੀ ਇਹ ਉੱਥੇ ਵਿਆਹ ਸੀਗਾ, ਤੇ ਫਿਰ ਵੀ ਉਹ ਸੁਖਜੀਤ ਜਿਹੜੀ ਹੈਗੀ ਆ, ਉਹਦਾ ਉਹ ਵਿਆਹ ਉਹਦੇ ਨਾਲ ਕਰ ਦਿੰਦੇ ਆ। ਔਰ ਇਸ ਪੱਖੋਂ ਜਿਹੜੀ ਸਰਗੀ ਆ, ਇਹਦਾ ਤਜਰਬਾ ਵੀ ਵਿਸ਼ਾਲ ਲੱਗਦਾ ਆ। ਮੈਨੂੰ ਆਪ ਪਤਾ ਆ ਵੀ ਮੇਰਾ ਇੱਕ ਦੋਸਤ ਅਮਰੀਕਾ ਰਹਿੰਦਾ, ਤੇ ਉਹਦੀ ਵਾਈਫ ਉਹਨੂੰ ਛੱਡ ਕੇ ਚਲ ਗਈ। ਬੱਚੇ ਉਹਦੇ ਸਿਆਣੇ ਸੀਗੇ, ਤੇ ਬੱਚਿਆਂ ਨੇ ਕਿਹਾ ਵੀ ਪਾਪਾ ਜੇ ਸਾਡੀ ਮਾਂ ਛੱਡ ਕੇ ਜਾ ਸਕਦੀ ਆ, ਤੇ ਤੂੰ ਹੋਰ ਮਾਂ ਲੈ ਆਇਆ ਖਾਂ। ਉਹ ਕਹਿੰਦਾ ਯਾਰ ਗੱਲ ਸੁਣੋ, ਵੱਡਾ ਮੁੰਡਾ ਤੂੰ 18 ਸਾਲਾਂ ਦਾ, ਤੇ ਮੈਂ ਚੰਗਾ ਲੱਗਾਂਗਾ ਹੁਣ? ਤੇ ਕਹਿੰਦੇ ਵੀ ਪਾਪਾ ਜਦੋਂ ਤੂੰ ਰੋਟੀਆਂ ਪਕਾਉਣਾ ਤੇ ਸਾਨੂੰ ਡਰ ਹੁੰਦਾ ਵੀ ਕਿਤੇ ਤੇਰੀ ਦਾੜੀ ਨੂੰ ਨਾ ਗੈਸ ਦੀ ਲੰਬ ਜਿਹੜੀ ਉਹ ਪੈ ਜਾਂਦੀ ਹੋਵੇ। ਉਹ ਖੈਰ ਉਹਨੂੰ ਕਨਵਿੰਸ ਕਰ ਲੈਂਦੇ ਆ। ਮੈਂ ਨਿੱਕੀ ਜੀ ਗੱਲ ਤੁਹਾਡੇ ਨਾਲ ਜੋੜ ਕੇ ਕਰਨੀ ਚਾਹੁੰਦਾ ਆ। ਉਹ ਸਾਡੇ ਕੋਲ ਜਲੰਧਰ ਆਉਂਦੇ ਆ, ਤੇ ਉਹ ਮੈਨੂੰ ਕਹਿੰਦਾ ਵੀ ਯਾਰ ਕੋਈ ਵਿਡੋ ਹੋਵੇ ਨਾ, ਜਾਂ ਕੋਈ ਵਿਆਹੁਣ ਖੁਣੋਂ ਰਹਿ ਗਈ ਹੋਵੇ 40 ਸਾਲ ਦੀ ਔਰਤ, ਤੇ ਉਹ ਲੱਭੋ। ਉਹ ਭਾਜੀ ਮੈਂ ਤਾਂ ਹੈਰਾਨ ਹੋ ਗਿਆ ਵੀ ਉੱਥੇ ਤਾਂ ਕੁੜੀਆਂ ਦੀਆਂ ਲਾਈਨਾਂ ਲੱਗ ਗਈਆਂ। ਇੱਕ 18 ਸਾਲ ਦੀ ਕੁੜੀ ਲੈ ਕੇ ਆ ਗਿਆ ਬੰਦਾ। ਉਹ ਮੇਰਾ ਦੋਸਤ ਨੂੰ ਕਹਿੰਦਾ ਭਾਜੀ ਮੇਰਾ ਮੁੰਡਾ 18 ਸਾਲ ਦਾ ਆ, ਤੇ ਤੁਸੀਂ ਸੋਚ ਸਕਦੇ ਹੋ ਵੀ ਮੈਂ 18 ਸਾਲ ਦੀ ਕੁੜੀ ਨਾਲ ਵਿਆਹ ਕਰਾ ਸਕਦਾ ਆ? ਸੋ ਇਸ ਤਰੀਕੇ ਨਾਲ ਸਾਡੇ ਲੋਕ ਜਿਹੜੇ ਬਾਹਰ ਦੇ ਲਾਲਚ ਨੂੰ ਕੁੜੀਆਂ ਜਿਹੜੀਆਂ ਉਹ ਵਿਆਹ ਦਿੰਦੇ ਆ। ਤੇ ਇਹਦੇ ਵਿੱਚ ਹੁਣ ਰੌਣਕ ਦੇ ਘਰ ਰੌਣਕ ਕਿੱਥੋਂ ਲੱਗਣੀ ਆ? ਉਹ ਜਿਹੜੀਆਂ ਉਹਦੀਆਂ ਧੀਆਂ ਆ, ਉਹ ਜਵਾਨ ਆ, ਇੱਕ ਅਜੇ ਬਹੁਤੀ ਨਹੀਂ ਸਮਝ ਉਹਨੂੰ ਹੈਗੀ। ਤੇ ਜਿਹੜੀ ਵੱਡੀ ਕੁੜੀ ਆ, ਉਹ ਬਿਲਕੁਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਤੇ ਉਹ ਜਿਹੜਾ ਉਹਨੇ ਘਰ ਬੜੇ ਸ਼ੌਕ ਨਾਲ ਬਣਾਇਆ, ਉਹ ਭੂਤਵਾੜਾ ਬਣ ਕੇ ਰਹਿ ਜਾਂਦਾ। ਸੋ ਇਸੇ ਤਰ੍ਹਾਂ ਸਭ ਦੇਸ਼ ਪਰਾਇਆ ਕਹਾਣੀਆਂ, ਜਿੱਤ ਦਿਹਾੜੇ ਮੇਰਾ ਹਰਿਆ, ਜਿਹੜਾ ਜਿੱਤ ਦਿਹਾੜੇ ਹਰਿਆ ਆ ਨਾ, ਇਹਦੇ ਵਿੱਚ ਇਹਦੀ ਕਹਾਣੀ ਦੀ ਖੂਬਸੂਰਤੀ ਬਹੁਤ ਆ, ਕਿਉਂਕਿ ਸਰਗੀ ਨੇ ਆਪਣੇ ਵਿਸ਼ਿਆਂ ਦੇ ਵਿੱਚ ਵੀ ਵੰਨਸੁਵੰਨਤਾ ਲਿਆਂਦੀ ਆ ਕਿ ਜੰਗ ਕਿੰਨੀ ਭਿਆਨਕ ਆ, ਕਿੰਨੇ ਖੂਬਸੂਰਤ ਨੌਜਵਾਨ ਜਿਹੜੇ ਆ ਉਹਨਾਂ ਨੂੰ ਖਾ ਜਾਂਦੀ ਆ। ਤੇ ਮਾਵਾਂ ਜਿਹੜੀਆਂ ਆ ਉਹ ਫਿਰ ਉਮੀਦ ਕਰਦੀਆਂ ਆ ਉਹਨਾਂ ਦੇ ਗਾਂ ਸੰਤਾਨ ਜਿਹੜੀ ਹੈਗੀ ਆ, ਉਹ ਜਦੋਂ ਕੈਨੇਡਾ ਤੋਂ ਖਬਰ ਆ ਜਾਂਦੀ ਆ ਕਿ ਬਈ ਉਹਦੇ ਘਰ ਜਿਹੜਾ ਬੱਚਾ ਹੈਗਾ ਉਹ ਆ ਗਿਆ। ਸੋ ਇਸ ਤਰੀਕੇ ਨਾਲ ਜਿਹੜੀ ਸਰਗੀ ਦੀ ਵਿਲੱਖਣਤਾ ਹੈਗੀ ਆ, ਜਾਂ ਵੱਖਰੇ ਵੱਖਰੇ ਵਿਸ਼ੇ ਉਹਨੇ ਲਏ ਹੈਗੇ ਆ। ਵਿਸ਼ੇ ਲੈ ਤਾਂ ਕੋਈ ਵੀ ਸਕਦਾ ਆ, ਪਰੰਤੂ ਜਿਸ ਤਰੀਕੇ ਨਾਲ ਸਰਗੀ ਨੇ ਵਿਸ਼ੇ ਨਿਭਾਏ ਆ ਉਹ ਬਾਕਮਾਲ ਆ। ਔਰ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਆ ਕਿ ਸਰਗੀ ਦੇ ਵਿੱਚ ਸਾਡਾ ਜਿਹੜਾ ਇਤਿਹਾਸ ਹੈ, ਮਿਥਿਹਾਸ ਹੈ, ਲੋਕਧਾਰਾ ਹੈ। ਮਸਲਨ ਸਾਡੀਆਂ ਕੁੜੀਆਂ ਜਿਹੜੀਆਂ ਭਾਵੇਂ ਪਿੰਡੂ ਵੀ ਹੋਣ, ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਕਿ ਜ਼ਿਮੀਂਦਾਰ ਦਾ, ਕਿਸਾਨ ਦਾ ਜ਼ਮੀਨ ਨਾਲ ਰਿਸ਼ਤਾ ਕੀ ਆ, ਪਰੰਤੂ ਸਰਗੀ ਨੂੰ ਬਿਲਕੁਲ ਇਸ ਗੱਲ ਦੀ ਸਮਝ ਹੈਗੀ ਆ। ਉਹਦੇ 'ਚ ਮੈਂ ਸਮਝਣਾ ਬਈ ਇਹਦੀ ਕਹਾਣੀ ਵਿੱਚ ਵੀ, ਔਰ ਇਹਦੀ ਲੋਕਧਾਰਾ ਦੇ ਵਿੱਚ ਵੀ, ਔਰ ਇਹਨੂੰ ਪੰਜਾਬੀ ਸਮਾਜ ਨੂੰ ਸਮਝਣ ਦੇ ਵਿੱਚ ਵੀ ਸ਼ਾਇਦ ਇਸ ਗੱਲ ਦਾ ਕੋਈ ਹੱਥ ਹੋਵੇ ਕਿ ਇਹਦਾ ਬਾਪ ਇੱਕ ਵਧੀਆ ਕਹਾਣੀਕਾਰ ਸੀਗਾ, ਔਰ ਇਹਦਾ ਭਰਾ ਜਿਹੜਾ ਹੈਗਾ ਉਹ ਇੱਕ ਬੜਾ ਪ੍ਰੋਗਰੈਸਿਵ ਖਿਆਲਾਂ ਵਾਲਾ ਨੌਜਵਾਨ ਆ। ਤੇ ਇਹਨਾਂ ਚੀਜ਼ਾਂ ਨੇ ਇਸ ਗੱਲ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਹੋਵੇਗਾ ਬਈ ਸਰਗੀ ਜਿਹੜੀ ਆ ਉਹਨੂੰ ਆਲਾ ਦੁਆਲਾ ਜਿਹੜਾ ਹੈਗਾ, ਆਪਣਾ ਪਰਿਵਾਰ ਜਿਹੜਾ ਹੈ ਉਹ ਇਸ ਕਿਸਮ ਦਾ ਮਿਲਿਆ। ਤੇ ਮੈਂ ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਨਾ ਕਰਾਂ, ਮੈਂ ਮਹਿਸੂਸ ਕਰਦਾ ਕਿ ਜਿਹੜੀ ਸਰਗੀ ਦੀ ਸ਼ੈਲੀ ਆ, ਜਿਹੜਾ ਉਹਦਾ ਸਟਾਈਲ ਆ, ਉਹ ਬਹੁਤ ਰਸੀਲਾ ਆ। ਲੋਕ ਵੇਦ ਦਾ ਉਹਨੂੰ ਗਿਆਨ ਆ, ਮੁਹਾਵਰੇ, ਅਖਾਣ, ਫਿਰ ਗੁਰਬਾਣੀ, ਪੇਂਡੂ ਸੱਭਿਆਚਾਰ, ਤੇ
ਉਹਨੇ ਇੱਕ ਹੋਰ ਵੀ ਜਿਹੜਾ ਕੰਮ ਆ ਉਹ ਬਾਕਮਾਲ ਕੀਤਾ ਆ ਕਿ ਉਹਨੇ ਆਪਣੀ ਸਮਝ ਦੇ, ਆਪਣੇ ਗਿਆਨ ਦੇ ਖੇਤਰ ਤੋਂ ਬਾਹਰ ਕੋਈ ਸਬਜੈਕਟ ਨਹੀਂ ਲਿਆ, ਕੋਈ ਪਾਤਰ ਨਹੀਂ ਲਿਆ। ਉਹ ਆਪ ਕਿਉਂਕਿ ਮਿਡਲ ਕਲਾਸ ਦੇ ਵਿੱਚ ਪੈਦਾ ਹੋਈ, ਮੱਧ ਵਰਗੀ ਕਿਸਾਨੀ ਪਰਿਵਾਰ ਦੇ ਵਿੱਚ ਪੈਦਾ ਹੋਈ, ਗਾਂ ਹੁਣ ਉਹ ਮੱਧ ਵਰਗੀ ਕਿਸਾਨੀ ਪਰਿਵਾਰ ਦੇ ਵਿੱਚ ਵਿਚਰਦੀ ਆ, ਤੇ ਉਹਨੇ ਜਿੰਨੇ ਵੀ ਪਾਤਰ ਲਏ ਆ ਉਹ ਇਸ ਖੇਤਰ ਦੇ ਆ, ਔਰ ਇਸੇ ਕਰਕੇ ਮੇਰਾ ਖਿਆਲ ਆ ਕਿ ਉਹ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਸਕੀ ਆ। ਤੇ ਜਿੱਥੋਂ ਤੱਕ ਉਹਦੀਆਂ ਬਿਰਤਾਂਤਕ ਜੁਗਤਾਂ ਦਾ ਸਵਾਲ ਆ, ਉਹ ਚਰਨਜੀਤ ਹੋਰਾਂ ਨੇ ਗੱਲ ਕਰ ਦਿੱਤੀ ਆ, ਤੇ ਮੈਂ ਦੋਹਰ ਪਾਉਣ ਵਾਲੀ ਗੱਲ ਹੀ ਕਰ ਸਕਦਾ ਹਾਂ ਕਿ ਉਹਦੀ ਕੋਈ ਮਿਸਾਲ ਨਹੀਂ ਹੈ। ਉਹ ਮੈਟਾਫਰ ਕਿਵੇਂ ਚੁਣਦੀ ਆ, ਉਹ ਜਿਹੜੇ ਸਿੰਬਲ ਆ ਉਹ ਕਿਵੇਂ ਚੁਣਦੀ ਹੈਗੀ ਆ, ਜਿਹਦੀ ਬਹੁਤ ਵੱਡੀ ਮਿਸਾਲ ਵੈਸੇ ਤਾਂ ਸਾਰੀਆਂ ਕਹਾਣੀਆਂ 'ਚ ਹੀ ਆ, ਪਰ ਰਾੜ ਦੇ ਵਿੱਚ ਉਹਦੀ ਜਿਹੜੀ ਮਿਸਾਲ ਆ ਬਹੁਤ ਉਗਣਵੀਂ ਆ। ਤੇ ਨਾਲ ਦੇ ਨਾਲ ਉਹਨੂੰ ਭਾਸ਼ਾ ਦੇ ਉੱਤੇ ਬਹੁਤ ਅਧਿਕਾਰ ਆ। ਤੁਸੀਂ ਦੇਖੋ, ਜਦੋਂ ਉਹਦੀਆਂ ਕਹਾਣੀਆਂ ਪੜ੍ਹਦੇ ਆ ਤਾਂ ਜਦੋਂ ਤਾਂ ਅਸੀਂ ਬਾਕੀ ਕਹਾਣੀਆਂ ਪੜ੍ਹਦੇ ਆ, ਉਹਨਾਂ ਦੇ ਵਿੱਚ ਬਿਰਤਾਂਤ ਦੀ ਭਾਸ਼ਾ ਜਿਹੜੀ ਹੈ ਉਹ ਵਿਸ਼ੇ ਅਨੁਸਾਰ ਹੈ, ਤੇ ਜਦੋਂ ਵਿਸ਼ਾ ਬਦਲਦਾ ਆ ਤੇ ਨਾਲ ਹੀ ਉਹਦੀ ਬਿਰਤਾਂਤ ਦੀ ਭਾਸ਼ਾ ਵੀ ਬਦਲ ਜਾਂਦੀ ਆ। ਜਿਹਦੀ ਉਦਾਹਰਨ ਇਹ ਆ ਕਿ ਰਬਾਬੀ ਦੀ ਬਿਰਤਾਂਤ ਦੀ ਭਾਸ਼ਾ ਤੇ ਮੇਰਾ ਹਰਿਆ ਦੇ ਬਿਰਤਾਂਤ ਦੀ ਭਾਸ਼ਾ ਜਿਹੜੀ ਆ ਉਹ ਬਿਲਕੁਲ ਵੱਖਰੀ ਵੱਖਰੀ ਆ। ਤੁਹਾਨੂੰ ਏਦਾਂ ਲੱਗਦਾ ਵੀ ਇਹ ਕਿਸੇ ਵੱਖਰੇ ਲੇਖਕ ਨੇ ਇਹ ਕਹਾਣੀਆਂ ਲਿਖੀਆਂ ਆ। ਜਿੱਥੋਂ ਤੱਕ ਕਿਉਂਕਿ ਉਹ ਮਾਝੇ ਦੀ ਜੰਪਲ ਹੈਗੀ ਆ, ਇਸ ਕਰਕੇ ਮਾਝੀ ਦੇ ਲਫ਼ਜ਼ ਉਹਦੇ ਵਿੱਚ ਆਉਣੇ ਲਾਜ਼ਮੀ ਵੀ ਆ, ਜ਼ਰੂਰੀ ਆ। ਤੇ ਅਗਲੀ ਗੱਲ ਇਹ ਆ ਵੀ ਸਾਡੀਆਂ ਜਿਹੜੀਆਂ ਵੱਡੀਆਂ ਕਹਾਣੀਕਾਰ ਹੁਣ ਤੱਕ, ਅਮਰਤਾ ਪ੍ਰੀਤਮ ਹੋਵੇ, ਭਾਵੇਂ ਦਲੀਪ ਕੌਰ ਟਿਵਾਣਾ ਹੋਵੇ, ਭਾਵੇਂ ਅਜੀਤ ਕੌਰ ਹੋਵੇ, ਇਹਨਾਂ ਨਾਲੋਂ ਅਗਲੀ ਜਿਹੜੀ ਸਾਡੀ ਔਰਤ ਕਹਾਣੀਕਾਰਾਂ ਦੀ ਪੀੜ੍ਹੀ ਹੈਗੀ ਆ, ਜਿਹਦੇ ਵਿੱਚ ਜ਼ਿਕਰ ਹੋਇਆ ਵੀ ਸੀਗਾ ਤ੍ਰਿਪਤਾ ਦਾ। ਮੈਂ ਜਿਹੜੀਆਂ ਸਮਕਾਲੀ ਕਹਾਣੀਕਾਰਾਂ ਸਰਗੀ ਦੀਆਂ, ਉਹਨਾਂ 'ਚ ਦੋਵਾਂ ਨੂੰ ਮੈਂ ਪੜ੍ਹਿਆ ਹੈਗਾ, ਇੱਕ ਤ੍ਰਿਪਤਾ ਕੇਸ ਸਿੰਘ ਆ ਤੇ ਇੱਕ ਦੀਪਤੀ ਬਬੂਤਾ। ਤ੍ਰਿਪਤਾ ਕੇਸ ਸਿੰਘ ਦੀ ਕਹਾਣੀ ਜਿਹੜੀ ਆ ਨਾ ਜੀ, ਜਿਹਦਾ ਜ਼ਿਕਰ ਹੋਇਆ ਸੀਗਾ ਮੋਈਆਂ ਮਛਲੀਆਂ ਦਾ, ਮੈਂ ਚਰਨਜੀਤ ਜੀ ਇਹ ਕਹਾਣੀ ਸਿਰਜਣਾ 'ਚ ਪੜ੍ਹੀ ਤੇ ਸਿਰਜਣਾ ਦੇ ਸੰਪਾਦਕ ਨੂੰ ਮੈਂ ਪੱਤਰ ਲਿਖਿਆ, ਜਿਹਦੇ ਵਿੱਚ ਮੈਂ ਇਸ ਕਹਾਣੀ ਦੀ ਤੇ ਕਹਾਣੀਕਾਰਾਂ ਦੀ ਸਿਫਤ ਕੀਤੀ। ਹੁਣ ਦੇਖੋ, ਇਹਦੇ 'ਚ ਮੈਂ ਇੱਕ ਪਾਠਕ ਦੇ ਤੌਰ ਦੇ ਉੱਤੇ ਵਿਚਰਦਿਆਂ ਹੋਇਆਂ ਉਸ ਕਹਾਣੀ ਦੀ ਤਾਰੀਫ ਕੀਤੀ। ਜਿਸ ਸਿਰਜਣਾ ਦੇ ਅੰਕ ਵਿੱਚ ਮੇਰਾ ਪੱਤਰ ਛਪਿਆ, ਉਸੇ ਵਿੱਚ ਹੀ ਇੱਕ ਕਹਾਣੀ ਲੇਖਕ ਦਾ ਪੱਤਰ ਵੀ ਛਪਿਆ। ਮੈਂ ਉਹਨੂੰ ਕਹਿ ਰਿਹਾ ਕਿ ਉਹ ਬੜੀ ਵਧੀਆ ਕਹਾਣੀ ਆ, ਕਿ ਜਿਹਦੇ ਵਿੱਚ ਉਹਨੇ ਕਹਾਣੀਕਾਰ ਨੇ ਇਹ ਦੱਸਿਆ ਭਈ ਜਿਹੜੇ ਹਾਣੀਆਂ ਦੇ ਬਰਾਬਰ ਦੇ ਰਿਸ਼ਤੇ ਆ ਨਾ, ਜਿੱਥੇ ਮਾਨਸਿਕ ਸੰਤੁਲਨ ਹੈ ਉੱਥੇ ਹੀ ਕਾਮਕ ਰਿਸ਼ਤੇ ਜਿਹੜੇ ਆ ਉਹ ਬਰਾਬਰੀ ਤੇ ਨਿਭਦੇ ਆ, ਜਿਹਦੇ ਵਿੱਚ ਉਹ ਪਾਤਰ ਜਿਹੜੇ ਹੈਗੇ ਆ ਉਹਦੇ ਪਹਾੜੀਆ ਤੇ ਉਹਦੀ ਪਹਾੜਨ, ਉਹਨਾਂ ਦੀ ਗੱਲ ਹੈਗੀ ਆ। ਪਰੰਤੂ ਦੂਜੇ ਬੰਨੇ ਉਹ ਜਿਹੜਾ ਮਾਲਕ ਆ, ਉਹ ਜਦੋਂ ਮਜਬੂਰੀ ਵਸ ਪਹਾੜਨ ਜਿਹੜੀ ਆ ਉਹਦੇ ਕੋਲ ਆ ਤਾਂ ਜਾਂਦੀ ਆ, ਪਰ ਹੁਣ ਉਹ ਹਲਾਰੇ ਵਾਲੀ ਗੱਲ ਨਹੀਂ ਹੈ। ਉਹ ਜਿਹੜਾ ਬਰਾਬਰ ਦਾ ਰਿਸ਼ਤਾ ਹੈ ਹਾਣੀਆਂ ਦੇ ਵਿੱਚ, ਮਾਨਸਿਕ ਪੱਧਰ ਤੇ ਔਰ ਕਾਮਕ ਪੱਧਰ ਤੇ, ਉਹ ਸਥਾਪਿਤ ਨਹੀਂ ਹੁੰਦਾ। ਮੈਂ ਇਹਨੂੰ ਇਸ ਤਰ੍ਹਾਂ ਲਿਆ ਸੀਗਾ ਤੇ ਉਸ ਕਹਾਣੀਕਾਰ ਨੇ, ਤੇ ਮੈਨੂੰ ਇੱਥੋਂ ਮਹਿਸੂਸ ਇਹ ਹੁੰਦਾ ਹੈਗਾ, ਕਿਉਂਕਿ ਮੈਂ ਇੱਕ ਪਾਠਕ ਦੇ ਤੌਰ ਤੇ ਗੱਲ ਕਰ ਰਿਹਾ, ਮੈਨੂੰ ਤ੍ਰਿਪਤਾ ਕੋਲੋਂ ਕੋਈ ਖਤਰਾ ਨਹੀਂ ਹੈ, ਤੇ ਕਹਾਣੀਕਾਰ ਨੂੰ ਹੋ ਸਕਦਾ ਇਹ ਖਤਰਾ ਹੋਵੇ ਭਈ ਜੇ ਤ੍ਰਿਪਤਾ ਦੀਆਂ ਮੈਂ ਸਿਫਤਾਂ ਕਰ ਦਿੱਤੀਆਂ ਤੇ ਇਹ ਹੋਵੇ ਨਾ ਕਿ ਮੇਰੇ ਨਾਲੋਂ ਕਦੇ ਵੱਡੀ ਕਹਾਣੀਕਾਰੀ ਬਣ ਜਾਵੇ। ਸੋ ਇਸ ਤਰੀਕੇ ਨਾਲ ਹੀ ਮੈਂ ਜਿਹੜੀ ਸਰਗੀ ਆ ਉਹਦੀਆਂ ਕਹਾਣੀਆਂ ਨੂੰ ਲੈਣਾ ਆ, ਤੇ ਸਰਗੀ ਦੇ ਵਿੱਚ ਜਿਹੜੀ ਸਿਫਤ ਹੈ ਉਹ ਇਹ ਆ ਭਈ ਉਹਦੇ ਵਿੱਚ ਬੇਬਾਕੀ ਹੈ। ਹੁਣੇ ਮੇਰੇ ਲਾਗੇ ਮੇਰੀ ਵਾਈਫ ਬੈਠੀ ਆ, ਅਸੀਂ ਇਕੱਠੇ ਹੀ ਲਗਭਗ ਸਾਰੇ ਜਿਹੜੇ ਸਾਹਿਤਕ ਫੰਕਸ਼ਨ ਉਹਨਾਂ ਨੂੰ ਇੰਜੋਏ ਕਰਦੇ ਆ। ਤੇ ਜਦੋਂ ਚਰਨਜੀਤ ਕਾਮਕ ਰਿਸ਼ਤਿਆਂ ਦੀ ਗੱਲ ਕਰ ਰਹੇ ਸੀਗੇ ਤੇ ਮੈਂ ਕਹਿ ਰਿਹਾ ਸੀਗਾ ਕਿ ਸਰਬਜੀਤ ਦੇਖ, ਅਸੀਂ ਇੱਥੇ ਕੈਨੇਡਾ 'ਚ ਬੈਠੇ ਆ, ਕੀ ਇੱਥੇ ਔਰਤਾਂ ਜਿਹੜੀਆਂ ਸਾਡੀਆਂ ਉਹ ਇਸ ਕਿਸਮ ਦੇ ਗੱਲਾਂ ਕਰ ਸਕਦੀਆਂ? ਸਰਗੀ ਦੀ ਬੇਬਾਕੀ ਦਾ ਮੈਂ ਇਸ ਗੱਲੋਂ ਵੀ ਕਾਇਲ ਹਾਂ ਵੀ ਸਾਡੀ ਇੱਕ ਬਹੁਤ ਵੱਡੀ ਸਾਹਿਤਕਾਰ ਜਿਹੜੀ ਕਵਿੱਤਰੀ ਵੀ ਸੀਗੀ, ਕਹਾਣੀਕਾਰਾ ਵੀ ਸੀਗੀ, ਮੈਂ ਉਹਦਾ ਨਾਂ ਇਸ ਕਰਕੇ ਨਹੀਂ ਲੈਣਾ ਕਿ ਹੁਣ ਉਹ ਦੁਨੀਆ 'ਚ ਨਹੀਂ ਹੈ, ਉਹਨੇ ਆਪਣੀ ਸਵੈ ਜੀਵਨੀ ਲਿਖੀ ਆ। ਸਵੈ ਜੀਵਨੀ 'ਚੋਂ ਲਿਖਦੀ ਆ, ਉਹਦਾ ਇੱਕ ਉਰਦੂ ਦੇ ਸ਼ਾਇਰ ਨਾਲ
ਇਸ਼ਕ ਸੀ, ਮੁਹੱਬਤ ਸੀ, ਕੋਈ ਮਾੜੀ ਗੱਲ ਨਹੀਂ, ਮੁਹੱਬਤ ਸੀ ਤਾਂ ਸੀ। ਪਰੰਤੂ ਉਹ ਕਹਿੰਦੀ ਆ ਕਿ ਮੇਰਾ ਜਿਹੜਾ ਪੁੱਤ ਜੰਮਿਆ ਨਾ, ਇਹਦੀ ਨੁਹਾਰ ਉਸ ਕਵੀ ਤੇ ਤਾਂ ਕਰਕੇ ਆ ਕਿਉਂਕਿ ਜਦੋਂ ਮੈਂ ਪ੍ਰੈਗਨੈਂਟ ਸੀਗੀ ਤਾਂ ਮੈਂ ਉਹਦੇ ਮੱਥੇ ਲੱਗਦੀ ਰਹਿੰਦੀ ਸੀਗੀ। ਇਹ ਜਿਹੜਾ ਮੱਥੇ ਲੱਗਣ ਵਾਲਾ ਠੁੰਮਣਾ ਆ ਨਾ, ਇਹ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੀਆਂ ਜਿਹੜੀਆਂ ਉਸ ਵੇਲੇ ਦੀਆਂ ਸਮਝ ਲਓ ਵੀ ਸਿਆਣੀਆਂ ਔਰਤਾਂ ਸੀਗੀਆਂ, ਦਾਦੀਆਂ, ਨਾਨੀਆਂ, ਸੱਸਾਂ ਵਗੈਰਾ ਸੀਗੀਆਂ, ਕਿ ਉਹ ਇਹ ਸਮਝਦੀਆਂ ਸੀਗੀਆਂ ਵੀ ਜੇ ਮੇਰੀ ਨੂੰਹ ਦਾ ਜਾਂ ਧੀ ਦਾ ਜਾਂ ਕਿਸੇ ਵੀ ਰਿਸ਼ਤੇਦਾਰ ਔਰਤ ਦਾ ਇਧਰੋਂ ਉਧਰੋਂ ਕੋਈ ਸਿਲਸਿਲਾ ਹੋ ਗਿਆ ਆ ਤਾਂ ਇਹ ਲੇਖੇ ਤਾਂ ਬਾਪ ਦੇ ਲੱਗਣਾ ਚਾਹੀਦਾ ਨਾ। ਜਿੱਦਾਂ ਇਹਦੇ ਵਿੱਚ ਵੀ ਇੱਕ ਥਾਂ ਆਉਂਦਾ ਕਹਾਣੀ 'ਚ ਭਈ ਉਹ ਜਦੋਂ ਕੋਈ ਕਹਿੰਦਾ ਉਹ ਜਵਾਨ ਇਹ ਤਾਂ ਭਈ ਪੁੱਤਰ ਬਿਲਕੁਲ ਹੀ ਤੇਰੇ ਵਰਗਾ ਆ, ਤੇ ਉਹਨੂੰ ਔਰਤ ਨੂੰ ਪਤਾ ਆ ਵੀ ਇਹਦਾ ਪੁੱਤਰ ਨਹੀਂ ਹੈ। ਸੋ ਮੈਂ ਸਮਝਣਾ ਵੀ ਇਹ ਬੇਬਾਕੀ ਨਾਲ ਜਿਹੜੀ ਗੱਲ ਕੀਤੀ ਆ ਉਹ ਉਸ ਵੱਡੀ ਸਾਹਿਤਕਾਰਾਂ ਨਾਲੋਂ ਵੀ ਬਹੁਤ ਗਾਂਹ ਦੀ ਆ ਜਿਹੜੀ ਆਪਣੀ ਫਿਕਸ਼ਨ ਦੇ ਵਿੱਚ ਤਾਂ ਚਰਨਜੀਤ ਚੱਲਦਾ ਸਾਰਾ ਕੁਝ। ਫਿਕਸ਼ਨ ਦਾ ਮਤਲਬ ਤਾਂ ਇਹ ਆ ਕਿ ਅਸੀਂ ਵੇਖੀ ਹੋਈ ਘਟਨਾ ਨੂੰ ਉਹਦਾ ਗਲਪੀਕਰਨ ਕਰਨਾ ਹੈਗਾ, ਪਰ ਜੇ ਅਸੀਂ ਸਵੈ ਜੀਵਨੀ ਦੇ ਵਿੱਚ ਵੀ ਇਦਾਂ ਦੀ ਗੱਲ ਕਰਦੇ ਆ ਤਾਂ ਮੇਰਾ ਖਿਆਲ ਆ ਵੀ ਇਹ ਕਿਤੇ ਨਾ ਕਿਤੇ ਸਵੈ ਜੀਵਨੀ ਦੇ ਅਸੂਲ ਨੂੰ ਵੀ ਤੋੜਦੀ ਆ। ਸੋ ਮੈਂ ਸਰਗੀ ਦੀ ਜਿਹੜੀ ਕਹਾਣੀ ਆ, ਕਹਾਣੀ ਤੋਂ ਬਾਹਰਲੀ ਗੱਲ ਮੈਂ ਇੰਨੀ ਕੀ ਕਰਨੀ ਚਾਹੁੰਦਾ ਆ ਕਿ ਮੈਂ ਆਪਣੇ ਦੋ ਦੋਸਤਾਂ ਨਾਲ ਗੱਲ ਕੀਤੀ ਕਿ ਮੈਂ ਸਰਗੀ ਦੀ ਪੁਸਤਕ ਆਪਣੇ ਆਪਣੇ ਮਰਸੀਏ ਪੜ੍ਹ ਰਿਹਾ ਆ, ਤੇ ਉਹ ਦੋ ਜਣੇ ਸੀਗੇ। ਇੱਕ ਤਾਂ ਸਾਡਾ ਹਰਜੀਤ ਸਿੰਘ ਗਿੱਲ ਜਿਹਦੇ ਟੈਲੀਵਿਜ਼ਨ ਤੋਂ ਆ ਚੱਲ ਰਹੀ ਹੈ ਨਾ ਆਪਣਾ ਲਾਈਵ ਟੈਲੀਕਾਸਟ ਹੋ ਰਿਹਾ, ਟੀਮ ਦਾ CEO ਆ। ਉਹ ਮੈਨੂੰ ਕਹਿੰਦਾ ਹਾਂ ਹਾਂ ਮੈਂ ਸਰਗੀ ਨੂੰ ਜਾਣਨਾ ਆ, ਸਰਗੀ ਆਪਣੇ ਚੇਤਨ ਦੀ ਧੀ ਆ, ਉਹ ਤਾਰਾਗੜ੍ਹ ਵਾਲਾ ਚੇਤਨ। ਮੈਨੂੰ ਨਹੀਂ ਪਤਾ ਵੀ ਤਾਰਾਗੜ੍ਹ ਆ ਉਸ ਪਿੰਡ ਦਾ ਨਾਂ, ਉਸ ਪਿੰਡ ਦਾ ਨਾਂ ਪਹਿਲਾਂ ਕੁਝ ਹੋਰ ਵੀ ਸੀਗਾ। ਤੇ ਨਾਲ ਦੀ ਨਾਲ ਹੀ ਮੇਰਾ ਦੋਸਤ ਆ, ਅੱਜ ਕੱਲ ਰੇਡੀਓ ਹੋਸਟ ਆ ਵੈਨਕੂਵਰ ਦੇ ਵਿੱਚ, ਉਹਦਾ ਨਾਂ ਆ ਡਾਕਟਰ ਲਖਵਿੰਦਰ ਗਿੱਲ। ਉਹ ਡਿਪਟੀ ਡਾਇਰੈਕਟਰ ਰਿਟਾਇਰ ਹੋਇਆ ਹੈਗਾ ਕਾਲਜਸ ਦਾ, ਸਾਡਾ ਤੇ ਬੱਚਿਆਂ ਵਰਗਾ ਆ। ਤੇ ਉਹਨੂੰ ਵੀ ਮੈਂ ਦੱਸਿਆ ਵੀ ਮੈਂ ਸਰਗੀ ਦੀ ਪੁਸਤਕ ਪੜ੍ਹ ਰਿਹਾ ਆਪਣੇ ਆਪਣੇ ਮਰਸੀਏ। ਕਹਿੰਦਾ ਸਰਗੀ ਤੇ ਮੇਰੀ ਵਿਦਿਆਰਥਣ ਆ, ਮੈਂ ਜਦੋਂ GCW ਅੰਮ੍ਰਿਤਸਰ ਦੇ ਵਿੱਚ ਅੰਗਰੇਜ਼ੀ ਪੜ੍ਹਾਉਂਦਾ ਸੀਗਾ ਤਾਂ ਸਰਗੀ ਮੇਰੇ ਕੋਲ ਪੜ੍ਹਦੀ ਹੁੰਦੀ ਸੀਗੀ। ਸੋ ਸਰਗੀ ਆਪਣੇ ਕਹਾਣੀ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਆਪਣੀ ਹਸੀਅਤ ਕਰਕੇ, ਆਪਣੀ ਸ਼ਖਸੀਅਤ ਕਰਕੇ, ਆਪਣੇ ਪਰਿਵਾਰ ਕਰਕੇ ਬਾਹਰ ਵੀ ਜਾਣੀ ਜਾਂਦੀ ਆ। ਤੇ ਮੈਂ ਇੱਕ ਗੱਲ ਜਿਹੜੀ ਆ ਅਖੀਰ ਦੇ ਵਿੱਚ ਕਹਿਣੀ ਚਾਹੁੰਦਾ ਆ, ਚਰਨਜੀਤ ਨੂੰ ਟੋਕਣਾ ਪਿਆ ਸੀ, ਸੁਰਜੀਤ ਹੋਣਾ ਨੂੰ, ਮੈਂ ਨਹੀਂ ਚਾਹੁੰਦਾ ਵੀ ਮੈਨੂੰ ਵੀ ਟੋਕਣਾ ਪਵੇ। ਜਾਂਦਿਆਂ ਜਾਂਦਿਆਂ ਮੈਂ ਗੱਲ ਕਰਨੀ ਚਾਹੁੰਦਾ ਆ ਕਿ ਜਿਹੜੀ ਸਰਗੀ ਆ, ਕਹਾਣੀਕਾਰ ਸਰਗੀ ਆ, ਇਹਨੂੰ ਬਿਰਤਾਂਤ ਦੇ ਉੱਤੇ ਆਪਣਾ ਇੰਨਾ ਕਾਬੂ ਆ, ਬਿਰਤਾਂਤ ਦੀ ਭਾਸ਼ਾ ਤੇ ਇੰਨਾ ਕਾਬੂ ਆ ਭਈ ਇਹ ਬਿਰਤਾਂਤ ਦੇ ਘੋੜੇ ਦੀ ਲਗਾਮ ਇਸ ਕਦਰ ਸੰਭਾਲ ਕੇ ਰੱਖਦੀ ਆ ਭਈ ਅਸ਼ਲੀਲਤਾ, ਹਿਰਸ, ਨੰਗੇਜ਼ ਤੇ ਠਰਕ ਤੋਂ ਉਰੇ ਰੋਕ ਲੈਂਦੀ ਆ। ਇਹ ਇਹਦੀ ਤਾਰੀਫ ਆ ਕਿ ਇਹ ਜਿਹੜੀਆਂ ਆਮ ਤੌਰ ਤੇ ਪਾਠਕ ਇਹਨਾਂ ਵਿੱਚੋਂ ਇਹੋ ਜਿਹੇ ਡਾਇਲਾਗ ਚੋਂ ਭਾਲਦਾ ਆ ਤੇ ਉਹਦੇ ਵਿੱਚ ਕਿਤੇ ਅਸ਼ਲੀਲਤਾ ਦਿਖਾਈ ਦੇਣ ਲੱਗ ਪੈਂਦੀ ਆ, ਕਿਤੇ ਨੰਗੇਜ਼ ਦਿਖਾਈ ਦੇਣ ਲੱਗ ਪੈਂਦਾ, ਕਿਤੇ ਹਿਰਸ ਦਿਖਾਈ ਦੇਣ ਲੱਗ ਪੈਂਦੀ ਆ, ਕਿਤੇ ਠਰਕ ਦਿਖਾਈ ਦੇਣ ਲੱਗ ਪੈਂਦਾ। ਪਰ ਸਰਗੀ ਜਿਹੜੀ ਆ ਇਹ ਆਪਣੇ ਬਿਰਤਾਂਤ ਦੇ ਘੋੜੇ ਤੇ ਸਵਾਰ ਭਾਸ਼ਾ ਨੂੰ ਇਸ ਕਦਰ ਬਚਾ ਕੇ ਰੱਖਦੀ ਆ ਭਈ ਇਹਨਾਂ ਚੀਜ਼ਾਂ ਤੱਕ ਇਹ ਗੱਲ ਨਹੀਂ ਪਹੁੰਚਦੀ। ਤੇ ਮੇਰੀ ਇੱਕ ਰਾਏ ਸਰਗੀ ਨੂੰ ਇਹ ਆ ਭਈ ਇਹ ਜਿਸ ਤਰ੍ਹਾਂ ਬਿਰਤਾਂਤ ਦੇ ਘੋੜੇ ਤੇ ਸਵਾਰ ਹੋ ਕੇ ਆਪਣੇ ਬਿਰਤਾਂਤ ਦੀ ਭਾਸ਼ਾ ਨੂੰ ਇਸ ਹੱਦ ਤੱਕ ਨਹੀਂ ਜਾਣ ਦਿੰਦੀ, ਜੇ ਥੋੜਾ ਜਿਹਾ ਘੋੜੇ ਨੂੰ ਉਰੇ ਥੰਮ ਲਵੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਬਿਹਤਰ ਹੋਏਗਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਂ ਇਹਨਾਂ ਲਫ਼ਜ਼ਾਂ ਨਾਲ ਆਪਣੇ ਆਪਣੇ ਮਰਸੀਏ ਦੀ ਕਹਾਣੀਕਾਰ ਸਰਗੀ ਨੂੰ ਵਧਾਈ ਦੇਣਾ। ਬਹੁਤ ਬਹੁਤ ਸ਼ੁਕਰੀਆ ਜਗੀਰ ਸਿੰਘ ਕਾਲੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੇ ਵਧੀਆ ਵਿਚਾਰ ਪੇਸ਼ ਕੀਤੇ। ਤੇ ਅੱਜ ਦੇ ਇਸ ਸੈਮੀਨਾਰ ਦੀ ਕੜੀ ਨੂੰ ਅੱਗੇ ਵਧਾਉਂਦਿਆਂ ਅਸੀਂ ਆਵਾਜ਼ ਦਿੰਦੇ ਹਾਂ ਡਾਕਟਰ ਪ੍ਰਗਟ ਬਰਾੜ ਹੋਰਾਂ ਨੂੰ, ਜੋ ਕਿ ਬਾਬਾ ਫਰੀਦ ਕਾਲਜ ਬਠਿੰਡਾ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾ ਨਿਭਾ ਰਹੇ ਨੇ। ਹਾਂਜੀ ਪ੍ਰਗਟ ਬਰਾੜ ਜੀ ਹਾਜ਼ਰ ਹੋ। ਆਵਾਜ਼ ਆ ਰਹੀ ਹੈ ਮੈਡਮ?
ਹਾਂਜੀ ਆ ਰਹੀ ਹੈ ਜੀ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਬਹੁਤ ਅਕਾਲ। ਬਹੁਤ ਧੰਨਵਾਦ ਮੈਡਮ ਸਰਜੀਤ ਕੌਰ ਤੇ ਗੁਰਮੀਤ ਪਨਾਗ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ। ਤੇ ਉਸ ਤੋਂ ਬਾਅਦ ਮੈਂ ਸੱਚੀ ਦੱਸਾਂ ਤਾਂ ਮੇਰੇ ਲਈ ਬੋਲਣਾ ਬੜਾ ਮੁਸ਼ਕਲ ਹੋ ਰਿਹਾ, ਕਿਉਂਕਿ ਜਿਹੜੇ ਦੋ ਸਾਡੇ ਪਹਿਲਾਂ ਬੁਲਾਰੇ ਬੋਲ ਕੇ ਗਏ ਆ, ਦੋਨੇ ਬੜੇ ਕਾਬਲ ਤੇ ਬੜੇ ਪ੍ਰਬੁੱਧ ਵਿਦਵਾਨ ਨੇ। ਅਕਸਰ ਹੀ ਵੱਡੇ ਬੰਦਿਆਂ ਤੋਂ ਬਾਅਦ ਬੋਲਣਾ ਬੜਾ ਮੁਸ਼ਕਲ ਹੋ ਜਾਂਦਾ। ਤਾਂ ਮੈਂ ਆਪਦੀ ਗੱਲ ਨੂੰ ਥੋੜਾ ਸੰਖੇਪ ਰੱਖਣ ਦੀ ਕੋਸ਼ਿਸ਼ ਕਰੂੰਗਾ। ਮੈਂ ਕੁਝ ਕੁ ਨੁਕਤਿਆਂ ਤੇ ਹੀ ਗੱਲਬਾਤ ਕਰੂੰਗਾ। ਮੈਂ ਕਹਾਣੀਆਂ ਦੇ ਵਿਸਥਾਰ ਦੇ ਵਿੱਚ ਜਾਣਾ ਨਹੀਂ ਚਾਹੁੰਦਾ, ਕਿਉਂਕਿ ਉਹਦੇ ਬਾਰੇ ਮੈਡਮ ਚਰਨਜੀਤ ਜੀ ਨੇ ਬਹੁਤ ਵਿਸਥਾਰਪੂਰਵਕ ਦੱਸਤਾ ਹੈ। ਜਦੋਂ ਅਸੀਂ ਕਹਾਣੀ ਦੀ ਪੁਸਤਕ ਦਾ ਸਿਰਲੇਖ ਦੀ ਗੱਲ ਕਰਦੇ ਹਾਂ, ਆਪਣੇ ਆਪਣੇ ਮਰਸੀ, ਜਿਵੇਂ ਡਾਕਟਰ ਜਗੀਰ ਸਿੰਘ ਕਾਹਲੋਂ ਜੀ ਨੇ ਵੀ ਸੰਕੇਤ ਕੀਤਾ ਸੀਗਾ ਵੀ ਜਿਹੜੀ ਕਿਤਾਬ ਆ ਉਹ ਇੱਕ ਮਰਸੀਏ ਗਾਏ ਗਏ ਆਪਣੇ ਆਪਣੇ ਦੁੱਖਾਂ ਦੀ। ਕਹਾਣੀਆਂ ਦੇ ਵਿੱਚ ਜਿੰਨੇ ਵੀ ਪਾਤਰ ਆਉਂਦੇ ਨੇ, ਸਭ ਨਾਲ ਕਿਤੇ ਨਾ ਕਿਤੇ ਕੋਈ ਪਰਿਵਾਰਕ ਲੈਵਲ ਤੇ, ਕੋਈ ਆਰਥਿਕ ਲੈਵਲ ਤੇ, ਕੋਈ ਸਮਾਜਿਕ ਲੈਵਲ ਉੱਪਰ ਦੁਖਾਂਤ ਵਾਪਰਦਾ ਹੈ, ਤੇ ਉਹਨਾਂ ਦੇ ਦੁਖਾਂਤ ਨੂੰ ਹੀ ਕਹਾਣੀਆਂ ਦੇ ਵਿੱਚ ਸਰਗੀ ਵੱਲੋਂ ਪੇਸ਼ ਕੀਤਾ ਗਿਆ ਹੈ। ਪਰ ਫਿਰ ਵੀ ਜੇ ਅਸੀਂ ਸਮੁੱਚੇ ਰੂਪ ਦੇ ਵਿੱਚ ਪੁਸਤਕ ਦੀ ਗੱਲ ਕਰੀਏ ਤਾਂ ਜਿਹੜੀ ਕੇਂਦਰੀ ਸਰੋਵਰ ਦੀ ਆ ਉਹ ਹੈਗੀ ਆ ਨਾਰੀ ਦੀ ਨਾਬਰੀ, ਜਾਂ ਨਾਰੀ ਚੇਤਨਾ ਕਹਿ ਸਕਦੇ ਹਾਂ, ਜਾਂ ਨਾਰੀਵਾਦ ਦੇ ਪੱਖ ਤੋਂ ਅਸੀਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਕਹਾਣੀਆਂ ਦੇ ਵਿੱਚ ਨਾਰੀ ਦੀ ਵਰਤਮਾਨ ਸਥਿਤੀ ਆ, ਵਰਤਮਾਨ ਦੇ ਵਿੱਚ ਕੀ ਹੋ ਰਿਹਾ, ਜਿਵੇਂ ਇਸ ਪੱਖ ਤੋਂ ਅਸੀਂ ਰੌੜ ਕਹਾਣੀ ਨੂੰ ਲੈ ਸਕਦੇ ਹਾਂ, ਜਾਂ ਇਸ ਪੱਖ ਤੋਂ ਜੇ ਅਸੀਂ ਪ੍ਰਵਾਸ ਦੇ ਵਿੱਚ ਦੇਖਣਾ ਹੋਵੇ ਤਾਂ ਹਾਉਂਟਡ ਹਾਊਸ ਕਹਾਣੀ ਨੂੰ ਲੈ ਸਕਦੇ ਹਾਂ, ਹਨਾ। ਤਾਂ ਮਤਲਬ ਵਰਤਮਾਨ ਸਥਿਤੀ ਕੀ ਆ, ਤੇ ਉਸ ਵਰਤਮਾਨ ਦੇ ਵਿੱਚ ਔਰਤ ਦੀ ਮਨੋਵਿਗਿਆਨਕ, ਸਮਾਜਿਕ, ਪਰਿਵਾਰਕ ਤੇ ਆਰਥਿਕ ਜਿਹੜੇ ਪਹਿਲੂ ਆ ਉਹ ਕਿਵੇਂ ਉਹਨੂੰ ਪ੍ਰਭਾਵਿਤ ਕਰਦੀ ਆ। ਜਿਹੜੀ ਔਰਤ ਆਵਾਸ ਦੇ ਵਿੱਚ ਆ, ਇੱਥੇ ਇੱਕ ਕੇਂਦਰੀ ਨੁਕਤਾ ਇਹ ਵੀ ਬਣਦਾ ਹੈ ਵੀ ਜਿਵੇਂ ਅਸੀਂ ਪਹਿਲਾਂ ਵੀ ਮੈਡਮ ਚਰਨਜੀਤ ਜੀ ਨੇ ਗੱਲ ਕੀਤੀ ਸੀ ਵੀ ਮਰਦਾਵਾਂ ਸਮਾਜ ਕਿਤੇ ਨਾ ਕਿਤੇ ਦੋਸ਼ੀ ਆ। ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਨਾਰੀਵਾਦ ਚਿੰਤਕ ਸਿੱਧਾ ਮਰਦਾਵੇਂ ਪ੍ਰਬੰਧ ਨੂੰ ਸੰਬੋਧਿਤ ਹੋ ਜਾਂਦੇ ਆ। ਮੈਨੂੰ ਲੱਗਦਾ ਵੀ ਇਹਦੇ ਕੇਂਦਰ ਦੇ ਵਿੱਚ ਕਿਤੇ ਨਾ ਕਿਤੇ ਆਰਥਿਕਤਾ ਪਈ ਆ। ਮਰਦ ਕਿਤੇ ਨਾ ਕਿਤੇ ਸਮਾਜ ਦੇ ਉੱਪਰ ਤਾਂ ਡੋਮੀਨੈਂਟ ਦੇ ਤੌਰ ਤੇ ਉਹ ਚੱਲ ਰਿਹਾ, ਕਿਉਂਕਿ ਉਹ ਆਰਥਿਕਤਾ ਉਹਦੇ ਹੱਥ ਦੇ ਵਿੱਚ ਆ। ਹੁਣ ਤੁਸੀਂ ਜਦੋਂ ਅਸੀਂ ਹਾਉਂਟਡ ਹਾਊਸ ਕਹਾਣੀ ਦੇ ਵਿੱਚ ਦੇਖਦੇ ਹਾਂ, ਚਾਹੇ ਸ਼ਰਨ ਇੱਕ ਬਾਂਹ ਤੋਂ ਅਪਾਹਿਜ ਆ, ਉਹਦੀ ਇੱਕ ਬਾਂਹ ਕੱਟੀ ਹੋਈ ਆ, ਪਰ ਕਿਉਂਕਿ ਆਰਥਿਕ ਪੱਖ ਤੋਂ ਸਟਰੋਂਗ ਆ। ਦੂਜੀ ਗੱਲ ਉਹ ਪ੍ਰਵਾਸ ਦੇ ਵਿੱਚ ਆ, ਤੇ ਉਹਦੇ ਨਾਲ ਜਿਹੜਾ ਰੌਣਕ ਸਿੰਘ ਆ ਉਹਦੀ PR ਦਾ ਸੰਬੰਧ ਜੁੜਿਆ ਹੋਇਆ, ਚਾਹੇ ਉਹਦੇ ਨਿੱਜੀ ਹਿੱਤ ਆ, ਪਰ ਕਿਤੇ ਨਾ ਕਿਤੇ ਆਰਥਿਕਤਾ ਇੱਥੇ ਕਿਰਿਆਸ਼ੀਲ ਆ, ਜਿਹਦੇ ਕਰਕੇ ਪਹਿਲਾਂ ਉਹਨੂੰ ਸ਼ਰਨ ਦੇ ਵਿੱਚੋਂ ਆਪਦੀ PR ਦਿਖਦੀ ਆ ਤੇ ਉਹਦੇ ਨਾਲ ਉਹ ਵਿਆਹ ਕਰਵਾਉਂਦਾ, PR ਹੁੰਦਾ ਵੀ ਆ। ਇਸੇ ਤਰ੍ਹਾਂ ਜਦੋਂ ਅਸੀਂ ਮਨੋਵਿਗਿਆਨਕ ਪਹਿਲੂਆਂ ਦੀ ਗੱਲ ਕਰਾਂਗੇ ਤਾਂ ਰੌੜ ਕਹਾਣੀ ਨੂੰ ਦੇਖਿਆ ਜਾ ਸਕਦਾ ਹੈ। ਇੱਕ ਕੁੜੀ ਦੀ ਮਾਂ ਜਾਂ ਇੱਕ ਕੁੜੀ ਦਾ ਬਾਪ ਕਿਸ ਤਰ੍ਹਾਂ ਆਪਦੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਤੋਂ ਭੈਭੀਤ ਹੁੰਦੇ ਆ, ਕਿਹੋ ਜਿਹਾ ਮਾਹੌਲ ਸਾਡੇ ਆਲੇ ਦੁਆਲੇ ਦੇ ਸਮਾਜ ਵਿੱਚ ਬਣ ਰਿਹਾ, ਇਸ ਗੱਲਾਂ ਨੂੰ ਅਸੀਂ ਰੌੜ ਕਹਾਣੀ ਦੇ ਵਿੱਚ ਦੇਖ ਸਕਦੇ ਹਾਂ। ਤੇ ਉਹ ਡਰ ਇੰਨਾ ਕੁ ਵਿਕਰਾਲ ਹੋ ਜਾਂਦਾ ਹੈ ਕਿ ਜਿਹੜਾ ਮੈਂ ਪਾਤਰ ਆ ਉਹ ਇੱਕ ਤਰ੍ਹਾਂ ਦੀ ਮਨੋਰੋਗੀ ਬਣ ਜਾਂਦੀ ਹੈ। ਉਹ ਆਪਦੀ ਸਹੇਲੀ ਕੋਲੇ ਵਾਰ-ਵਾਰ ਜਾਂਦੀ ਆ, ਇੱਕ ਵਾਰ ਨਹੀਂ ਆਉਂਦੀ, 2 ਵਾਰ ਨਹੀਂ ਆਉਂਦੀ, ਬਹੁਤ ਵਾਰ ਉਹਨੂੰ ਲਗਾਤਾਰ ਜਾਣਾ ਪੈਂਦਾ। ਈਵਨ ਕਿ ਕੁਛ ਕੁ ਮੈਡੀਸਨ ਵੀ ਉਹਦੇ ਤੋਂ ਲੈਂਦੀ ਆ। ਉਹ ਸਾਈਕੈਟਰਿਸਟ ਤੱਕ ਵੀ ਸੀਮਿਤ ਨਹੀਂ ਰਹਿੰਦੀ, ਫਿਰ ਉਹ ਬ੍ਰਹਮਚਾਰੀ ਆ ਜਿਹੜਾ ਆਸ਼ਰਮ ਆ ਉਹਦੇ ਚ ਵੀ ਜਾਂਦੀ ਆ, ਹਨਾ। ਤਾਂ ਇਹ ਉਹਦਾ ਮਨੋਵਿਗਿਆਨਕ ਪਹਿਲੂ ਆ। ਜੇ ਪਰਿਵਾਰਕ ਪਹਿਲੂਆਂ ਦੀ ਗੱਲ ਕਰੀਏ ਤਾਂ ਅਸੀਂ ਪਹਿਲੀ ਹੀ ਕਹਾਣੀ ਜਿਹੜੀ ਬਹੁਤ ਕਮਾਲ ਦੀ ਕਹਾਣੀ ਆ, ਮੈਨੂੰ ਜੇ ਮੈਂ ਆਪਣੇ ਲੈਵਲ ਤੇ ਗੱਲ ਕਰਾਂ ਤਾਂ ਜਿਹੜੀ ਪਹਿਲੀ ਕਹਾਣੀ ਆ ਉਹ ਚ ਚੰਨਪ੍ਰੀਤ ਤੇ ਉਹਦਾ ਨਾਂ ਕੀ ਸੀਗਾ, ਇੱਕ ਮਿੰਟ, ਹਾਂ ਹੌਲੀਡੇ ਵਾਈਫ, ਠੀਕ ਹੈ। ਹੌਲੀਡੇ ਵਾਈਫ ਬੜੀ ਕਮਾਲ ਦੀ ਕਹਾਣੀ ਹੈ, ਜਿਸ ਚ ਅਸੀਂ ਔਰਤ ਦੇ ਪਰਿਵਾਰਕ ਪਹਿਲੂਆਂ ਨੂੰ ਸੱਭਿਆਚਾਰਕ ਸੰਦਰਭ ਵਿੱਚ ਦੇਖ ਸਕਦੇ ਹਾਂ। ਜਿਵੇਂ ਮੈਡਮ ਚਰਨਜੀਤ ਜੀ ਨੇ ਗੱਲ ਕੀਤੀ ਸੀ ਵੀ ਕਾਮੁਕ ਹਉਮੈ, ਮੈਂ ਉਸ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਨਹੀਂ ਕਰੂੰਗਾ। ਜੇ ਅਸੀਂ ਉਸ ਐਂਗਲ ਤੋਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਕਾਮੁਕ ਹਉਮੈ ਆ ਉਹ ਵੀ ਮਰਦ ਦੀ ਹਉਮੈ ਤੋਂ ਬਾਅਦ ਜਾਗਦੀ ਆ। ਅਸੀਂ ਇੱਥੇ ਔਰਤ ਦੀ ਕਾਮੁਕ ਹਉਮੈ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿੰਨਾ ਚਿਰ ਉਹਦਾ ਪਤੀ ਉਹਨੂੰ ਇਹ ਨਹੀਂ ਕਹਿੰਦਾ ਵੀ ਤੇਰੇ ਚ ਉਹ ਗੋਰੀਆਂ ਵਾਲਾ ਡੰਗ ਹੈ ਨੀ ਗਾ, ਉਹਨੂੰ ਉਹ ਡੰਗ ਲੱਭਣ ਦੀ ਜਾਂ ਆਪਦੇ ਵਿੱਚੋਂ ਉਹ ਡੰਗ ਪੈਦਾ ਕਰਨ ਦੀ ਉਹਦੇ ਵਿੱਚ ਚਿੰਗਣੀ ਪੈਦਾ ਹੁੰਦੀ। ਉਦੋਂ ਪਹਿਲਾਂ ਉਹ ਆਪਦੇ ਹੁਸਨ ਤੇ ਆਪਦੇ ਖੂਬਸੂਰਤੀ ਤੇ ਉਹਨੂੰ ਗੁਮਾਨ ਆ, ਗਰੂਰ ਆ, ਉਹਨੂੰ ਲੱਗਦਾ ਵੀ ਮੇਰਾ ਪਤੀ ਮੇਰੇ
ਕਿਤੇ ਨਾ ਕਿਤੇ ਪ੍ਰਤੀ ਵਫਾਦਾਰ ਆ, ਪਰ ਜਿਉਂ ਉਹ ਪ੍ਰਵਾਸ ਦੇ ਵਿੱਚ ਜਾਂਦਾ ਹੈ, ਉਹ ਗੋਰੀਆਂ ਨਾਲ ਜਿਹੜੇ ਉਹਦੇ ਸੰਬੰਧ ਬਣਦੇ ਆ, ਜਾਂ ਜਿਹੜਾ ਉੱਥੋਂ ਦੇ ਉਹਦੇ ਕਲਚਰ ਦਾ ਜਿਹੜਾ ਇੱਕ ਸੰਦਰਭ ਆ, ਉਹ ਹੈਗਾ ਬਰਾਬਰੀ ਦਾ, ਲੋੜਾਂ ਦੀ ਬਰਾਬਰੀ, ਜਿਵੇਂ ਕਾਮੁਕਤਾ ਹੀ ਕਹਿ ਲਓ ਚਾਹੇ ਉਹਦੇ ਵਿੱਚ। ਇਹ ਗੱਲ ਵਰਸੇ ਮੇਘ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ, ਜਿੱਥੇ ਜਿਹੜੀ ਰੂਹਮੀਤ ਆ ਉਹ ਹਾਨ ਦੇ ਅੰਬਰ ਦੀ ਗੱਲ ਕਰਦੀ ਆ ਪ੍ਰਤੀਕ ਦੇ ਵਿੱਚ, ਵੀ ਜੇ ਧਰਤ ਨੂੰ ਹਾਨ ਦਾ ਅੰਬਰ ਮਿਲਦਾ ਤਾਂ ਜਿਹੜਾ ਅੰਬਰ ਤੇ ਧਰਤ ਦਾ ਮਿਲਨ ਹੋ ਸਕਦਾ, ਉਹ ਵਰਤ ਸਕਦਾ। ਤਾਂ ਕਿਤੇ ਨਾ ਕਿਤੇ ਜਿਹੜੀ ਕਾਮੁਕ ਸੰਬੰਧਾਂ ਦੇ ਵਿੱਚ ਬਰਾਬਰੀ ਦੀ ਕਹਾਣੀ ਆ ਸਰਗੀ ਆਪਣੀਆਂ ਕਹਾਣੀਆਂ ਦੇ ਵਿੱਚ ਪਾ ਰਹੀ ਆ। ਇਹ ਮਨੋਵਿਗਿਆਨਕ, ਸਮਾਜਿਕ ਤੇ ਪਰਿਵਾਰਕ ਤੇ ਆਰਥਿਕ ਪਹਿਲੂਆਂ ਦੀ ਗੱਲ ਆ ਸੰਖੇਪ ਦੇ ਵਿੱਚ। ਇਸ ਤੋਂ ਬਾਅਦ ਜੇ ਅਸੀਂ, ਕਿਉਂਕਿ ਕਹਾਣੀਕਾਰ ਦਾ ਕੰਮ ਹੁੰਦਾ ਹੈ ਜਾਂ ਨਾਵਲਕਾਰ ਦਾ ਕੰਮ ਹੁੰਦਾ ਹੈ ਆਪਦੀ ਰਚਨਾ ਦੇ ਵਿੱਚ ਸਮੱਸਿਆਵਾਂ ਨੂੰ ਪੇਸ਼ ਕਰਨਾ, ਤੇ ਜਿਹੜਾ ਸਿਆਣਾ ਕਹਾਣੀਕਾਰ ਆ ਜਾਂ ਕਹਿ ਲਓ ਪ੍ਰਬੁੱਧ ਕਹਾਣੀਕਾਰ ਆ ਜਾਂ ਗਲਪਕਾਰ ਆ, ਉਹ ਸਮੱਸਿਆ ਦੇ ਸਮਾਧਾਨ ਵੱਲ ਵੀ ਸੰਕੇਤ ਕਰਦਾ ਹੈ। ਜੇ ਸਮੱਸਿਆਵਾਂ ਦੇ ਸਮਾਧਾਨ ਦੀ ਅਸੀਂ ਗੱਲ ਕਰੀਏ ਤਾਂ ਸਰਗੀ ਦੀਆਂ ਕਹਾਣੀਆਂ ਦੇ ਵਿੱਚ, ਸਰਗੀ ਦੀਆਂ ਕਹਾਣੀਆਂ ਦੇ ਵਿੱਚ ਇੱਕ ਗੱਲ ਬੜੀ ਕਾਮਨ ਆਉਂਦੀ ਆ, ਵੀ ਜਿਹੜੇ ਵੀ ਪਾਤਰ ਨਾਲ ਦੁਖਾਂਤ ਵਾਪਰਦਾ ਹੈ, ਸਾਰੀਆਂ ਕਹਾਣੀਆਂ ਦੇ ਵਿੱਚ ਓਵਰਆਲ ਦੇਖੋ ਤੁਸੀਂ, ਉਹ ਧਰਮ ਵੱਲ ਮੋੜਾ ਕੱਢਦੀ ਹੈ। ਉਹ ਚਾਹੇ ਗੁਰਬਾਣੀ ਦਾ ਸਹਾਰਾ ਲਵੇ, ਚਾਹੇ ਉਹ ਬ੍ਰਹਮਚਾਰੀ ਆਸ਼ਰਮ ਦਾ ਸਹਾਰਾ ਲਵੇ, ਪਰ ਕਿਤੇ ਨਾ ਕਿਤੇ ਜਿਹੜੀ ਉਹਦੀ ਠਾਹਰ ਆ ਉਹ ਧਰਮ ਦੇ ਵਿੱਚ ਜਾ ਕੇ ਬਣਦੀ। ਜਿਹੜੀ ਨਾਰੀ ਧਰਮ ਦੇ ਜਾ ਕੇ ਵਿੱਚ ਠਾਹਰ ਲੱਭ ਰਹੀ ਆ, ਕਿਤੇ ਨਾ ਕਿਤੇ ਅਸੀਂ ਉਹਨੂੰ ਪੂੰਜੀਵਾਦੀ ਦੌਰ ਨਾਲ ਨਹੀਂ ਜੋੜ ਸਕਦੇ। ਉਹ ਇੰਨੀ ਆਧੁਨਿਕ ਜਾਂ ਉੱਤਰ ਆਧੁਨਿਕ ਸਮਾਜ ਦੀ ਨਾਰੀ ਦੇ ਤੌਰ ਤੇ ਉਹ ਪੇਸ਼ ਨਹੀਂ ਹੁੰਦੀ। ਹਾਲਾਂਕਿ ਉਹਦੇ ਵਿੱਚ ਕੁਝ ਰੁਚੀਆਂ ਜਿਹੜੀਆਂ ਨਿੱਜੀ ਰੁਚੀਆਂ ਜਾਂ ਕਾਮਕ ਰੁਚੀਆਂ, ਉਹ ਪੂੰਜੀਵਾਦੀ ਸਮਾਜ ਦੇ ਵਿੱਚੋਂ ਟਰੈਵਲ ਕਰਦੀਆਂ, ਪਰ ਜਿਹੜੀ ਉਹ ਔਰਤਾਂ ਦੀ ਖਸਲਤ ਆ, ਜਿਹੜੀ ਉਹਨਾਂ ਦੇ ਪਾਤਰਾਂ ਦੀ ਖਸਲਤ ਆ, ਉਹ ਪੂਰੀ ਤਰ੍ਹਾਂ ਮੈਨੂੰ ਲੱਗਦਾ ਵੀ ਜਗੀਰਦਾਰੀ ਪ੍ਰਬੰਧ ਵਾਲੀ ਹੈ, ਜਾਂ ਕਹਿ ਲਓ ਪੰਜਾਬੀ ਸਮਾਜ ਵਾਲੀ ਹੈ, ਜਿਹੜੀ ਵਰਤਮਾਨ ਸਥਿਤੀ ਆ। ਕਿਉਂਕਿ ਧਰਮ ਤੋਂ ਜਿਹੜੀ ਦਿਖਾਂਤ ਆ, ਜਿਹੜਾ ਅਸੀਂ ਆਸ-ਪਾਸ ਆਦੇ ਦੇਖਦੇ ਹੋਵਾਂਗੇ, ਜਦੋਂ ਕਿਸੇ ਬੰਦੇ ਤੇ ਭੀੜ ਪੈਂਦੀ ਆ, ਉਹ ਧਰਮ ਵੱਲ ਜਾਂਦਾ, ਉਹ ਚਾਹੇ ਗੁਰਦੁਆਰੇ ਵੱਲ ਭੱਜੇ, ਚਾਹੇ ਉਹ ਮੰਦਿਰ ਵੱਲ ਭੱਜੇ, ਚਾਹੇ ਉਹ ਮਸਜਿਦ ਵੱਲ ਭੱਜੇ। ਤੇ ਇੱਥੇ ਮੈਨੂੰ ਲੱਗਦਾ ਗੁਰਬਾਣੀ ਦਾ ਜਿਹੜਾ ਜ਼ਿਆਦਾ ਆਧਾਰ ਇਸ ਕਰਕੇ ਆ, ਉਹ ਕਿਤੇ ਨਾ ਕਿਤੇ ਲੇਖਕ ਦੀ ਆਪਦੀ ਸ਼ਖਸੀਅਤ ਆ। ਇੱਥੇ ਲੇਖਕ ਦੀ ਸ਼ਖਸੀਅਤ ਕਹਾਣੀਆਂ ਦੇ ਵਿੱਚ ਦਿਖਾਈ ਦਿੰਦੀ ਆ। ਉਹਨਾਂ ਦਾ ਜਿਹੜਾ ਦਾਇਰਾ ਵਿਚਰਨ ਦਾ, ਉਹ ਅੰਮ੍ਰਿਤਸਰ ਦੇ ਲਾਗੇ ਤਾਗੇ ਦਾ ਲਾਜ਼ਮੀ ਉੱਥੇ ਗੁਰਮਤ ਦਾ ਪ੍ਰਭਾਵ ਜ਼ਿਆਦਾ ਆ, ਤਾਂ ਉਹ ਜ਼ਿਆਦਾਤਰ ਉਹ ਗੁਰਮਤ ਵਾਲੇ ਪਾਸੇ ਜਾਂਦੀ। ਕਿਸੇ ਵੀ ਕਹਾਣੀ ਦੇ ਵਿੱਚ ਤੁਹਾਨੂੰ ਜੇ ਧਾਰਮਿਕ ਠਾਰ ਮਿਲਦੀ ਵੀ ਆ, ਬ੍ਰਹਮਚਾਰੀ ਆਸ਼ਰਮ ਨੂੰ ਛੱਡ ਕੇ ਉਹ ਇਸਲਾਮ ਵਾਲੇ ਪਾਸੇ ਵੀ ਨਹੀਂ ਜਾਂਦੀ, ਉਹ ਕਿਸੇ ਜੈਨ, ਬੋਧੀ ਜਾਂ ਕਿਸੇ ਹੋਰ ਧਰਮ ਦਾ ਸਹਾਰਾ ਨਹੀਂ ਦਿੰਦੀ। ਉਹ ਮੁੜ ਕੁੜ ਕੇ ਆਉਂਦੀ ਸਿੱਖ ਧਰਮ ਦੀ ਹੈ। ਜਿੰਨੇ ਵੀ ਉਹ ਸ਼ਬਦਾਂ ਦੇ ਹਵਾਲੇ ਆਉਂਦੇ ਆ, ਜਿੰਨੇ ਵੀ ਉਹ ਆਪਣੇ ਸ਼ਬਦ ਜਾਂ ਕੋਈ ਕੈਸਟ ਚੱਲਦੀ, ਜਿਵੇਂ ਪਹਿਲੀ ਕਹਾਣੀ ਦੇ ਵਿੱਚ ਹੀ, ਉਹ ਸਾਰੇ ਗੁਰਸਿੱਖੀ ਨਾਲ ਜੁੜਦੀ ਹੈ। ਤਾਂ ਮਤਲਬ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਕਹਿ ਲਈਏ ਆਪਾਂ, ਉਹ ਜਿਹੜਾ ਸਮਾਧਾਨ ਆ ਲੇਖਕਾ ਜਾਂ ਜਿਹੜੀ ਕਹਾਣੀਕਾਰ ਹੈ, ਉਹ ਧਰਮ ਦੇ ਵਿੱਚੋਂ ਲੱਭਣ ਦਾ ਯਤਨ ਕਰਦੀ ਹੈ। ਇਹਦੇ ਨਾਲ ਇੱਕ ਕਹਾਣੀ ਬੜੀ ਕਮਾਲ ਦੀ ਆ, ਪਰ ਉਹਦਾ ਮੈਨੂੰ ਲੱਗਿਆ ਕਿਤੇ ਨਾ ਕਿਤੇ ਬਹੁਤਾ ਉਹਦੇ ਵਿੱਚ ਕਲੀਅਰ ਨਹੀਂ ਕਰ ਸਕੀ ਕਹਾਣੀਕਾਰ, ਜਾਂ ਕਹਾਣੀਕਾਰ ਕਲੀਅਰ ਕਰਨਾ ਨਹੀਂ ਸੀ ਚਾਹੁੰਦੀ। ਇਹ ਵੀ ਹੋ ਸਕਦਾ ਹੈ ਵੀ ਉਹ ਦੋਨੇ ਸਥਿਤੀਆਂ ਨੂੰ ਸਮਿਤ ਰੱਖ ਕੇ ਚਿੱਤਰਨਾ ਚਾਹੁੰਦੀ ਸੀ। ਉਹ ਕਹਾਣੀ ਹੈਗੀ ਆ ਨਿੰਦੀ ਤੇ ਚੰਨੀ ਦੀ, ਜਿਹਦੇ ਚ ਦੋ ਬਰਾਬਰ ਕੁੜੀਆਂ, ਦੋਨੇ ਖੂਬਸੂਰਤ ਆ, ਦੋਨਾਂ ਦਾ ਇੱਕੋ ਜਗ੍ਹਾ ਵਿਆਹ ਹੋ ਜਾਂਦਾ ਹੈ, ਦੋਨਾਂ ਦੇ ਪਤੀ ਐਕਸੀਡੈਂਟ ਦੇ ਵਿੱਚ ਸ਼ਹਿਰ ਜਾਂਦੇ ਆ ਤੇ ਇੱਕੋ ਸਮੇਂ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਕਰੀਬਨ ਦੋਨੇ ਹੀ ਅਧਖੜ ਉਮਰ ਤੋਂ ਬਾਅਦ ਜਾਂ ਪਿਛਲੀ ਉਮਰ ਦੇ ਵਿੱਚ ਜਾ ਕੇ ਵਿਧਵਾ ਹੁੰਦੇ ਹੈ। ਦੋਨਾਂ ਦੇ ਹੀ ਵਿਆਹ ਬਾਰੇ ਸੰਬੰਧ ਵੀ ਬਣਦੇ ਆ, ਪਰ ਦੋਨਾਂ ਦੇ ਸੰਬੰਧਾਂ ਦੀ ਬਣਤਰ, ਉਹਨਾਂ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਪਿੱਠ ਭੂਮੀ ਦੇ ਵਿੱਚ ਕਾਰਜਸ਼ੀਲ ਤੱਤ ਆ, ਉਹ ਵੱਖਰੇ ਵੱਖਰੇ ਆ। ਇੱਕ ਪਾਸੇ ਚੰਨੀ ਆ, ਜਿਹੜੀ ਪੰਜਾਬ ਦੇ ਵਿੱਚ ਰਹਿੰਦੀ ਆ, ਆਵਾਸ ਦੇ ਵਿੱਚ ਰਹਿੰਦੀ ਹੋਈ ਆਪਣੇ ਸੱਭਿਆਚਾਰ ਦੇ ਮੁਤਾਬਕ, ਜਿਵੇਂ ਇੱਥੇ ਤੁਸੀਂ ਆਪਾਂ ਦੇਖ ਹੀ ਸਕਦੇ ਹਾਂ, ਸਾਰੇ ਤੁਸੀਂ ਪੰਜਾਬੀ ਕਲਚਰ ਨੂੰ ਸਮਝਦੇ ਹੋ ਵੀ ਜ਼ਮੀਨ ਨੂੰ ਬਚਾਉਣ ਦੇ ਲਈ ਇਹ ਤੋਂ ਪਹਿਲਾਂ ਵੀ ਸਾਡੇ ਇੱਕ ਔਰਤ ਆਪਦੇ ਜੇਠ ਦਿਓਰ ਨੂੰ ਸਾਂਭਦੀ ਰਹੀ ਆ, ਰੋਟੀ ਟੁੱਕ ਦਿੰਦੀਆਂ ਰਹੀਆਂ। ਏਦਾਂ ਦਾ ਸਾਡੇ ਕਲਚਰ ਹੈਗਾ, ਸਾਡੇ ਕਲਚਰ ਏਦਾਂ ਦੀ ਪ੍ਰਵਾਨਗੀ ਹੈਗੀ ਆ। ਤੇ ਇੱਥੇ ਚੰਨੀ ਵੀ ਕੁਛ ਇਸੇ ਤਰ੍ਹਾਂ ਦੀ ਹੀ ਪ੍ਰਵਾਨਗੀ ਲੈਂਦੀ ਆ। ਦੂਜੀ ਉਹ ਜਿਹੜੀ ਉਹਦੇ ਵਿੱਚ ਆ, ਜੋਗੇ ਨਾਲ ਉਹਦੇ ਸੰਬੰਧ, ਜੋਗੇ ਨਾਲ ਨਹੀਂ, ਸ਼ਾਇਦ ਜੋਗੇ ਨਾਲ, ਹਾਂ ਜੋਗੇ ਨਾਲ ਹੀ ਉਹਦੇ ਸੰਬੰਧ ਬਣਦੇ ਆ, ਜਿਹਦੇ ਤੋਂ ਉਹ ਬੇਟਾ ਵੀ ਲੈਂਦੀ ਆ। ਸਾਡੇ ਕੋਲ ਇਹਦਾ ਬਦਲਵਾਂ ਰੂਪ ਇੱਕ ਪਹਿਲਾਂ ਸਾਡੇ ਰਮਾਇਣ ਦੇ ਵਿੱਚ ਦੇਖੋ, ਚਾਹੇ ਮਹਾਭਾਰਤ ਦੇ ਵਿੱਚ ਦੇਖੋ, ਇਹਦਾ ਬਦਲਵਾਂ ਰੂਪ ਸਾਡੇ ਕੋਲ ਰਿਸ਼ੀ ਮੁਨੀ ਦੇ ਰੂਪ ਦੇ ਵਿੱਚ ਮਿਲਦਾ ਹੈ।
ਜਦੋਂ ਕਿਸੇ ਔਰਤ ਦੇ ਬੱਚਾ ਨਹੀਂ ਹੁੰਦਾ ਜਾਂ ਕੋਈ ਔਰਤ ਦੀ ਕੁੱਖਾਰੀ ਨਹੀਂ ਹੁੰਦੀ ਤਾਂ ਉਹਨੂੰ ਡੇਰੇ ਦੇ ਵਿੱਚ ਸੰਤਾਂ ਦੇ ਕੋਲ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਹਾਭਾਰਤ ਰਾਮਾਇਣ ਤੋਂ ਤੁਸੀਂ ਦੇਖ ਸਕਦੇ ਹੋ, ਹੁਣ ਤੱਕ ਕਿਤੇ ਚੱਲਦਾ ਹੈ। ਇੱਥੇ ਉਹ ਡੇਰੇ ਜਾਣ ਦੀ ਥਾਂ ਉਹ ਆਪਦੇ ਕਿਸੇ ਨਿਗਦੇ ਪਾਤਰ ਜਿਹੜਾ ਜੋਗਾ ਹੈ, ਉਹ ਸ਼ਾਇਦ ਉਹਦਾ ਜੇਠ ਜਾਂ ਦਿਓਰ ਲੱਗਦਾ ਹੈ, ਉਹਦੇ ਕੋਲੇ ਪਹੁੰਚਦੀ ਹੈ। ਸੇਮ ਇਸੇ ਤਰ੍ਹਾਂ ਪਹਿਲੀ ਕਹਾਣੀ ਦੇ ਵਿੱਚ ਵੀ ਉਹ ਆਪਦੇ ਨਿਗਦੇ ਜੇਠ ਕੋਲ ਪਹੁੰਚਦੀ ਹੈ, ਚੰਨਪ੍ਰੀਤ, ਜਿੱਥੇ ਉਹ ਆਪਦੇ ਪਤੀ ਦੇ ਬਰਾਬਰ ਜਿਹੜਾ ਉਹ ਤੋਂ ਬਦਲਾ ਲੈਣ ਦੀ ਵਿਰਤੀ ਕਹਿ ਲਓ ਜਾਂ ਉਹਦੇ ਬਰਾਬਰ ਖੜਨ ਦੀ ਵਿਰਤੀ ਕਹਿ ਲਓ। ਮੈਂ ਬਦਲਾ ਨਹੀਂ ਕਹੂੰਗਾ, ਮੈਨੂੰ ਲੱਗਦਾ ਵੀ ਉਹਦੇ ਬਰਾਬਰਤਾ ਤੇ ਉਹ ਜਾ ਕੇ ਖੜਨਾ ਚਾਹੁੰਦੀ ਆ। ਪਰ ਕਿਤੇ ਨਾ ਕਿਤੇ ਜਿਹੜੀ ਉਹ ਔਰਤ ਪਾਤਰ ਆ, ਚਾਹੇ ਉਹ ਚੰਨਪ੍ਰੀਤ ਆ, ਚਾਹੇ ਉਹ ਚੰਨੀ ਆ ਤੇ ਚਾਹੇ ਉਹ ਨਿੰਦੀ ਆ, ਉਹਨਾਂ ਦਾ ਜਿਹੜਾ ਬਰਾਬਰਤਾ ਦਾ ਲੈਵਲ ਆ ਉਹ ਸਿਰਫ ਕਾਮੁਕਤਾ ਤੱਕ ਹੀ ਸੀਮਿਤ ਹੋ ਜਾਂਦਾ। ਕਿਉਂਕਿ ਜਦੋਂ ਅਸੀਂ ਚੰਨਪ੍ਰੀਤ ਦੀ ਗੱਲ ਕਰਦੇ ਹਾਂ ਤਾਂ ਇੱਕ ਡਾਇਲਾਗ ਆਉਂਦਾ ਕਹਾਣੀ ਦੇ ਵਿੱਚ ਵੀ ਹੁਣ ਮੈਂ ਉਹਦੀ ਪਤਨੀ ਨਹੀਂ, ਹੁਣ ਮੈਂ ਪੁੱਤ ਦੀ ਮਾਂ। ਤਾਂ ਇੱਥੇ ਵੀ ਤਾਂ ਉਹ ਮਰਦ ਤੇ ਹੀ ਕਹਿ ਲਓ ਨਿਰਭਰ ਹੋ ਰਹੀ ਆ। ਉਹ ਜੇ ਆਪਦੇ ਪਤੀ ਤੇ ਨਹੀਂ ਤਾਂ ਆਪਦੇ ਪੁੱਤ ਤੇ ਨਿਰਭਰ ਹੋ ਰਹੀ ਆ। ਤਾਂ ਕਿਤੇ ਨਾ ਕਿਤੇ ਉਹ ਮਰਦਾਵੇਂ ਸਮਾਜ ਦੇ ਵਿੱਚ ਬਰਾਬਰੀ ਤਾਂ ਨਹੀਂ ਲੱਭ ਰਹੀ, ਪਰ ਉਹਨੇ ਆਪਦਾ ਆਸਰਾ ਬਦਲ ਲਿਆ। ਜਿਹੜੀ ਬਰਾਬਰੀ ਆ ਉਹ ਡੰਗ ਦੀ ਗੱਲ ਆ, ਉਹ ਕਿਤੇ ਨਾ ਕਿਤੇ ਸਿਰਫ ਮੈਨੂੰ ਲੱਗਦਾ ਵੀ ਕਾਮੁਕਤਾ ਦੇ ਲੈਵਲ ਤੱਕ ਹੀ ਦਿਖਾਈ ਦਿੰਦੀ ਆ। ਇਸੇ ਤਰ੍ਹਾਂ ਦੀ ਬਰਾਬਰਤਾ ਹੀ ਸਾਨੂੰ ਵਰਸੇ ਮੇਘ ਦੇ ਵਿੱਚ ਵੀ ਮਿਲਦੀ ਆ। ਉੱਥੇ ਵੀ ਜਿਹੜਾ ਉਹ ਹਾਨ ਦਾ ਜੇ ਉਹ ਸ਼ਿਵਦੇਵ ਉਹਨੂੰ ਮਿਲਦਾ ਤਾਂ ਉਹਨਾਂ ਦੇ ਸੰਬੰਧ ਬਣਦੇ ਆ। ਜਿੰਨਾ ਚਿਰ ਉਹਨੂੰ ਲੱਗਦਾ ਵੀ ਮੇਰੀ ਬਰਾਬਰੀ ਤੇ ਉਹ ਨਹੀਂ, ਉਹ ਵਰਤਨ ਵਾਲੇ ਪਾਸੇ ਆ ਜਾਂ ਭੋਗ ਵਿਲਾਸ ਵਾਲੇ ਪਾਸੇ, ਉਹਨਾਂ ਚਿਰ ਉਹਨਾਂ ਦੇ ਵਿੱਚ ਦੂਰੀ ਕਾਇਮ ਰਹਿੰਦੀ ਆ। 2-2.5 ਸਾਲ ਦਾ ਜਿਹੜਾ ਉਹਨਾਂ ਦਾ ਸੰਬੰਧ ਚੱਲਦਾ। ਪਰ ਉੱਥੇ ਵੀ ਜਿਹੜੀ ਬਰਾਬਰਤਾ ਹੈ ਉਹ ਜਾਂ ਤਾਂ ਪੇਪਰ ਦੇ ਵਿੱਚ ਨਾਂ ਨੂੰ ਲੈ ਕੇ, ਪੜ੍ਹਨ ਨੂੰ ਲੈ ਕੇ ਜਿਹੜਾ ਗਿਆਨ ਦੇ ਲੈਵਲ ਤੱਕ ਦਿਖਾਈ ਦਿੰਦੀ ਆ, ਤੇ ਜਾਂ ਉਹ ਕਾਮੁਕਤਾ ਦੇ ਲੈਵਲ ਤੱਕ ਦਿਖਾਈ ਦਿੰਦੀ ਹੈ। ਮਤਲਬ ਸਮਾਜਿਕ ਲੈਵਲ ਦੇ ਵਿੱਚ ਜਾਂ ਸਮਾਜਿਕ ਪੱਖ ਤੋਂ ਜਾਂ ਆਰਥਿਕ ਪੱਖ ਤੋਂ ਬਹੁਤ ਸਾਰੀਆਂ ਇਸਤਰੀਆਂ ਜਿਹੜੇ ਪਾਤਰ ਇਹਦੇ ਵਿੱਚ ਕਹਾਣੀ ਸੰਗ੍ਰਹਿ ਦੇ ਵਿੱਚ ਆਉਂਦੇ ਆ, ਉਹ ਬਰਾਬਰੀ ਨਹੀਂ ਕਰ ਪਾਉਂਦੇ ਪ੍ਰਵਾਸੀਆਂ ਨੂੰ ਛੱਡ ਕੇ। ਜੇ ਪ੍ਰਵਾਸੀ ਪਾਤਰ ਬਰਾਬਰੀ ਕਰਦੇ ਵੀ ਆ, ਚਾਹੇ ਉਹ ਸ਼ਰਨ ਆ ਚਾਹੇ ਉਹ ਨਿੰਦੀ ਆ, ਪਰ ਉਹਨਾਂ ਨਾਲ ਵੀ ਅਲਟੀਮੇਟਲੀ ਮਰਦਾਵੇਂ ਸਮਾਜ ਵੱਲੋਂ ਉਹਨਾਂ ਦੀ ਝੋਲੀ ਦੇ ਵਿੱਚ ਦਿਖਾਂਤ ਹੀ ਪੈਂਦਾ। ਚਾਹੇ ਤਾਂ ਜਿਵੇਂ ਉਹ ਮੈਡਮ ਚਰਨਜੀਤ ਨੇ ਗੱਲ ਕੀਤੀ ਸੀ ਵੀ ਨਿੰਦੀ ਆ, ਉਹ ਆਪਦੇ ਰਿਸ਼ਤੇਦਾਰਾਂ ਨੂੰ, ਆਪਦੇ ਪਰਿਵਾਰ ਨੂੰ, ਆਪਦੇ ਘਰ ਨੂੰ ਦੇਖਣਾ ਚਾਹੁੰਦੀ ਆ, ਪਰ ਉਹਨੂੰ ਪਤਾ ਵੀ ਮੇਰਾ ਸੰਬੰਧ ਮੁੱਕ ਚੁੱਕਿਆ। ਉਹਨੂੰ ਪੰਜਾਬੀ ਸਮਾਜ ਨੇ, ਪੰਜਾਬੀ ਸੱਭਿਆਚਾਰ ਨੇ ਕਿਤੇ ਕਬੂਲਣਾ ਨਹੀਂਗਾ। ਇਸ ਕਰਕੇ ਜਿਹੜੀ ਉਹ ਸਿਰਫ ਆਪਦੀ ਸਹੇਲੀ ਕੋਲੇ ਪਹੁੰਚ ਕਰਦੀ ਆ। ਤੇ ਦੂਜੇ ਪਾਸੇ ਜਿਹੜੀ ਹੌਂਟਡ ਹਾਊਸ ਦੇ ਵਿੱਚ ਸ਼ਰਨ ਆ, ਚਾਹੇ ਉਹ ਪ੍ਰਵਾਸ ਦੀ ਔਰਤ ਆ, ਚਾਹੇ ਉਹਦੇ ਆਰਥਿਕਤਾ ਸਟਰੋਂਗ ਆ, ਪਰ ਜਿਹੜਾ ਜਗੀਰੂ ਵਿਰਤੀਆਂ ਵਾਲਾ ਰੌਣਕ ਸਿੰਘ ਆ, ਉਹ ਉਹਦੀ ਝੋਲੀ 'ਚ ਵੀ ਦਿਖਾਂਤ ਪਾਉਂਦਾ। ਤੇ ਇਹ ਨਹੀਂ ਵੀ ਉਹ ਅਵਚੇਤਨੀ ਤੌਰ ਤੇ ਪਾਉਂਦਾ, ਉਹ ਆਪਦੀ ਈਗੋ ਨੂੰ ਲੈ ਕੇ, ਆਪਦੀ ਉਹ ਕਹਿ ਸਕਦੇ ਪੂਰੀ ਤਰ੍ਹਾਂ ਸੁਚੇਤਤਾ ਦੇ ਵਿੱਚ। ਇੱਕ ਜਗ੍ਹਾ ਉਹ ਕਹਿੰਦਾ ਵੀ ਆ ਵੀ ਜਿੰਨੀ ਸ਼ਰਨ ਹੁਣ ਦੁਖੀ ਹੁੰਦੀ ਆ, ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ। ਮੈਂ ਬਹਾਨੇ ਲੱਭਦਾ ਹੈ ਕਿੱਥੇ ਮੈਂ ਉਹਨੂੰ ਟੌਰਚਰ ਕਰ ਸਕਾਂ, ਕਿੱਥੇ ਉਹਨੂੰ ਮੈਂ ਦੁਖੀ ਕਰ ਸਕਾਂ। ਤਾਂ ਜੇ ਸੰਖੇਪ ਦੇ ਵਿੱਚ ਮੈਂ ਸਮੁੱਚੇ ਸਮਾਧਾਨ ਦੀ ਗੱਲ ਕਰਨੀ ਹੋਵੇ ਤੇ ਔਰਤ ਪਾਤਰਾਂ ਦੇ ਖੜਨ ਦੀ ਗੱਲ ਕਰਨਾ ਹੋਵੇ, ਤਾਂ ਉਹ ਕਿਸੇ ਠੋਸ ਭਵਿੱਖ ਵੱਲ ਨਹੀਂ ਤੁਰਦਿਆਂ ਦਿਖਾਈ ਦਿੰਦੀਆਂ ਜਿੱਥੇ ਉਹਨਾਂ ਦੀ ਬਰਾਬਰਤਾ ਹਾਸਲ ਹੋਵੇ। ਉਹ ਕਾਮੁਕਤਾ ਤੇ ਕਿਤੇ ਨਾ ਕਿਤੇ ਆਰਥਿਕ ਪੱਖ ਤੇ ਥੋੜਾ ਬਹੁਤ ਦਿਖਾਈ ਦਿੰਦੀਆਂ ਜਾਂ ਗਿਆਨ ਦੇ ਪੱਖ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਕੁਛ ਕੁ ਹੋਰ ਨੁਕਤਿਆਂ ਤੇ ਗੱਲ ਕਰਨੀ ਹੋਵੇ, ਧਰਮ ਦੀ ਗੱਲ ਕੀਤੀ ਸੀ ਮੈਂ ਪਹਿਲਾਂ ਵੀ ਜਿਹੜੇ ਪਾਤਰ ਉਹ ਧਰਮ ਵੱਲ ਜਾਂਦੇ ਆ। ਤਾਂ ਇਹਦੇ ਵਿੱਚ ਇੱਕ ਕਹਾਣੀ ਆਉਂਦੀ ਆ ਰਬਾਬੀ, ਬਹੁਤ ਕਮਾਲ ਦੀ ਕਹਾਣੀ ਆ, ਬੜਾ ਤਗੜਾ ਵਿਅੰਗ ਕਰਦੀ ਆ। ਖਾਸ ਤੌਰ ਤੇ ਜਿਹੜੀਆਂ ਧਰਮ ਦੇ ਨਾਂ ਤੇ ਸੰਸਥਾਵਾਂ ਬਣੀਆਂ ਜਾਂ ਧਾਰਮਿਕ ਫੰਡਾਂ ਦੇ ਨਾਲ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ, ਚਾਹੇ ਉਹ ਕਾਲਜ ਆ, ਸਕੂਲ ਆ ਜਾਂ ਗੁਰਦੁਆਰੇ ਆ, ਤੇ ਇਹਦੇ ਨਾਲ ਹੀ ਉਹ ਧਰਮ ਦੇ ਵਿਅੰਗ ਦੇ ਨਾਲ ਨਾਲ ਜਿਹੜੀ ਅਧਿਆਪਕਾਂ ਦਾ ਸ਼ੋਸ਼ਣ ਹੋ ਰਿਹਾ। ਉਹ ਕੱਚੇ ਪੱਕੇ ਅਧਿਆਪਕ ਆ ਜਿਹੜੇ ਉਹ ਜਾਂ ਟੈਂਪਰੇਰੀ ਆ ਜਾਂ ਮੈਨੇਜਮੈਂਟ ਦੇ ਕੋਟੇ 'ਚ ਆ, ਜਾਂ ਕਿਵੇਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਕਿਵੇਂ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ, ਉਹ ਚੀਜ਼ਾਂ ਵੀ ਬੜੀ ਖੂਬਸੂਰਤੀ ਨਾਲ ਇਹਦੇ ਵਿੱਚ ਪੇਸ਼ ਕੀਤੀਆਂ ਨੇ। ਵਰਸੇ ਮੇਘ ਕਹਾਣੀ ਦੇ ਵਿੱਚ ਜਿਹੜਾ ਉਚੇਰੀ ਸਿੱਖਿਆ ਦਾ, ਜਿਵੇਂ ਜਗੀਰ ਸਿੰਘ ਕਾਲੋ ਜੀ ਇਹਦੇ ਬਾਰੇ ਗੱਲਬਾਤ ਕਰ ਚੁੱਕੇ ਆ, ਮੈਂ ਇਹਦੇ ਬੜਾ ਵਿਸਥਾਰ ਦੇ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕਰੂੰਗਾ। ਉਚੇਰੀ ਸਿੱਖਿਆ ਦੇ ਵਿੱਚ ਜੋ ਸਾਡੀ ਮੈਨੂੰ ਲੱਗਦਾ ਉਹ ਗਿਰਾਵਟ ਸਾਡੀ ਉਚੇਰੀ ਸਿੱਖਿਆ ਦੇ ਵਿੱਚ ਨਹੀਂ, ਉਹ ਸਾਡੇ ਜਿਹੜੇ ਕਿਰਦਾਰ ਆ ਉਹਨਾਂ ਦੇ ਵਿੱਚ ਪਹੁੰਚ ਚੁੱਕੀ ਆ। ਉਹ ਕਿਰਦਾਰ ਮਨੁੱਖੀ ਕਿਰਦਾਰ ਸਾਡਾ ਏਦਾਂ ਦਾ ਬਣ ਗਿਆ ਵੀ ਚਾਹੇ ਕੋਈ 5 ਰੁਪਈਆਂ ਦੀ ਠੱਗੀ ਮਾਰ ਸਕਦਾ, ਚਾਹੇ ਕੋਈ 5 ਲੱਖ ਦੀ। ਜਿੱਥੇ ਜਿੰਨਾ ਉਹਨੂੰ ਮੌਕਾ ਮਿਲਦਾ ਉਹ ਬੇਈਮਾਨੀ, ਠੱਗੀ, ਕਮੀਨ ਕਰਨ ਲਈ ਤਿਆਰ ਆ।
ਚਾਹੇ ਉਹ ਅਧਿਆਪਕ ਆ, ਚਾਹੇ ਉਹ ਗਾਈਡ ਆ, ਚਾਹੇ ਕਿਸੇ ਉਹ ਧਾਰਮਿਕ ਸੰਸਥਾ ਦਾ ਪਹਿਰੇਦਾਰ ਆ, ਕਿਸੇ ਵੀ ਜਗ੍ਹਾ ਤੇ ਕੋਈ ਵਿਅਕਤੀ ਖੜਾ ਹੈ ਪਰ ਉਹ ਬੇਈਮਾਨੀ ਕਰਨ ਦੇ ਲਈ ਹਰ ਪਲ ਤਿਆਰ ਆ, ਉਹਨੂੰ ਮੌਕਾ ਮਿਲਣਾ ਚਾਹੀਦਾ। ਇਹ ਚੀਜ਼ਾਂ ਵੀ ਬੜੀਆਂ ਖੂਬਸੂਰਤ ਤਰੀਕੇ ਨਾਲ ਸਰਗੀ ਨੇ ਪੇਸ਼ ਕੀਤੀਆਂ। ਉਸ ਤੋਂ ਬਾਅਦ ਮੈਂ ਸਰਗੀ ਦੀ ਪ੍ਰਤੀਕਾਂ ਦੀ ਗੱਲ ਕਰਨਾ ਚਾਹੂੰਗਾ। ਕਹਾਣੀ ਦੇ ਪਾਤਰ ਆ ਜਿਹੜੇ ਕਹਾਣੀਆਂ ਦੇ, ਜਿਵੇਂ ਕੁਸ਼ਕ ਦੇ ਸ਼ਿਵਦੇਵ, ਸ਼ਿਵ ਇੱਕ ਜਿਹੜਾ ਸਾਡੇ ਦੇਵਤੇ ਦੀ ਵੀ ਗੱਲ ਹੁੰਦੀ ਹੈ, ਦੇਵ ਦੇ ਨਾਲ ਅਸੀਂ ਇੰਦਰ ਨੂੰ ਜੋੜ ਕੇ ਦੇਖ ਸਕਦੇ ਹਾਂ। ਰੂਹ ਮੀਤ, ਰੂਹ ਦੇ ਮੀਤ ਦੀ ਗੱਲ ਕਰਦੀ ਆ। ਚੰਨਪ੍ਰੀਤ ਜਿਹੜੇ ਚੰਨ ਦੇ ਨਾਲ ਪ੍ਰੀਤ ਪਾਉਂਦੀ ਆ। ਬਖਤਾਵਰ ਆ ਜਿਹੜਾ ਤਕੜਾ ਹੈ, ਬਖਤਾਵਰ ਆ, ਪਰ ਇੱਥੇ ਉਹ ਤਰਸ ਦੇ ਪਾਤਰ ਦੇ ਤੌਰ ਤੇ ਪੇਸ਼ ਹੁੰਦਾ ਹੈ। ਇਸੇ ਤਰ੍ਹਾਂ ਮੌਸਮ ਕਿਹੋ ਜਿਹਾ, ਚੰਨ ਅਸਮਾਨ ਦੇ ਵਿੱਚ ਇਕੱਲਾ, ਉਹਦੇ ਇਰਦ ਗਿਰਦ ਬਹੁਤ ਸਾਰੇ ਤਾਰੇ ਆ ਜਿਹੜੇ ਉਹ ਗੋਰੀਆਂ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਉਹ ਪੇਸ਼ ਕਰਦੀ ਆ। ਕਾਲੀ ਰਾਤ ਆ ਜਿਹੜੀ ਉਹ ਭਰ ਜਵਾਨੀ ਤੇ ਕਾਮਕ ਉਤੇਜਨਾਵਾਂ ਦੇ ਵੇਗ ਦੀ ਗੱਲ ਆ। ਇਸੇ ਤਰ੍ਹਾਂ ਅਮਰਤ ਸਿੰਘ ਆ ਜਿਹੜਾ ਬਖਤਾਵਰ ਦਾ ਲੜਕਾ ਹੈ। ਰੌਣਕ ਸਿੰਘ ਆ ਜਿਹੜਾ ਹੌਂਟਡ ਹਾਊਸ ਕਹਾਣੀ ਦਾ ਪਾਤਰ ਆ। ਬਹੁਤ ਸਾਰੇ ਨਾਮ ਮੈਨੂੰ ਲੱਗਦਾ ਵੀ ਕਹਾਣੀਕਾਰਾਂ ਨੇ ਸੁਚੇਤ ਤੌਰ ਤੇ ਰੱਖੇ ਆ, ਕਿਉਂਕਿ ਕੁਛ ਕੁ ਪਾਤਰ ਏਦਾਂ ਦੇ ਆ ਜਿਹੜੇ ਆਪਦੇ ਨਾਂ ਦੇ ਅਨੁਕੂਲ ਪ੍ਰਕਾਰਜ ਕਰਦੇ ਆ ਕਹਾਣੀਆਂ ਦੇ ਵਿੱਚ, ਤੇ ਕੁਝ ਕੁ ਦਾ ਪ੍ਰਕਾਰਜ ਤੇ ਉਹਨਾਂ ਦਾ ਕਿਰਦਾਰ ਆਪਦੇ ਨਾਂ ਦੇ ਬਿਲਕੁਲ ਉਲਟਾ। ਉਲਟ ਵਾਲੇ ਦੇ ਵਿੱਚ ਅਸੀਂ ਬਖਤਾਵਰ ਤੇ ਰੌਣਕ ਸਿੰਘ ਤੇ ਅਮਰਤ ਨੂੰ ਦੇਖ ਸਕਦੇ ਹਾਂ, ਜਿਹੜੇ ਆਪਣੇ ਨਾਮ ਦੇ ਉਲਟ ਬਿਲਕੁਲ ਕਿਰਦਾਰ ਨਿਭਾਉਂਦੇ ਆ। ਤੇ ਚੰਨਪ੍ਰੀਤ, ਸ਼ਿਵਦੇਵ, ਰੂਹਮੀਤ ਉਹ ਆਪਦੇ ਨਾਂ ਦੇ ਸਰੂਪ ਹੀ ਕਹਾਣੀ ਦੇ ਵਿੱਚ ਕਿਰਿਆਸ਼ੀਲ। ਇਸ ਤੋਂ ਇਲਾਵਾ ਕਹਾਣੀਆਂ ਦੇ ਵਿੱਚ ਰਾਜਨੀਤਿਕ ਚੇਤਨਾ ਵੀ ਥੋੜੀ ਬਹੁਤ ਦਿਖਾਈ ਦਿੰਦੀ ਆ। ਰਾਜਨੀਤਿਕ ਵਿਅੰਗ ਆ, ਪ੍ਰਸ਼ਾਸਨ ਕਿੱਦਾਂ ਦਾ ਕੰਮ ਕਰਦਾ, ਚਾਹੇ ਉਹ ਕਾਲਜਾਂ ਦਾ, ਚਾਹੇ ਉਹ ਕਿਸੇ ਧਾਰਮਿਕ ਸੰਸਥਾ ਦਾ, ਚਾਹੇ ਉਹ ਬ੍ਰਹਮਚਾਰੀ ਆਸ਼ਰਮ ਦਾ, ਉੱਥੋਂ ਦੇ ਪ੍ਰਸ਼ਾਸਨ ਦੇ ਵਿੱਚ ਕਿਹੋ ਜਿਹੀ ਕਾਰਗੁਜ਼ਾਰੀ ਹੋ ਰਹੀ ਆ। ਜਿਵੇਂ ਉਹ ਕਹਿੰਦੀ ਵੀ ਇੱਥੇ ਹਮਾਮ ਦੇ ਵਿੱਚ ਸਾਰੇ ਨੰਗੇ ਆ, ਪਰ ਨਾਲ ਹੀ ਜਿਹੜੀ ਚੰਨੀ ਕਹਿੰਦੀ ਆ ਵੀ ਪਰ ਪਰਦੇ ਦੇ ਵਿੱਚ ਰਹਿਣਾ ਵੀ ਮੈਨੂੰ ਚੰਗਾ ਲੱਗਦਾ, ਜਾਂ ਪਰਦੇ ਦਾ ਵੀ ਆਪਣਾ ਇੱਕ ਸਲੀਕਾ ਹੁੰਦਾ, ਇੱਕ ਆਪਣੀ ਭੂਮਿਕਾ ਹੁੰਦੀ ਹੈ। ਤਾਂ ਕਹਿਣ ਦਾ ਭਾਵ, ਜੇ ਮੈਂ ਮੋਟੇ ਰੂਪ ਦੇ ਵਿੱਚ ਸੰਖੇਪ ਦੇ ਗੱਲ ਦੀ ਨਿਚੋੜ ਦੀ ਗੱਲ ਕਰਨੀ ਹੋਵੇ, ਤਾਂ ਔਰਤ ਪਾਤਰਾਂ ਮਰਦਾਵੇਂ ਸਮਾਜ ਦੇ ਵਿੱਚ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਦੇ ਹਿੱਸੇ ਦੁਖਾਂਤ ਆ ਰਿਹਾ, ਉਹਨਾਂ ਦੀ ਝੋਲੀ ਦੇ ਵਿੱਚ ਦੁਖਾਂਤ ਪਾ ਰਿਹਾ, ਪਰ ਨਾਲ ਹੀ ਉਹ ਸਟਰਗਲ ਤੋਂ, ਸੰਘਰਸ਼ ਤੋਂ ਪਰੇ ਵੀ ਨਹੀਂ ਹੁੰਦੀਆਂ। ਆਉਣ ਵਾਲਾ ਭਵਿੱਖ ਉਹਨਾਂ ਦਾ ਬਹੁਤਾ ਸਾਨੂੰ ਦਿਖਦਾ ਵੀ ਸੁਨਹਿਰੀ ਹੋ ਸਕਦਾ ਹੈ। ਇਸੇ ਸੁਨਹਿਰੀ ਭਵਿੱਖ ਦੀ ਆਸ ਹੀ ਮੈਨੂੰ ਡਾਕਟਰ ਸਰਗੀ ਤੋਂ ਆ। ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਹਾਣੀਆਂ, ਜਿਸ ਤਰ੍ਹਾਂ ਉਹਨਾਂ ਦੇ ਵਿਸ਼ੇ ਨਿਭਾਏ ਆ, ਖਾਸ ਤੌਰ ਤੇ ਜਦੋਂ ਅਜਿਹੇ ਵਿਸ਼ਿਆਂ ਨੂੰ ਅਸੀਂ ਲੈਂਦੇ ਹਾਂ ਤਾਂ ਇੱਕ ਔਰਤ ਕਹਾਣੀਕਾਰਾਂ ਦੇ ਲਈ ਇਹੋ ਜਿਹੇ ਵਿਸ਼ਿਆਂ ਨੂੰ ਨਿਭਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਉਹ ਕਿਤੇ ਨਾ ਕਿਤੇ ਕਾਮੁਕਤਾ ਵਾਲੇ ਜਾਂ ਜਿਹੜੇ ਪ੍ਰੇਮੀ ਪ੍ਰੇਮਿਕਾ ਤੇ ਪਤਨੀ ਦੇ ਤਿਰਕੋਣੇ ਸੰਬੰਧਾਂ ਨੂੰ ਪੇਸ਼ ਕਰਨ ਵੇਲੇ ਸੰਤੁਲਿਤ ਨਹੀਂ ਰਹਿ ਪਾਉਂਦੀ, ਜਾਂ ਕਿਤੇ ਨਾ ਕਿਤੇ ਉਹ ਜਿਹੜੀ ਇੱਕ ਸਾਡੀ ਕਹਿ ਸਕਦੇ ਹਾਂ ਵੀ ਸੱਭਿਆਚਾਰਕ ਸੀਮਾ ਹੈ, ਉਹਦੀ ਉਲੰਘਣਾ ਤੋਂ ਡਰਦੀ ਹੈ, ਜਾਂ ਉਹਦੇ ਬਹੁਤ ਪਿੱਛੇ ਰਹਿ ਜਾਂਦੀ ਹੈ। ਜੇ ਮਰਦ ਕਹਾਣੀਕਾਰ ਆ ਤਾਂ ਕਿਤੇ ਨਾ ਕਿਤੇ ਚਸਕੇ ਲੈਣ ਵਾਲੇ ਪਾਸੇ, ਉਹ ਜਿਵੇਂ ਜਗੀਰ ਜੀ ਨੇ ਗੱਲ ਕੀਤੀ ਸੀ, ਉਹ ਤੋਂ ਕਾਫੀ ਅੱਗੇ ਚਲੇ ਜਾਂਦੀ ਹੈ। ਪਰ ਮੈਨੂੰ ਲੱਗਦਾ ਵੀ ਡਾਕਟਰ ਸਰਗੀ ਦੀ ਇਹ ਖੂਬਸੂਰਤੀ ਆ ਵੀ ਉਹਦੀਆਂ ਕਹਾਣੀਆਂ ਦੇ ਵਿੱਚ ਕਿਤੇ ਵੀ ਅਸ਼ਲੀਲਤਾ ਨਹੀਂ ਲੱਭਦੀ। ਉਹ ਗੱਲ ਪ੍ਰਤੀਕਾਂ ਦੇ ਰੂਪ ਦੇ ਵਿੱਚ ਕਰਦੀ ਆ, ਚਾਹੇ ਉਹ ਮੱਝ ਨੂੰ ਸ਼ਾਮ ਲਾ ਕੇ ਲੈ ਕੇ ਜਾਣ ਦੀ ਗੱਲ ਹੋਵੇ, ਚਾਹੇ ਉਹ ਚੰਨ ਦੇ ਪਾਸੇ ਤਾਰਿਆਂ ਦੇ ਟਿਮਟਮਾਉਣ ਦੀ ਗੱਲ ਹੋਵੇ। ਤਾਂ ਇਹ ਜਿਹੜੀ ਅੰਤ ਦੇ ਵਿੱਚ ਮੈਂ ਆਪਦੀ ਗੱਲ ਇਹ ਗੱਲ ਕਹਿ ਕੇ ਖਤਮ ਕਰਨਾ ਚਾਹੁੰਦਾ ਵੀ ਸਰਗੀ ਕੋਲੇ ਕਹਾਣੀ ਕਹਿਣ, ਬੁਣਨ ਤੇ ਪੇਸ਼ ਕਰਨ ਦੀ ਕਲਾ ਹੈ। ਇਹਨਾਂ ਤੋਂ ਸਾਨੂੰ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀਆਂ। ਸ਼ੁਕਰੀਆ। ਥੈਂਕ ਯੂ ਡਾਕਟਰ ਪ੍ਰਗਟ ਬਰਾੜ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਵਧੀਆ ਤੇ ਸੰਖੇਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਪੁਸ਼ਪਿੰਦਰ ਖੋਖਰ, ਉਹ 5 ਮਿੰਟ ਆਪਣੇ ਵਿਚਾਰ ਪੇਸ਼ ਕਰਨਗੇ। ਉਹ ਸਿਰਜਣਾ ਵਿੱਚ ਡਾਕਟਰ ਸਰਗੀ ਦੀ ਕਿਤਾਬ ਆਪਣੇ ਮਰਸੀਏ ਤੇ ਪੇਪਰ ਲਿਖ ਚੁੱਕੇ ਨੇ। ਸੋ ਸਵਾਗਤ ਹੈ ਜੀ ਤੁਹਾਡਾ ਡਾਕਟਰ ਪੁਸ਼ਪਿੰਦਰ ਜੀ। ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਮੈਂ ਇੰਨਾ ਵਧੀਆ ਪ੍ਰੋਗਰਾਮ ਆਯੋਜਿਤ ਕਰਨ ਲਈ ਸੁਰਜੀਤ ਜੀ ਤੁਹਾਡਾ ਤੇ ਗੁਰਮੀਤ ਪਨਾਗ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਤੇ ਜਿਹੜੇ 3 ਵਿਦਵਾਨਾਂ ਨੂੰ ਮੈਂ ਸੁਣਿਆ, ਉਹਨਾਂ ਨੂੰ ਸੁਣ ਕੇ ਲੱਗਦਾ ਨਹੀਂ ਕੁਝ ਬੋਲਣ ਨਹੀਂ ਗਿਆ ਹੈਗਾ, ਫਿਰ ਵੀ ਮੈਨੂੰ ਇਹ ਜਿਹੜਾ ਕਹਾਣੀ ਸੰਗ੍ਰਹਿ ਵਧੀਆ ਲੱਗਿਆ। ਮੈਂ ਆਪਣੀਆਂ ਜਿਹੜੀਆਂ ਧਾਰਨਾਵਾਂ ਦੱਸਦੀਆਂ ਕਿ ਸਰਗੀ ਹੈ ਜਿਹੜੀ ਬਹੁਤ ਹੀ ਪੀढ़ी ਪਕੜ ਦੇ ਨਾਲ ਪੰਜਾਬੀ ਜਿਹੜਾ ਕਹਾਣੀ ਦੇ ਖੇਤਰ ਦੇ ਵਿੱਚ ਉਹ ਪ੍ਰਵੇਸ਼ ਕਰਦੀ ਆ। ਤੇ ਇਹ ਜਿਹੜਾ ਕਹਾਣੀ ਸੰਗ੍ਰਹਿ ਆ ਉਹਦੀ ਅਕਾਦਮਿਕ
ਸੂਝ, ਸਾਹਿਤਕ ਸੂਝ ਤੇ ਆਲੋਚਨਾਤਮਕ ਸੂਝ ਆ ਜਿਹੜੀ ਉਹਨੂੰ ਪ੍ਰਗਟਾਉਂਦਾ। ਇਹਦੇ ਵਿੱਚ 9 ਦੇ ਕਰੀਬ ਕਹਾਣੀਆਂ ਨੇ, ਜਿਨ੍ਹਾਂ ਕਹਾਣੀਆਂ ਤੇ ਜਿਹੜੀ ਵਿਸਤ੍ਰਿਤ ਚਰਚਾ ਹੋ ਚੁੱਕੀ ਆ। ਤੇ ਇਹ ਜਿਹੜੀਆਂ ਕਹਾਣੀਆਂ ਨੇ, ਜਿਵੇਂ ਹੁਣ ਪਹਿਲੀ ਕਹਾਣੀ ਆ ਹੌਲੀਡੇ ਵਾਈਫ, ਤਾਂ ਹਸਬੈਂਡ ਘਰ ਵਾਲੀ ਨੂੰ ਹੌਲੀਡੇ ਵਾਈਫ ਸਮਝਦਾ ਤੇ ਉਹਨੂੰ ਉਦੋਂ ਪਤਾ ਲੱਗਦਾ ਜਦੋਂ ਉਹਦੇ ਲਈ ਆਪਣੀ ਪਤਨੀ ਲਈ ਉਹ ਹੌਲੀਡੇ ਹਸਬੈਂਡ ਬਣ ਚੁੱਕਾ। ਤੇ ਦੂਜੀ ਕਹਾਣੀ ਆ ਜਿਹੜੀ ਉਹ ਸਾਡੇ ਰੋਗੀ ਸਮਾਜ ਦੀ ਮਾਨਸਿਕਤਾ ਦੇ ਦੁਆਲੇ ਘੁੰਮਦੀ ਆ। ਤੇ ਜਿੱਥੇ ਸਰਗੀ ਜਿਹੜਾ ਹੈਗਾ ਆਪਣਾ ਬਲਾਤਕਾਰ ਦਾ ਪ੍ਰਸ਼ਨ ਉਠਾਉਂਦੀ ਆ, ਤਾਂ ਉੱਥੇ ਇਹ ਕਹਿੰਦੀ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਪਿੱਛੇ ਪਿਆਰ ਦੀ ਜਿਹੜੀ ਅਣਹੋਂਦ ਹੁੰਦੀ ਆ। ਤੇ ਤੀਜੀ ਕਹਾਣੀ ਜਿਹੜੀ ਇਹਦੀ ਰਵਾਬੀ ਆ, ਉਹ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੇ ਬੌਧਿਕ ਅਪਰਾਧ ਹੋ ਰਹੇ ਨੇ ਉਹਨਾਂ ਨੂੰ ਨੰਗੇ ਕੀਤਾ ਗਿਆ ਕਿ ਬਾਬੇ ਦੇ ਨਾਂ ਤੇ ਚੱਲਦੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਕਿਵੇਂ ਬਾਬੇ ਦੇ ਜਿਹੜੇ ਪੈਰੋਕਾਰ ਨੇ ਅਸਲੀ ਰੂਪ ਦੇ ਵਿੱਚ ਬਾਬੇ ਦੀਆਂ ਸਿੱਖਿਆ ਤੇ ਚੱਲਦੇ ਨੇ, ਤਾਂ ਉਹਨਾਂ ਨੂੰ ਆਪਣਾ ਸਿਧਾਂਤਕ ਆਪਾ ਬਚਾਉਣਾ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਔਖਾ ਜਾਪਦਾ। ਤੇ ਆਪਣੇ ਜਿਹੜੇ ਮਰਸੀਏ ਕਹਾਣੀ ਆ, ਇਹ ਜਿਹੜੀਆਂ ਇਸ ਕਹਾਣੀ ਦੀਆਂ ਔਰਤਾਂ ਨੇ ਭਾਵੇਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉ ਰਹੀਆਂ ਨੇ, ਪਰ ਇਸ ਦਾ ਉਹਨਾਂ ਦੀ ਔਲਾਦ ਤੇ ਕੀ ਅਸਰ ਪੈਂਦਾ, ਇਸ ਚੀਜ਼ ਨੂੰ ਕਹਾਣੀ ਬਹੁਤ ਵਧੀਆ ਢੰਗ ਨਾਲ ਦਰਸਾ ਰਹੀ ਆ। ਤੇ ਸਾਡੇ ਅਕਾਦਮਿਕ ਗੰਦਲੇਪਣ ਨੂੰ, ਖੋਜ ਦਾ ਮਿਆਰ, ਉਹਦਾ ਜੁਗਾੜ ਤੇ ਨੌਕਰੀ ਦੇ ਲਈ ਜਿਹੜਾ ਜੁਗਾੜ ਆ, ਇਹ ਸਾਰੇ ਦਾ ਸੱਚ ਆ ਇਹ ਕਹਾਣੀ ਆ ਜਿਹੜੀ ਆਪਣੀ ਦਰਸਾਉਂਦੀ ਆ। ਇਹਦੇ ਵਿੱਚ ਮਤਲਬ ਕਿ ਕੀ ਆ ਕਿ ਅੱਧਖੜ ਪ੍ਰੋਫੈਸਰਾਂ ਦੇ ਜਵਾਨ ਕੁੜੀਆਂ ਦੇ ਨਾਲ ਬਣਦੇ ਰਿਸ਼ਤਿਆਂ ਦੀ ਗੱਲ ਹੈ ਇਸ ਕਹਾਣੀ ਦੇ ਵਿੱਚ ਕੀਤੀ ਗਈ ਆ। ਤੇ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਜਿਹੜੇ ਰਿਸ਼ਤੇ ਨੇ ਇਹਨਾਂ ਦਾ ਕੱਚ ਸੱਚ ਇਹੀ ਆ ਕਿ ਜਿਵੇਂ ਬਰਸੇ ਮੇਘ ਦੀ ਥਾਂ ਤੇ ਬੱਦਲ ਫਟਣ ਵਰਗੇ ਅਹਿਸਾਸ ਦਾ ਜਿਹੜਾ ਚਿੱਤਰਨ ਹੈ ਇਸ ਕਹਾਣੀ ਦੇ ਵਿੱਚ ਹੋਇਆ। ਤੇ ਪ੍ਰਵਾਸ ਹੋ ਕੇ ਜਦੋਂ ਬੰਦਾ ਸੈੱਟ ਹੋਣ ਦੇ ਲਈ ਅਪਾਹਜ ਔਰਤ ਦੇ ਨਾਲ ਸ਼ਾਦੀ ਕਰਾ ਲੈਂਦਾ, ਤੇ ਫਿਰ ਜਦੋਂ ਉਹਨੂੰ ਆਪਣੇ ਮਤਲਬ ਕਿ ਮਾਨਸਿਕ ਤਸ਼ੱਦਦ ਦੇ ਕੇ ਆਪਣੀ ਪਤਨੀ ਨੂੰ ਤੰਗ ਕਰਦਾ, ਜਦੋਂ ਅਲੱਗ ਹੋ ਜਾਂਦੀ ਆ ਤੇ ਬੇਟੀਆਂ ਲਈ ਨਵੀਂ ਮਾਂ ਲਿਆਉਂਦਾ, ਤੇ ਬੇਟੀਆਂ ਨੂੰ ਉਹ ਜਿਹੜਾ ਘਰ ਆ ਹੌਂਟਡ ਹਾਊਸ ਲੱਗਦਾ। ਤੇ ਸਭ ਦੇਸ਼ ਪਰਾਇਆ ਜਿਹੜੀ ਕਹਾਣੀ ਆ, ਉਹ ਨਵੀਂ ਪੀੜ੍ਹੀ ਦੇ ਵਿਦੇਸ਼ ਵਿੱਚ ਚੰਗੀ ਤਰ੍ਹਾਂ ਦੇ ਨਾਲ ਸੈੱਟ ਹੋਣ ਦੀ ਗੱਲ ਆ। ਪਰ ਬਾਪ ਦੇ ਲਈ ਇਹ ਜਰਨਾ ਬੜਾ ਔਖਾ ਕਿ ਉਹਦੇ ਜਿਹੜੇ ਪੁੱਤ ਨੇ ਸਹੁਰਿਆਂ ਤੋਂ ਮਾਇਕ ਮਦਦ ਲੈ ਕੇ ਜਿਹੜਾ ਘਰ ਬਣਾਇਆ, ਤੇ ਘਰ ਉਹ ਉਸਦੀ ਨੂੰਹ ਦੇ ਨਾਮ ਤੇ ਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਇੱਧਰਲੀ ਪੀੜ੍ਹੀ ਆ, ਉਹਨੂੰ ਔਲਾਦ ਦੀਆਂ ਵਿਦੇਸ਼ ਦੇ ਵਿੱਚ ਲੱਗ ਰਹੀਆਂ ਜੜ੍ਹਾਂ ਤਾਂ ਚੰਗੀਆਂ ਲੱਗਦੀਆਂ ਨੇ, ਪਰ ਉਹਨੂੰ ਇੱਧਰੋਂ ਜਿਹੜੀਆਂ ਜੜ੍ਹਾਂ ਨੇ ਉਹ ਖੋਖਲੀਆਂ ਹੋ ਰਹੀਆਂ ਪ੍ਰਤੀਤ ਹੁੰਦੀਆਂ ਨੇ। ਇਸ ਦੇ ਨਾਲ ਜਿਹੜੀ ਕੁੜੀਆਂ ਕਹਾਣੀ ਆ, ਉਹ ਨੰਨੀ ਸ਼ਾਨ ਜਿਹੜੀ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈਗਾ, ਤੇ ਉਹਦੇ ਪਿਛੋਕੜ ਤੇ ਝਾਤ ਪਵਾਉਂਦੀ ਆ। ਤੇ ਮੈਂ ਵਿਸਥਾਰ ਦੇ ਵਿੱਚ ਨਹੀਂ ਜਾਂਦੀ। ਤੇ ਜਿੱਤ ਦਿਹਾੜੇ ਜਿਹੜੀ ਕਹਾਣੀ ਆ, ਉਹ ਜਵਾਨ ਪੁੱਤ ਦੀ ਮੌਤ ਦੇ ਉਪਰੰਤ ਮਨਾਂ ਦੇ ਵਿੱਚ ਵਿਸ਼ੇ ਜਿਹੜੇ 70 ਵਿਸ਼ੇ ਹੋਏ ਨੇ ਉਹਨੂੰ ਪੇਸ਼ ਕਰਦੀ ਆ। ਸੋ ਸਰਗੀ ਦੀ ਜਿਹੜੀ ਕਹਾਣੀ ਕਹਿਣ ਦੀ ਕਲਾ ਹੈਗੀ ਆ, ਉਹਨੂੰ ਬੜੀ ਮਹਾਰਤਾ ਦੇ ਵਿੱਚ ਉਹ ਲੋਕ ਮੁਹਾਵਰੇ ਦਾ, ਲੋਕ ਧਾਰਾ ਦਾ, ਸੁਪਨਿਆਂ ਦਾ, ਕਵਿਤਾ ਦਾ, ਗੁਰਬਾਣੀ ਦੀਆਂ ਟੁੱਕਾਂ ਦਾ, ਇਹਨਾਂ ਸਾਰੀਆਂ ਚੀਜ਼ਾਂ ਦੀ ਸਹਾਇਤਾ ਲੈ ਕੇ ਉਹ ਆਪਣੇ ਪਾਤਰਾਂ ਦੇ ਮਨਾਂ ਦੀਆਂ ਤਹਿਾਂ ਨੂੰ ਫਰੋਲਦੀ ਆ। ਤੇ ਉਸਦੀ ਹਰ ਕਹਾਣੀ ਹਰ ਇੱਕ ਰਿਸ਼ਤੇ ਦਾ ਮਰਸੀਆ ਪੇਸ਼ ਕਰਦੀ ਆ, ਚਾਹੇ ਉਹ ਰਿਸ਼ਤਾ ਪਤੀ ਪਤਨੀ ਦਾ, ਚਾਹੇ ਔਲਾਦ ਮਾਪਿਆਂ ਦਾ, ਚਾਹੇ ਸਾਡੇ ਉਹ ਮਨਾਂ ਦੇ ਨਾਲ ਬਣੇ ਹੋਏ ਰਿਸ਼ਤੇ ਨੇ। ਸੋ ਕਹਿੰਦੇ ਨੇ, ਮੈਨੂੰ ਉਸਦੀ ਗੱਲ ਬੜੀ ਵਧੀਆ ਲੱਗਦੀ ਆ ਕਿ ਜਿਹੜੀਆਂ ਮੇਨ ਤੁਕਾਂ ਨੇ ਉਹਨੇ ਪੁਸਤਕ ਦੇ ਸਰਵਰਕ ਤੇ ਦਿੱਤੀਆਂ ਨੇ, ਜਿਹੜਾ ਕਿ ਉਸ ਕਹਾਣੀ ਦਾ ਕੇਂਦਰੀ ਸੁਰ ਨੇ। ਤੇ ਕਹਿੰਦੇ ਨੇ ਵੀ ਮਨ ਦੇ ਭੇਦ ਗੂਗਲ ਤੇ ਨਹੀਂ ਮਿਲਦੇ, ਇਸ ਦੇ ਲਈ ਸਾਨੂੰ ਉਸਦਾ ਇਹ ਕਹਾਣੀ ਸੰਗ੍ਰਹਿ ਆਪਣੇ ਮਰਸੀਏ ਪੜ੍ਹਨਾ ਪਊਗਾ। ਸੋ ਤੁਹਾਡਾ ਸਾਰਿਆਂ ਦਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਸਰਗੀ ਨੂੰ ਮੁਬਾਰਕਬਾਦ ਦਿੰਦੀ ਹਾਂ। ਧੰਨਵਾਦ। ਡਾਕਟਰ ਪੁਸ਼ਪਿੰਦਰ ਖੋਖਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਇੰਨੀ ਸੋਹਣੀ ਵਿਆਖਿਆ ਕੀਤੀ ਆ ਸਰਗੀ ਦੀ ਕਿਤਾਬ, ਸਰਗੀ ਦੀਆਂ ਕਹਾਣੀਆਂ ਦੀ। ਤੇ ਸਾਰੇ ਹੀ ਸਾਡੇ ਅੱਜ ਦੇ ਵਿਦਵਾਨ ਡਾਕਟਰ ਚਰਨਜੀਤ ਬਰਾੜ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਜੀ ਅਤੇ ਡਾਕਟਰ ਪ੍ਰਗਟ ਬਰਾੜ ਜੀ, ਤੁਸੀਂ ਸਾਰਿਆਂ ਨੇ ਹੀ ਕਹਾਣੀਆਂ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਤੇ ਕਿਤਾਬ ਪੜ੍ਹੀ ਹੋਈ ਹੈ। ਤੇ ਜਿਸ ਤਰ੍ਹਾਂ ਅੱਜ ਤੁਹਾਡੀਆਂ ਗੱਲਾਂ ਤੋਂ ਬਾਅਦ ਕਿਤਾਬ ਦੀ ਸਮਝ ਆਈ ਹੈ, ਤੇ ਉਹਦੇ ਨਾਲ ਮੈਨੂੰ ਮਤਲਬ ਗੁਰਬਚਨ ਭੁੱਲਰ ਦੀ ਕਿਤਾਬ ਕੀ ਕਹੇ ਕਹਾਣੀ ਵਿੱਚ ਉਹਨਾਂ ਦੇ ਲਿਖੇ ਸ਼ਬਦ ਯਾਦ ਆਉਂਦੇ ਨੇ। ਤੇ ਜਦੋਂ ਜਿਨ੍ਹਾਂ ਲੇਖਕਾਂ ਬਾਰੇ ਉਹਨਾਂ ਨੇ ਲਿਖਿਆ, ਜਦੋਂ ਉਹਨਾਂ ਨੇ ਉਹ ਕਿਤਾਬ ਪੜ੍ਹੀ ਤਾਂ ਉਹਨਾਂ ਨੇ ਕਿਹਾ ਵੀ ਕਮਾਲ ਹੈ, ਤੁਸੀਂ ਤਾਂ ਉਹ ਕੁਝ ਕੱਢ ਵਿਖਾਇਆ ਜੋ ਅਸੀਂ ਕਹਾਣੀ ਦੇ ਵਿੱਚ ਜੋ ਨਹੀਂ ਕਿਹਾ ਸੀ।
ਸੋ ਇਹੀ ਮੇਰੇ ਖਿਆਲ ਇਹਨਾਂ ਸੈਮੀਨਾਰਾਂ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਕਿ ਅਸੀਂ ਇੱਕ ਕਿਤਾਬ ਨੂੰ, ਇੱਕ ਰਚਨਾ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਤੇ ਇਸ ਤੋਂ ਅੱਗੇ ਅਸੀਂ ਸੈਮੀਨਾਰ ਦੇ ਬਾਰੇ ਦੇ ਵਿੱਚ ਡਾਕਟਰ ਹਰਿੰਦਰ ਸਿੰਘ, ਜੋ ਕਿ ਗੁਰੂ ਨਾਨਕ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਮੋਗਾ ਵਿਖੇ ਪ੍ਰੋਫੈਸਰ ਨੇ, ਉਹਨਾਂ ਨੂੰ ਅਸੀਂ ਆਵਾਜ਼ ਦਿੰਦੇ ਹਾਂ ਕਿ ਉਹ ਅੱਜ ਦੀ ਵਿਚਾਰ ਚਰਚਾ ਜੋ ਵੀ ਅੱਜ ਕਿਹਾ ਗਿਆ ਹੈ, ਜਾਂ ਤੁਸੀਂ ਸਰਗੀ ਦੀ ਕਿਤਾਬ ਬਾਰੇ ਕੁਝ ਕਹਿਣਾ, 5-7 ਮਿੰਟ ਦੇ ਵਿੱਚ ਤੁਸੀਂ ਇਸ ਵਿਚਾਰ ਚਰਚਾ ਦਾ ਆਗਾਜ਼ ਕਰੋ। ਡਾਕਟਰ ਹਰਿੰਦਰ ਸਿੰਘ। ਸ਼ੁਕਰੀਆ ਮੈਡਮ ਸੁਰਜੀਤ ਜੀ। ਥੈਂਕ ਯੂ। ਮੇਰੇ ਲਈ ਗੱਲ ਕਰਨੀ ਥੋੜੀ ਜਿਹੀ ਇਸ ਲਈ ਔਖੀ ਲੱਗ ਰਹੀ ਹੈ ਕਿਉਂਕਿ ਮੈਂ ਦੇਖ ਰਿਹਾ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਮੇਰੇ ਅਧਿਆਪਕ ਡਾਕਟਰ ਰਜਿੰਦਰ ਸਿੰਘ ਵੀ ਜੁੜੇ ਹੋਏ ਸੀ, ਤੇ ਇਸ ਤੋਂ ਇਲਾਵਾ ਅੱਜ ਦੇ ਸਾਡੇ ਮੁੱਖ ਵਕਤਾ ਜੋ ਮੈਡਮ ਚਰਨਜੀਤ ਕੌਰ, ਉਹਨਾਂ ਸਾਹਮਣੇ ਜਦੋਂ ਅਕਸਰ PhD ਦੇ ਪੇਪਰ ਪੜ੍ਹਨ ਜਾਈਦਾ ਸੀ ਉਦੋਂ ਨਰਵਸਨੈਸ ਫੀਲ ਕਰੀਦੀ ਸੀ। ਤੋ ਮੈਂ ਇਹਨਾਂ ਗੱਲਾਂ ਦੇ ਸਨਮੁਖ ਆਪਣੇ ਆਪ ਨੂੰ ਟੇਬਲ ਕਰਦਾ ਹੋਇਆ ਕਹਾਣੀ ਬਾਰੇ 2-4 ਗੱਲਾਂ ਕਰਨੀਆਂ ਚਾਹਾਂਗਾ। ਡਾਕਟਰ ਸਰਗੀ ਦੀ ਕਹਾਣੀ ਬਾਰੇ ਵੈਸੇ ਤਾਂ ਤਕਰੀਬਨ ਸਾਰੇ ਪੱਖਾਂ ਤੋਂ ਗੱਲ ਹੋ ਚੁੱਕੀ ਹੈ। ਤੋ ਜਿਹੜੀ ਸਭ ਤੋਂ ਇਸ ਕਹਾਣੀਆਂ ਦੀ ਅਹਿਮ ਗੱਲ ਹੈਗੀ ਆ, ਉਹ ਨਾਰੀ ਦੀ ਸੰਤੁਸ਼ਟੀ ਤੇ ਅਸੰਤੁਸ਼ਟੀ ਨਾਲ ਜੁੜੀ ਹੋਈ ਹੈ। ਜਿਹੜੀ ਸੰਤੁਸ਼ਟੀ ਆ ਉਹ ਆਰਥਿਕ ਪੱਖੋਂ ਇੰਨੀ ਮਾਇਨੇ ਨਹੀਂ ਰੱਖਦੀ ਜਿੰਨੀ ਕਾਮਕ ਪੱਖੋਂ ਮਾਇਨੇ ਰੱਖਦੀ ਹੈ। ਇੱਕ ਔਰਤ ਲਈ ਜਿਹੜਾ ਹੈਗਾ ਆਪਣੇ ਆਰਥਿਕ ਪੱਖ ਨੂੰ ਨਿਗੂਣਾ ਜਾਂ ਆਰਥਿਕ ਪੱਖ ਤੋਂ ਉਸਨੂੰ ਇੰਨਾ ਕੋਈ ਔਖਾ ਨਹੀਂ ਹੋਣਾ ਪੈਂਦਾ। ਜੇ ਉਸਦੇ ਵਿੱਚ ਕੋਈ ਕਮੀ ਪੇਸ਼ੀ ਆ ਜਾਂ ਆਰਥਿਕ ਪੱਖ ਤੋਂ ਉਹ ਕਮਜ਼ੋਰ ਆ ਤਾਂ ਉਸਨੂੰ ਉਹ ਆਪਣੇ ਆਪ ਹੈਂਡਲ ਕਰ ਸਕਦੀ ਹੈ। ਪਰ ਇੱਕ ਜਦੋਂ ਉਸਨੂੰ ਕਾਮਕ ਸੰਤੁਸ਼ਟੀ ਨਹੀਂ ਮਿਲਦੀ ਤਾਂ ਉਹ ਉਸ ਲਈ ਕਿਸ ਤਰ੍ਹਾਂ ਵਿਗਾੜ ਬਣ ਜਾਂਦਾ। ਤਾਂ ਇਹ ਸਾਰੇ ਕਾਸੇ ਦਾ ਦੋਸ਼ ਜਿਹੜਾ ਮੈਂ ਸਮਝਦਾ ਸਰਗੀ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਸਾਡੀ ਵਿਆਹ ਪ੍ਰਣਾਲੀ ਦੇ ਉੱਤੇ ਧਰਿਆ, ਵਿਆਹ ਪ੍ਰਣਾਲੀ ਦੇ ਉੱਪਰ ਉਂਗਲ ਧਰੀ ਹੈ ਕਿ ਜਿਹੜੀ ਸਾਡੀ ਵਿਆਹ ਪ੍ਰਣਾਲੀ ਹੈ ਉਹ ਅਣਜੋੜ ਆ, ਜਿਹਦੇ ਵਿੱਚ ਖਾਹਿਸ਼ਾਂ ਦਾ, ਸੁਪਨਿਆਂ ਦਾ ਜਿਹੜਾ ਜੋੜ ਮੇਲ ਨਹੀਂ, ਤੇ ਉਸ ਅਣਜੋੜ ਦੇ ਵਿੱਚੋਂ ਹੀ ਅਸੰਤੁਸ਼ਟੀ ਪੈਦਾ ਹੁੰਦੀ ਹੈ ਤੇ ਉਸ ਅਸੰਤੁਸ਼ਟੀ ਦੇ ਵਿੱਚੋਂ ਹੀ ਜਿਹੜਾ ਹੈਗਾ ਰਿਸ਼ਤਿਆਂ ਦਾ ਇਸ ਤਰ੍ਹਾਂ ਟੁੱਟਣਾ ਬਿਖਰਨਾ ਸਾਹਮਣੇ ਆਉਂਦਾ। ਹੁਣ ਤੁਸੀਂ ਦੇਖੋ, ਜਦੋਂ ਆਪਾਂ ਨਾਰੀ ਦੁਖਾਂਤ ਦੀ ਗੱਲ ਕਰਦੇ ਹਾਂ, ਸਾਡੇ ਸਰਗੀ ਨੇ ਇੱਕ ਮਿੱਥ ਨੂੰ ਵੀ ਤੋੜਦੀ ਹੈ। ਸਾਡੇ ਆਮ ਧਾਰਨਾ ਹੈਗੀ ਆ ਕਿ ਜਦੋਂ ਕੋਈ ਬੰਦਾ ਬਾਹਰ ਗਿਆ ਵਾ ਤਾਂ ਉਹਦੇ ਲਈ ਕੁੜੀਆਂ ਦੀ ਲਾਈਨ ਲੱਗ ਜਾਂਦੀ ਹੈ, ਤੇ ਜੇ ਕੋਈ ਕੁੜੀ ਬਾਹਰੋਂ ਆਈ ਆ ਤਾਂ ਉਹਦੇ ਲਈ ਮੁੰਡਿਆਂ ਦੀ ਲਾਈਨ ਲੱਗ ਜਾਵੇਗੀ। ਹੁਣ ਤੁਸੀਂ ਦੇਖੋ ਹੌਲੀਡੇ ਵਾਈਫ ਦੇ ਵਿੱਚ ਜਗਜੀਤ ਬਾਹਰ ਗਿਆ ਵਾ ਕਿਉਂਕਿ ਉਹ ਪੁਰਸ਼ ਆ, ਮਰਦ ਆ, ਉਹਦੇ ਸੰਬੰਧ ਵੀ ਇਸ ਤਰ੍ਹਾਂ ਦੇ ਪਹਿਲਾਂ ਤੋਂ ਹੀ ਗੋਰੀਆਂ ਨਾਲ ਹੈ। ਤੇ ਚੰਨਪ੍ਰੀਤ ਬੇਸ਼ੱਕ ਵਿਦੇਸ਼ ਜਾਣ ਦੇ ਲਾਲਚ ਨਾਲ ਉਸ ਨਾਲ ਵਿਆਹ ਕਰਾਉਂਦੀ ਹੈ, ਪਰ ਉਸਨੂੰ ਵੀ ਤਾਂ ਆਪਣੀ ਸੰਤੁਸ਼ਟੀ ਚਾਹੀਦੀ, ਆਪਣਾ ਸਵੈਮਾਨ ਚਾਹੀਦਾ। ਦੂਜੇ ਪਾਸੇ ਇੱਕ ਇਸੇ ਤਰ੍ਹਾਂ ਦੀ ਹੀ ਗੱਲ ਵਾਪਰਦੀ ਹੈ ਜਿਹੜੀ ਹੌਂਟਡ ਹਾਊਸ ਕਹਾਣੀ ਦੇ ਵਿੱਚ। ਉੱਥੇ ਕੀ ਆ, ਸ਼ਰਨ ਵਿਦੇਸ਼ ਦੇ ਵਿੱਚ ਸੈੱਟ ਆ ਤੇ ਰੌਣਕ ਸਿੰਘ ਆ ਜਿਹੜਾ ਉਹ ਉਹਦੇ ਨਾਲ ਪੱਕੇ ਹੋਣ ਲਈ ਵਿਆਹ ਕਰਾਉਂਦਾ। ਦੋਨਾਂ ਗੱਲਾਂ ਦੇ ਵਿੱਚ ਜਿਹੜਾ ਦੁਖਾਂਤ ਔਰਤ ਨੂੰ ਭੋਗਣਾ ਪੈਂਦਾ। ਇਹ ਮਿੱਥ ਤੋੜਦੀ ਹੈ ਸਰਗੀ ਕਿ ਜ਼ਰੂਰੀ ਨਹੀਂ ਕਿ ਔਰਤ ਜਿਹੜੀ ਕੱਚੀ ਆ, ਜੇ ਉਹ ਕਿਸੇ ਮਰਦ ਨਾਲ ਵਿਆਹ ਇਸ ਲਈ ਕਰਾਉਂਦੀ ਹੈ ਤਾਂ ਉਹ, ਪਰ ਦੁਖਾਂਤ ਦੇਖੋ ਦੋਨਾਂ ਗੱਲਾਂ ਦੇ ਵਿੱਚ ਹੀ ਔਰਤ ਨੂੰ ਭੋਗਣਾ ਪੈਂਦਾ। ਬੇਸ਼ੱਕ ਸਰਗੀ ਨੇ ਇੱਥੇ ਇਸ ਕਹਾਣੀ ਦੇ ਵਿੱਚ ਉਸਨੂੰ ਬਾਂਹ ਕੱਟੀ ਦਿਖਾਇਆ, ਪਰ ਜੇ ਮੈਂ ਸਮਝਦਾ ਕਿ ਜੇ ਉਸਦੀ ਬਾਂਹ ਨਾ ਵੀ ਕੱਟੀ ਹੁੰਦੀ ਤਾਂ ਵੀ ਉਸਨੂੰ ਦੁਖਾਂਤ ਭੋਗਣਾ ਪੈ ਸਕਦਾ, ਕਿਉਂਕਿ ਜਿਹੜਾ ਸਾਡਾ ਸਮਾਜ ਜਿਹੜਾ ਪੁਰਸ਼ ਪ੍ਰਧਾਨ ਆ, ਜਿਹਦੇ ਵਿੱਚ ਮਨੋਪਲੀ ਆ, ਉਹ ਔਰਤ ਨੂੰ ਇਸੇ ਤਰ੍ਹਾਂ ਹੀ ਇੱਕ ਵਰਤਨਯੋਗ ਵਸਤੂ ਦੇ ਰੂਪ ਦੇ ਵਿੱਚ ਦੇਖਦਾ। ਜਿਵੇਂ ਹੌਲੀਡੇ ਵਾਈਫ ਦਾ ਜਗਜੀਤ ਉਹਨੂੰ ਜ਼ਮੀਨ ਦੇ ਨਾਲ, ਇਹਦਾ ਨਾ ਇੱਕ ਪ੍ਰਤੀਕ ਬੜਾ ਸੋਹਣਾ ਵਰਤਿਆ ਸਰਗੀ ਨੇ, ਜ਼ਮੀਨ, ਆਪਣੀ ਜ਼ਮੀਨ ਵਾਹੁਣ ਆਉਂਦਾ, ਹਨਾ, ਦੇਖਣ ਆਉਂਦਾ, ਤੇ ਉਹਦਾ ਜੇਠ ਜ਼ਮੀਨ ਦੀ ਸੰਭਾਲ ਕਰਦਾ। ਜ਼ਮੀਨ ਨੂੰ ਸਾਂਭਣਾ ਤੇ ਜ਼ਮੀਨ ਨੂੰ ਦੇਖਣਾ ਨਾ, ਦੋਨਾਂ ਗੱਲਾਂ ਦੇ ਵਿੱਚੋਂ ਤੁਸੀਂ ਸੰਤੁਸ਼ਟੀ ਲੱਭ ਸਕਦੇ ਹੋ, ਜੋੜ ਮੇਲ ਲੱਭ ਸਕਦੇ ਹੋ। ਜ਼ਮੀਨ ਨੂੰ ਦੇਖਣਾ ਉਸਦੇ ਸਾਂਭਣ ਤੋਂ ਵੱਖ ਹੁੰਦਾ। ਵੈਸੇ ਦੇਖਣਾ, ਨਿਗਰਾਨੀ ਕਰਨੀ, ਉਸਦੀ ਸਾਂਭ ਸੰਭਾਲ ਕਰਨੀ, ਇਸਨੂੰ ਔਰਤ ਦੇ ਨਾਲ ਜੋੜ ਕੇ ਅਸੀਂ ਦੇਖ ਸਕਦੇ ਹਾਂ। ਔਰਤ ਰਿਸ਼ਤਿਆਂ ਤੋਂ ਇਸ ਤਰ੍ਹਾਂ ਦੀ ਸਾਂਭ ਸੰਭਾਲ ਚਾਹੁੰਦੀ ਹੈ, ਖਾਸ ਤੌਰ ਤੇ ਆਪਣੇ ਨਾਲ ਜੁੜੇ ਹੋਏ ਜਿਹੜੇ ਖਾਸ ਰਿਸ਼ਤੇ ਆ ਉਹਨਾਂ ਤੋਂ ਆਪਣੀ ਸਾਂਭ ਸੰਭਾਲ ਚਾਹੁੰਦੀ ਹੈ। ਬਰਸੇ ਮੇਘ ਕਹਾਣੀ ਬਾਰੇ ਮੈਂ ਸਮਝਦਾ ਇਹਦੇ ਬਾਰੇ ਬਹੁਤ ਵੱਡੀ ਗੱਲਬਾਤ ਹੋਣੀ ਚਾਹੀਦੀ ਹੈ। ਇਹ ਕਹਾਣੀ ਇੰਨੀ ਹੀ ਕਮਾਲ ਦੀ,
ਕਿਉਂਕਿ ਕੁਝ ਮਨੋਵਿਗਿਆਨਕ ਸੱਚ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਿਆਨ ਕਰਨ ਲਈ, ਬੋਲਣ ਲਈ ਬਹੁਤ ਵੱਡੀ ਹਿੰਮਤ ਦੀ ਲੋੜ ਹੁੰਦੀ ਹੈ, ਤੇ ਇਸ ਕਹਾਣੀ ਦੇ ਵਿੱਚ ਸਰਗੀ ਨੇ ਹਿੰਮਤ ਵਿਖਾਈ ਹੈ। ਕਿਉਂਕਿ ਆਮ ਤੌਰ ਤੇ ਤੁਹਾਡੇ ਨਾਲ ਵੀ ਸ਼ਾਇਦ ਇਹ ਵਾਪਰਿਆ ਹੋਣਾ, ਜਦੋਂ ਤੁਸੀਂ ਇਹ ਕਹਾਣੀ ਪੜ੍ਹ ਰਹੇ ਹੋਵੋਗੇ ਤੇ ਜਿਵੇਂ ਜਿਵੇਂ ਕਹਾਣੀ ਅੱਗੇ ਵੱਧਦੀ ਆ ਤੇ ਸਾਨੂੰ ਇਹ ਮਹਿਸੂਸ ਹੁੰਦਾ ਪ੍ਰੋਫੈਸਰ ਦੀਆਂ ਭਾਵਨਾਵਾਂ, ਉਸਦੇ ਖਿਆਲਾਂ ਨੂੰ ਦੇਖਦੇ ਹੋਏ ਅਸੀਂ ਸੋਚਦੇ ਹਾਂ ਕਿ ਹੁਣ ਕੀ ਹੋਵੇਗਾ, ਉਹ ਆਪਣੀਆਂ ਇਸ ਤਰ੍ਹਾਂ ਦੀਆਂ ਕਾਮਕ ਭਾਵਨਾ ਜ਼ਾਹਰ ਕਰੇਗਾ ਤੇ ਉਹ ਇਨਕਾਰ ਕਰ ਦੇਵੇਗੀ। ਇਹ ਕਹਾਣੀ ਦੇ ਵਿੱਚ ਪੜ੍ਹਦੇ ਐਸੀ ਮਹਿਸੂਸ ਹੁੰਦਾ, ਕਿਉਂਕਿ ਆਮ ਤੌਰ ਤੇ ਅਸੀਂ ਇਹ ਤਵੱਕੋ ਨਹੀਂ ਕਰ ਸਕਦੇ ਇਸ ਗੱਲ ਲਈ, ਕਿਉਂਕਿ ਉਹ ਇੱਕ ਨੌਜਵਾਨ ਕੁੜੀ ਸਟੂਡੈਂਟ ਆ, ਉਹਦੇ ਲਈ ਸੰਬੰਧ ਬਣਾਉਣੇ ਕੋਈ ਔਖੀ ਗੱਲ ਨਹੀਂ। ਉਹਦੇ ਨਾਲ ਦੇ ਬਥੇਰੇ ਦੋਸਤ ਮਿੱਤਰ, ਕਲਾਸਮੇਟ, ਕੁਛ ਵੀ, ਕਿਸੇ ਨਾਲ ਵੀ ਉਹ ਇਸ ਤਰ੍ਹਾਂ ਦੇ ਸੰਬੰਧ ਬਣਾ ਸਕਦੀ ਹੈ। ਪਰ ਉਹ ਇੰਨੀ ਚੇਤਨ ਹੈ, ਇੰਨੀ ਗਿਆਨਵਾਨ ਆ, ਸਾਨੂੰ ਲੱਗਦਾ ਐਂਡ ਤੱਕ ਹੌਲੀ ਹੌਲੀ ਕਿ ਉਹ ਇਨਕਾਰ ਕਰ ਦੇਵੇਗੀ। ਪਰ ਦੇਖੋ ਕਹਾਣੀ ਦੇ ਅੰਤ ਦੇ ਉੱਪਰ ਉਸਦਾ ਜਿਹੜਾ ਹੈਗਾ ਇਨਕਾਰ ਨਹੀਂ ਆਉਂਦਾ। ਉਹ ਕਿਸ ਤਰ੍ਹਾਂ ਦੀ ਇੱਛਾ ਕਰਦੀ ਹੈ, ਉਸਦੀ ਉਸ ਸੋਚ ਨੂੰ, ਉਸਦੀ ਉਸ ਸੰਤੁਸ਼ਟੀ ਨੂੰ ਸਮਝਣ ਦੇ ਲਈ ਸਾਨੂੰ ਬੜਾ ਕੁਛ ਸੋਚਣਾ ਪਵੇਗਾ, ਬੜੀਆਂ ਸੀਮਾਵਾਂ ਨੂੰ ਉਲੰਘਣਾ ਪਵੇਗਾ, ਕੁਛ ਸੀਮਾਵਾਂ ਵਰਜਣਾਵਾਂ ਜਿਹੜੀਆਂ ਸਾਡੇ ਸਾਹਮਣੇ ਸੱਭਿਆਚਾਰ ਨੇ ਲਾਈਨਾਂ ਖਿੱਚੀਆਂ, ਉਹਨਾਂ ਨੂੰ ਟੱਪਣਾ ਪਵੇਗਾ ਉਸਦੀ ਉਸ ਸੋਚ ਨੂੰ ਸਮਝਣ ਵਾਸਤੇ। ਤੋਂ ਪ੍ਰੋਫੈਸਰ ਕੀ ਆ, ਉਸ ਸੀਮਾਵਾਂ ਨੂੰ ਟੱਪਣਾ ਤਾਂ ਦੂਰ ਦੀ ਗੱਲ, ਉਸ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਜਾਂਦਾ। ਤੋਂ ਇਹ ਇੱਕ ਜਿਹੜੀ ਹੈਗੀ ਆ ਸੋਚ ਦੇ ਵਿੱਚ, ਵਿਚਾਰਧਾਰਾ ਦੇ ਵਿੱਚ ਇੱਕ ਅੰਤਰ ਆ ਕਿ ਉਸ ਨੂੰ ਸਮਝਣ ਦੇ ਲਈ ਬਹੁਤ ਵੱਡਾ ਹੋਣਾ ਪਵੇਗਾ, ਔਰਤ ਨੂੰ ਸਮਝਣ ਦੇ ਲਈ। ਤਾਂ ਇਸ ਕਹਾਣੀ ਬਾਰੇ ਹੋਰ ਵੱਡੀ ਗੱਲਬਾਤ ਹੋਣੀ ਚਾਹੀਦੀ ਹੈ। ਬਾਕੀ ਰਾੜ ਕਹਾਣੀ ਦੇ ਵਿੱਚ ਸਾਰੀ ਪੱਖ ਤੋਂ ਗੱਲ ਹੋ ਚੁੱਕੀ ਹੈ ਕਿ ਜਿਹੜਾ ਸਾਡਾ ਮਾਨਸਿਕ ਸੰਤੁਲਨ ਆ ਉਹ ਕਿਉਂ ਵਿਗੜਦਾ, ਅਸੀਂ ਕਿਉਂ ਡਿਸਆਰਡਰ ਕਿਉਂ ਹੋ ਜਾਂਦੇ ਆ। ਉਹਦੇ ਵਿੱਚ ਇੱਕ ਤਰ੍ਹਾਂ ਦੀ ਉਹ ਬਿਮਾਰੀ ਹੈ ਜਿਹੜੀ ਉਹ ਭੋਗ ਰਹੀ ਆ, ਪੈਰਾਨੋਇਡ ਡਿਸਆਰਡਰ ਆ। ਉਹਦੀ ਜਿਹੜੀ ਪਾਤਰ ਆ ਉਹਨੂੰ ਸਾਰਾ ਕੁਛ ਸ਼ੱਕੀ ਦਿਸ ਰਿਹਾ, ਸਾਰਾ ਕੁਛ ਦੇ ਵਰਤਾਰੇ ਦੇ ਵਿੱਚੋਂ। ਉਹਦੇ ਵਿੱਚੋਂ ਇੱਕ ਛੋਟਾ ਜਿਹਾ ਸਵਾਲ ਉਠਾਉਂਦੀ ਸਰਗੀ ਕਿ ਇਹ ਜਿਹੜਾ ਸਾਡੇ ਅੰਦਰ ਦੀ ਜਿਹੜੀ ਭਾਵਨਾ, ਮਨੁੱਖੀ ਭਾਵਨਾ, ਪਿਆਰ ਦੀ ਭਾਵਨਾ ਇੱਕ ਦੂਜੇ ਨਾਲ, ਉਹ ਖਤਮ ਹੋ ਰਹੀ ਹੈ, ਉਹ ਟੁੱਟ ਰਹੀ ਹੈ ਕਿਤੇ ਨਾ ਕਿਤੇ। ਤੇ ਜੋ ਸਮਾਜ ਦੇ ਵਿੱਚ ਵਾਪਰ ਰਹੇ ਆ, ਨਿਰਭੈ ਕਾਂਡ ਹੋਵੇ ਤਾਂ ਉਸ ਤੋਂ ਬਾਅਦ ਆਸਿਫਾ ਵਰਗੇ ਕਾਂਡ ਵੀ ਵਾਪਰੇ ਆ, ਰੁਸ਼ੀ, ਨਿਰਭੈ ਤੇ ਆਸਿਫਾ ਵਰਗੇ ਕਾਂਡ ਵੀ ਵਾਪਰੇ ਤੇ ਹੋਰ ਵੀ ਵਾਪਰ ਰਹੇ ਆ। ਇਹ ਸਾਰਾ ਕੁਛ ਜਿਵੇਂ ਡਾਕਟਰ ਚਰਨਜੀਤ ਨੇ ਕਿਹਾ ਸੀ ਕਿ ਵਾਪਰਨ ਵਾਲੇ ਵਿਅਕਤੀ ਤੇ ਤਾਂ ਅਸਰ ਕਰਦਾ ਹੀ ਕਰਦਾ, ਕਿ ਉਸਨੂੰ ਜਿਹੜਾ ਸੋਚਦਾ, ਪੜ੍ਹਦਾ, ਸਮਝਦਾ, ਉਸ ਤੇ ਵੀ ਕਿਸ ਤਰ੍ਹਾਂ ਅਸਰ ਕਰਦਾ। ਇਹ ਕਹਾਣੀ ਇਸ ਪੱਖ ਤੋਂ ਬੜੀ ਕਾਬਲੇ ਤਾਰੀਫ ਹੈ। ਬਾਕੀ ਮੈਂ ਸਮਝਦਾ ਕਿ ਇਸ ਸਰਗੀ ਦੀਆਂ ਕਹਾਣੀਆਂ ਦੀ ਜਿਹੜੀਆਂ ਨਾਇਕਾਵਾਂ ਨੇ, ਉਹਨਾਂ ਸੱਭਿਆਚਾਰਕ ਜਿਹੜੇ ਟੈਬੂ, ਮੈਂ ਇਹਨਾਂ ਨੂੰ ਕਹਾਂਗੇ, ਉਹਨਾਂ ਨੂੰ ਤੋੜਦੀਆਂ ਉਹ ਆਪਣੇ ਆਪਣੇ ਮਸਰੀ ਕਹਾਣੀ ਦੇ ਵਿੱਚ। ਚੰਨੀ ਜਿਹੜਾ ਉਹ ਨਿੰਦੀ ਆ ਜਿਹੜੀ ਉਹ ਇਹਨਾਂ ਟੈਬੂ ਨੂੰ ਤੋੜਨ ਦਾ ਕੰਮ ਕਰਦੀ ਆ। ਸਾਡੇ ਸਮਾਜ ਦੇ ਵਿੱਚ ਇੱਕ ਦੋਗਲਾਪਨ ਇਸ ਪੱਖ ਤੋਂ ਦੇਖਣ ਨੂੰ ਮਿਲਦਾ ਕਿ ਜਿਹੜੇ ਵਿਆਹ ਬਾਰੇ ਸੰਬੰਧ ਆ ਜਾਂ ਸਰੀਰਕ ਸੰਬੰਧ ਆ, ਕਾਮਕ ਸੰਬੰਧ ਆ, ਇਹਨਾਂ ਬਾਰੇ ਸਾਡਾ ਸਮਾਜ ਦੋਗਲਾ। ਉਹ ਕਿਵੇਂ ਕਿ ਜਦੋਂ ਤਾਂ ਇੱਕ ਔਰਤ ਨੂੰ ਜਿਹੜਾ ਜ਼ਮੀਨ ਦੀ ਵੰਡ ਰੋਕਣ ਵਾਸਤੇ ਤਾਂ ਇੱਕ ਉਸੇ ਪਰਿਵਾਰ ਦਾ ਹੀ ਕੋਈ ਮੁਖੀ ਨਾ, ਪਿਓ ਜਾਂ ਕੋਈ ਹੋਰ, ਉਸ ਔਰਤ ਨੂੰ ਇੱਕ ਤੋਂ ਵੱਧ ਆਪਣੇ ਦੂਜੇ ਭਰਾਵਾਂ ਦੇ ਨਾਲ ਸੰਬੰਧ ਬਣਾਉਣ ਦੀ ਆਗਿਆ ਦਿੰਦਾ। ਕਿਉਂਕਿ ਸਾਡੇ ਆਮ ਹੀ ਪੰਜਾਬੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਕਿ 5 ਭਰਾ, ਉਹਨਾਂ ਦੇ ਵਿੱਚੋਂ 2 ਨੂੰ ਵਿਆਹ ਲਿਆ ਜਾਂਦਾ ਸੀਗਾ, 3 ਨੂੰ ਅਣਵਿਆਹ ਰੱਖਿਆ ਜਾਂਦਾ ਸੀ, ਤਾਂ ਕਿ ਜ਼ਮੀਨ ਦੀ ਵੰਡ ਨੂੰ ਰੋਕਿਆ ਜਾ ਸਕੇ। ਉਹੀ ਸਮਾਜ ਜਿਹੜਾ ਉਹਨਾਂ ਨੂੰ ਇਸ ਗੱਲ ਦੀ ਆਗਿਆ ਦਿੰਦਾ ਆਪਣੇ ਮੁਨਾਫੇ ਲਈ, ਉਹੀ ਸਮਾਜ ਉਸ ਔਰਤ ਨੂੰ ਇਹ ਆਗਿਆ ਨਹੀਂ ਦਿੰਦਾ ਜਦੋਂ ਉਹ ਆਪਦੀ ਮਨ ਦੀ ਸੰਤੁਸ਼ਟੀ ਲਈ ਇਸ ਤਰ੍ਹਾਂ ਦੇ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਆਪਣੀ ਮਨ ਦੀ ਸੰਤੁਸ਼ਟੀ ਲਈ ਕੋਈ ਇਹੋ ਜਿਹਾ ਕੰਮ ਕਰਦੀ ਹੈ। ਉਹੀ ਸਮਾਜ ਉਸ ਨੂੰ ਜਿਹੜਾ ਹੈਗਾ ਬਦ ਚੱਲਣ ਜਾਂ ਬਦਕਾਰ ਔਰਤ ਦੇ ਲਕਬ ਦੇ ਨਾਲ ਨਿਵਾਸ ਦਿੰਦਾ। ਸੋ ਇਸ ਤਰ੍ਹਾਂ ਦੇ ਦੰਭੀ ਸਮਾਜ ਨੂੰ ਵੀ ਸਰਗੀ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਬਾਖੂਬੀ ਉਧੇੜਿਆ। ਸਾਰੀਆਂ ਕਹਾਣੀਆਂ ਇਸ ਔਰਤ ਮਨ ਦੀ ਵੇਦਨਾ ਦੀ ਗੱਲ ਕਰਦੀਆਂ। ਬਾਕੀ ਜਿਹੜੀ ਰਬਾਬੀ ਕਹਾਣੀ ਤੇ ਜਿਸ ਦਹਾੜੇ ਹਰਿਆ ਨੀ, ਇਹ ਜਿਹੜੀਆਂ ਥੋੜੇ ਵੱਖਰੇ ਵਿਸ਼ੇ ਵਾਲੀਆਂ ਨੇ, ਜਿਨ੍ਹਾਂ ਬਾਰੇ ਡਿਟੇਲ ਦੇ ਵਿੱਚ ਗੱਲ ਹੋ ਚੁੱਕੀ ਆ। ਤੋਂ ਮੈਂ ਸਾਰੇ ਇਸ ਪ੍ਰੋਗਰਾਮ ਦੇ ਲਈ ਇਸ ਸਮੁੱਚੀ ਟੀਮ ਦੇ ਨਾਲ ਡਾਕਟਰ ਸਰਗੀ ਨੂੰ ਵੀ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਉਹਨਾਂ ਦੀਆਂ ਕਹਾਣੀਆਂ ਤੇ ਬੜੇ ਅੱਛੇ ਢੰਗ ਨਾਲ ਚਰਚਾ ਹੋਈ ਹੈ। ਉਹਨਾਂ ਤੋਂ ਅਸੀਂ ਆਸ ਕਰਾਂਗੇ ਕਿ ਅੱਗੇ ਤੋਂ ਉਹਨਾਂ ਕਹਾਣੀਆਂ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ, ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਸਾਡੇ ਸਾਹਮਣੇ ਹੋਰ ਸ਼ਿੱਦਤ ਦੇ ਨਾਲ ਪੇਸ਼ ਕਰਨਗੇ। ਸੋ ਇੱਕ ਵਾਰ ਫਿਰ ਸਾਰੇ ਸਰੋਤਿਆਂ ਦਾ ਮੈਂ ਆਪਣੇ ਵੱਲੋਂ ਸ਼ੁਕਰੀਆ ਕਰਦਾ, ਜਿਨ੍ਹਾਂ ਨੇ ਖਾਸ ਤੌਰ ਤੇ ਇਸ ਮੰਚ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਮਿਲਿਆ। ਅਗਲੀ ਕਾਰਵਾਈ ਲਈ ਮੈਂ ਸੁਰਜੀਤ ਕੌਰ ਜੀ ਨੂੰ ਸੱਦਾ ਦਿੰਦਾ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਿੰਦਰ ਸਿੰਘ ਜੀ।
ਬਹੁਤ ਸਾਰੇ ਸਾਡੇ ਕੋਲ ਕਮੈਂਟਸ ਸਾਰੇ ਚੈਟ ਦੇ ਵਿੱਚ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਅਸੀਂ 15 ਕੁ ਮਿੰਟ ਦੇ ਲਈ ਵਿਚਾਰ ਚਰਚਾ, ਜੋ ਵੀ ਸਾਰੇ ਪੇਪਰ ਪੜ੍ਹੇ ਗਏ ਨੇ ਉਹਨਾਂ ਤੇ ਕਰਨੀ ਹੈ। ਉਸ ਤੋਂ ਬਾਅਦ ਅਸੀਂ ਸਰਗੀ ਹੋਰਾਂ ਨੂੰ ਵੀ ਸਮਾਂ ਦੇਣਾ ਹੈ ਕਿ ਉਹ ਆਪਣੀ ਸਾਰੀ ਗੱਲ ਨੂੰ ਸਮੇਟ ਕੇ ਸਾਡੇ ਦੱਸ ਸਕਣ। ਤੇ ਜਿਸ ਨੇ ਵੀ ਸਵਾਲ ਪੁੱਛਣਾ ਹੋਵੇ, ਜਾਂ ਤੇ ਤੁਸੀਂ ਚੈਟ ਦੇ ਵਿੱਚ ਲਿਖ ਦਿਓ, ਤੇ ਜਾਂ ਜਿਹੜੀ ਨੀਚੇ ਥੱਲੇ ਇੱਥੇ ਜਾ ਕੇ ਤੁਸੀਂ ਹੱਥ ਖੜਾ ਕਰ ਦਿਓ, ਤਾਂ ਕਿ ਗੁਰਮੀਤ ਮੈਨੂੰ ਦੱਸਦੇ ਰਹਿਣਗੇ ਕਿ ਕਿਸ ਕਿਸ ਦਾ ਹੱਥ ਖੜਾ ਹੈ। ਸਭ ਤੋਂ ਪਹਿਲਾਂ ਜੇ ਕਿਸੇ ਨੇ ਸਵਾਲ ਕਰਨਾ ਹੈ ਤੇ ਪਲੀਜ਼, ਜੇ ਕਿਸੇ ਕੋ ਕੋਈ ਸਵਾਲ ਹੈ। ਮੇਰਾ ਤਾਂ ਖਿਆਲ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਗੱਲ ਹੋਈ ਹੈ ਵਿਸਤਾਰ 'ਚ, ਪਰ ਜੇ ਅਜੇ ਵੀ ਕਿਸੇ ਕੋਲ ਕੋਈ ਸਵਾਲ ਹੈ ਤਾਂ ਪਲੀਜ਼। ਹਾਂਜੀ ਮੈਂ ਸ਼ੁਰੂ ਕਰਾਂ ਦੀਦੀ? ਹਾਂਜੀ 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 ਹਾਂਜੀ, ਮਤਲਬ ਇਹ ਆ ਕਿ ਸਵਾਲ ਤਾਂ ਬਹੁਤ ਸਾਰੇ ਸਨ, ਪਰ ਉਹਨਾਂ ਦੇ ਜਿਹੜੇ ਜਵਾਬ ਆ ਉਹ ਸਮੀਖਿਆ ਇਸ ਢੰਗ ਨਾਲ ਹੋਈ ਕਿ ਉਹਨਾਂ ਦੇ ਵਿੱਚ ਹੀ ਸ਼ਾਮਲ ਸੀ, ਤੇ ਹਰ ਸਵਾਲ ਦਾ ਜਿਹੜਾ ਜਵਾਬ ਆ ਉਹ ਮਿਲ ਗਿਆ। ਇਸ ਬਹੁਤ ਵਧੀਆ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਵਧਾਈ। ਥੈਂਕ ਯੂ ਜੀ। ਹੋਰ ਵੀ ਕਿਸੇ ਨੇ ਕੋਈ ਟਿੱਪਣੀ ਦੇਣੀ ਹੋਵੇ ਤਾਂ ਯੂ ਆਰ ਵੈਲਕਮ। ਕੋਈ ਵੀ ਟਿੱਪਣੀ, ਤੁਸੀਂ ਛੋਟੀ ਮੋਟੀ ਜੇ ਸਵਾਲ ਨਹੀਂ ਵੀ ਹੈਗਾ, ਕਿਉਂਕਿ ਮੈਨੂੰ ਪਤਾ ਹੈ ਬਹੁਤ ਵਿਸਤਾਰ ਨਾਲ ਕਹਾਣੀਆਂ ਤੇ ਗੱਲ ਹੋ ਗਈ ਹੈ। ਹਾਂਜੀ ਦਵੀ ਕੌਰ। ਮੇਰਾ ਸਵਾਲ ਸਰਜੀਤ ਜੀ, ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਹਾਂਜੀ ਹਾਂਜੀ, ਪਹਿਲਾਂ ਜੀ ਦਵੀ ਨੇ ਹੱਥ ਖੜਾ ਕੀਤਾ। ਕੁਲਵੰਤ ਜੀ, ਇੱਕ ਮਿੰਟ ਹੈ। ਨਹੀਂ, ਉਹਨਾਂ ਨੂੰ ਕੋਈ ਗੱਲ ਨਹੀਂ, ਬੋਲਣ ਦਿਓ ਪਹਿਲਾਂ। ਹਾਂਜੀ ਚਲੋ ਕੁਲਵੰਤ ਢਿੱਲੋਂ ਜੀ। ਹਾਂਜੀ ਹਾਂਜੀ ਕੁਲਵੰਤ ਜੀ। ਹਾਂਜੀ, ਆਪਣੇ ਆਪਣੇ ਮਰਸੀਏ ਦੀਆਂ ਕਹਾਣੀਆਂ ਦੇ ਅੰਗ ਸੰਗ ਤੁਰਦਿਆਂ ਸਾਰੇ ਹੀ ਵਿਦਵਾਨਾਂ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਪੰਜਾਬੀ ਕਹਾਣੀ ਨੂੰ ਔਰਤ ਦੇ ਸੰਦਰਭ ਵਿੱਚ ਅਮੀਰ ਕਰਨ ਦੀ ਸਰਗੀ ਵਿੱਚ ਪੂਰਨ ਸਮਰੱਥਾ ਹੈ। ਬਾਕੀ ਗੱਲ ਰਹੀ ਕਿਸੇ ਵੀ ਰਚਨਾ ਦਾ ਅੱਗੇ ਜਾਂ ਪਿੱਛੇ ਰਹਿ ਜਾਣਾ ਨਹੀਂ ਹੁੰਦਾ, ਸਮੇਂ ਦੀ ਨਬਜ਼ ਨੂੰ ਪਛਾਣਨਾ ਹੁੰਦਾ ਹੈ। ਤੇ ਇਹ ਨਿਰਸੰਦੇਹ ਹੀ ਕਿਹਾ ਜਾ ਸਕਦਾ ਹੈ ਕਿ ਸਰਗੀ ਦੇ ਵਿੱਚ ਨਬਜ਼ ਢੋਣ ਦੀ ਪੂਰੀ ਸਮਰੱਥਾ ਹੈ, ਤੇ ਇਸ ਵਿੱਚ ਉਹ ਕਾਮਯਾਬ ਵੀ ਹੋਈ ਹੈ। ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ ਦਵੀ ਕੌਰ ਜੀ। ਹੈਲੋ ਦਵੀ। ਮੇਰੇ ਖਿਆਲ ਉਹਨਾਂ ਦੇ ਕਨੈਕਸ਼ਨ ਦੀ ਕੋਈ ਪ੍ਰੋਬਲਮ ਆਈ ਹੈ। ਹੋਰ ਕਿਸੇ ਨੇ ਕੁਝ ਕਹਿਣਾ ਹੋਵੇ? ਪਿਆਰਾ ਸਿੰਘ ਕੁੱਦੋਵਾਲ ਕੁਝ ਕਹਿਣਾ ਚਾਹੁੰਦੇ ਸੀਗੇ? ਹੈਲੋ। ਹਾਂਜੀ, ਮੇਰਾ ਸਵਾਲ ਸਰਗੀ ਨੂੰ ਵੀ ਰਿਫਲੈਕਸ਼ਨ ਵਾਲੇ ਯੋਧੇ। ਹੈਲੋ, ਪਹਿਲਾਂ ਦਵੀ ਹੋਰੀ ਬੋਲਣਗੇ, ਫਿਰ ਤੁਸੀਂ ਬੋਲਣਾ। ਇੱਕ ਮਿੰਟ। ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹੁਣ ਆ ਰਹੀ ਹੈ। ਹਾਂ, ਪਹਿਲਾਂ ਤਾਂ ਲਿਟਰੇਰੀ ਰਿਫਲੈਕਸ਼ਨ ਵਾਲੀਆਂ ਦੋਵੇਂ ਯੋਧਿਆਂ ਨੂੰ ਮੈਂ ਯੋਧੇ ਸ਼ਬਦ ਮਿੱਥ ਕੇ ਵਰਤ ਰਹੀ ਹਾਂ, ਬਿਯੋਂਡ ਜੈਂਡਰ। ਇੱਕ ਤਾਂ ਇਹਨਾਂ ਨੂੰ ਮੁਬਾਰਕ ਤੇ ਸਰਗੀ ਨੂੰ ਵੀ ਮੁਬਾਰਕ। ਤੇ ਮੇਰਾ ਸਵਾਲ ਸਰਗੀ ਲਈ ਹੈ, ਸਰਗੀ ਨੂੰ ਹੈ ਸਿੱਧਾ ਸੰਬੋਧਿਤ। ਹੈਗੇ ਨੇ ਨਾ, ਅਵੇਲੇਬਲ ਨੇ ਸਰਗੀ? ਹਾਂਜੀ ਹਾਂ, ਮੈਂ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਬਾਰੇ ਈਵਨ ਪ੍ਰੈਗਨੈਂਸੀ ਦੀ ਗੱਲ ਕਰਨੀ, ਜਾਂ ਈਵਨ ਦੁੱਧ ਪਿਆਉਣ ਤੱਕ, ਬੱਚੇ ਦੁੱਧ ਪਿਆਉਂਦੇ ਨੇ, ਇਹਨਾਂ ਗੱਲਾਂ ਤੇ ਮੈਂ ਕਿਉਂਕਿ ਜਰਨਲਿਸਟ ਹਾਂ, ਇਹੋ ਜਿਹੀ ਰਿਪੋਰਟਿੰਗ ਜਿਹੜੀਆਂ ਜਰਨਲਿਸਟ ਨੇ ਉਹਨਾਂ ਤੋਂ ਸੁਣੀਦਾ ਇਹੋ ਜਿਹਾ ਕੁਛ, ਇਹ ਤਜਰਬੇ ਨੇ। ਤੇ ਜਿਸ ਤਰ੍ਹਾਂ ਹੌਲੀਡੇ ਵਾਈਫ ਵਰਗੀ ਦਲੇਰਾਨਾ ਕਹਾਣੀ ਲਿਖੀ ਹੈ ਸਰਗੀ ਨੇ, ਮੈਂ ਸਰਗੀ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹਨਾਂ ਨੂੰ ਇਸ ਤਰ੍ਹਾਂ ਦਾ ਸੁਸਾਇਟੀ ਚ ਖਾਸ ਕਰਕੇ ਪੁਰਸ਼ਾਂ ਵੱਲੋਂ, ਖਾਸ ਕਰਕੇ ਪੁਰਸ਼ਾਂ ਵੱਲੋਂ ਇਸ ਤਰ੍ਹਾਂ ਮੁਸਕੜੀਏ ਹੱਸਣ ਵਰਗਾ ਉਹਨਾਂ ਦਾ ਤਜਰਬਾ ਹੋਇਆ ਕਿ ਇਹ ਹੱਸਿਆ ਗਿਆ ਹੋਵੇ ਇਹਦੇ ਤੇ? ਠੀਕ ਹੈ। ਮਤਲਬ ਸਭ ਨੂੰ ਜਿਹੜੇ ਸਵਾਲ ਤੁਸੀਂ ਜਵਾਬ ਬਾਅਦ ਚ ਦੇਣੇ ਆ, ਮੈਂ ਤੁਹਾਨੂੰ ਇੱਕੋ ਹੀ ਮਿੰਟ, ਬਸ ਇੱਕੋ ਹੀ ਸਵਾਲ ਹੋ ਰਿਹਾ। ਹਾਂਜੀ ਮੈਮ, ਇੱਕ ਮਿੰਟ, ਮੇਰਾ ਨਾ ਇਨਵਰਟਰ ਚੀਕਾਂ ਮਾਰ ਰਿਹਾ, ਤੇ ਮੈਂ ਕਿਹਾ ਕਿਤੇ ਮੈਂ ਚਲੇ ਨਾ ਜਾਵੇ ਲਾਈਟ ਨਾ ਅੱਜ। ਅੱਛਾ, ਇੱਕ ਮਿੰਟ। ਹਾਂਜੀ, ਤਦ ਕਰਕੇ ਮੈਂ ਕਹਿ ਰਹੀ ਪਿਆਰਾ ਸਿੰਘ ਜੀ। ਜੀ ਓਕੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੇ ਸਰਗੀ ਜੰਮੂ ਹੋਰਾਂ ਨੂੰ ਇਹ ਕਹਾਣੀ ਸੰਗ੍ਰਹਿ ਪੰਜਾਬੀ ਪਾਠਕਾਂ ਨੂੰ ਦੇਣ ਵਾਸਤੇ ਬਹੁਤ ਬਹੁਤ ਵਧਾਈ। ਸਾਰੀਆਂ ਹੀ ਕਹਾਣੀਆਂ ਬਹੁਤ ਹੀ ਵਧੀਆ ਕਹਾਣੀਆਂ, ਇਹਨਾਂ ਬਾਰੇ ਸਾਰੇ ਹੀ ਵਿਦਵਾਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬੜੀ ਡੂੰਘੀ ਗੱਲ ਕੀਤੀ ਹੈ, ਔਰ ਇਹਦੇ ਵਿੱਚ ਬਹੁਤ ਸਾਰਾ
ਹੋਰ ਕੁਝ ਕਹਿਣ ਨੂੰ ਮੈਨੂੰ ਲੱਗਦਾ ਬਾਕੀ ਰਿਹਾ ਨਹੀਂ, ਤੇ ਸਰਗੀ ਹੁਣਾਂ ਨੂੰ ਇਹੀ ਸੁਣਨਾ ਚਾਹੀਦਾ। ਹੌਲੀਡੇ ਵਾਈਫ ਐਂਡ ਹਾਉਂਟਡ ਹਾਊਸ ਦੋ ਕਹਾਣੀਆਂ ਜਿਹਨਾਂ ਨੇ ਮੈਨੂੰ ਕਾਫੀ ਇੰਪ੍ਰੈਸ ਕੀਤਾ, ਕਿਉਂਕਿ ਮੈਂ ਦੋ ਹੀ ਜ਼ਿਆਦਾ ਪੜ੍ਹੀਆਂ ਨੇ। ਔਰ ਇਹਦੇ ਵਿੱਚ ਜਿਹੜੀ ਹਿਊਮਨ ਸੈਂਸੁਐਲਿਟੀ ਨੂੰ ਜਿੰਨੀ ਬਾਰੀਕੀ ਔਰ ਸੁੰਦਰਤਾ ਦੇ ਨਾਲ ਸਰਗੀ ਜੰਮੂ ਹੋਣਾ ਨੇ ਪੇਸ਼ ਕੀਤਾ, ਔਰ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਪੇਸ਼ ਕੀਤਾ, ਜਿਹਦੇ ਵਿੱਚ ਵਲਗੈਰਿਟੀ ਨਹੀਂ ਸੀ, ਔਰ ਤਾਂ ਵੀ ਤੁਹਾਨੂੰ ਉਹ ਗੱਲ ਜਿਹੜੀ ਹੈ ਸਾਰੀ ਸਮਝ ਆ ਰਹੀ ਹੈ। ਇਹ ਮੈਂ ਸਮਝਦਾ ਕਿ ਇੱਕ ਲੇਖਕ ਦੀ ਬਹੁਤ ਵੱਡੀ ਸਫਲਤਾ ਹੈ ਕਿ ਉਹਨਾਂ ਨੇ ਭਾਸ਼ਾ ਦਾ ਪ੍ਰਯੋਗ ਇਸ ਤਰੀਕੇ ਨਾਲ ਕੀਤਾ ਕਿ ਮਤਲਬ ਤੁਸੀਂ ਇਸ ਕਿਤਾਬ ਨੂੰ ਬੜੇ ਚੰਗੇ ਤਰੀਕੇ ਨਾਲ ਪੜ੍ਹ ਵੀ ਸਕਦੇ ਹੋ, ਔਰ ਤੁਸੀਂ ਇੱਕ ਔਰਤ ਦੀ ਔਰ ਇੱਕ ਮਰਦ ਦੀ ਜੋ ਮਨੋਦਸ਼ਾ ਹੈ, ਉਹ ਖਾਸ ਤੌਰ ਤੇ ਸੈਂਸੁਐਲਿਟੀ ਨੂੰ ਲੈ ਕੇ, ਮੈਂ ਸੈਕਸੁਐਲਿਟੀ ਨਹੀਂ ਯੂਜ਼ ਕਰ ਰਿਹਾ ਵਰਡ, ਮੈਂ ਸੈਂਸੁਐਲਿਟੀ ਯੂਜ਼ ਕਰ ਰਿਹਾ, ਕਿਉਂਕਿ ਇਹਦਾ ਸੰਬੰਧ ਮੋਸਟਲੀ ਸੈਂਸੁਐਲਿਟੀ ਦੇ ਨਾਲ ਆ। ਬਾਕੀ ਜਿਹੜੀ ਕਾਮੁਕਤਾ ਹੈ, ਇਹ ਅਸੀਂ ਇਹਨਾਂ ਨੂੰ ਉੱਪਰ ਉਭਾਰ ਕੇ ਗੱਲਾਂ ਪੇਸ਼ ਕਰਦੇ ਹਾਂ, ਕਿਉਂਕਿ ਅਸਲ ਵਿੱਚ ਇਹ ਸਾਰੀਆਂ ਗੱਲਾਂ ਮਨ ਦੇ ਨਾਲ ਸੰਬੰਧਿਤ ਆ, ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਨੁੱਖ ਕਰਦਾ ਨਹੀਂ ਹੈ ਲੇਕਿਨ ਉਸਦੇ ਮਨ ਵਿੱਚ ਵਾਪਰਦੀਆਂ। ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਮੈਨੂੰ ਦਿਸੀ ਹੈ ਕਿ ਜਿਹੜਾ ਵੀਕਰ ਪੱਖ ਹੁੰਦਾ, ਜਿੱਦਾਂ ਫਰਜ਼ ਕਰ ਲਓ ਇੱਥੇ ਔਰਤ ਹੈ, ਚਾਹੇ ਉਹ ਚੰਨਪ੍ਰੀਤ ਹੈ, ਚਾਹੇ ਉਹ ਸ਼ਰਨ ਆ, ਚਾਹੇ ਉਸਦੀਆਂ ਬੱਚੀਆਂ ਨੇ ਗਾਂ, ਉਹ ਜਿਹੜਾ ਕੀ ਕਰਦਾ ਹੈਗਾ ਕਿ ਉਹ ਤੁਹਾਡੇ ਨਾਲ ਲੜਦਾ ਨਹੀਂ ਹੈ। ਜੇ ਉਹ ਲੜਦਾ ਵੀ ਹੈ ਤਾਂ ਥੋੜਾ ਜਿਹਾ ਲੜ ਕੇ ਚੁੱਪ ਕਰ ਜਾਂਦਾ ਜਾਂ ਉਹ ਪਿੱਛੇ ਹਟ ਜਾਂਦਾ, ਪਰ ਉਹ ਆਪਣੇ ਮਨ ਵਿੱਚ ਰੱਖਦਾ ਹੈ ਗੱਲ, ਤੇ ਉਸ ਮਨ ਵਿੱਚ ਰੱਖੀ ਹੋਈ ਗੱਲ ਨੂੰ ਉਹ ਕਿਸ ਤਰੀਕੇ ਨਾਲ ਮੁੜ ਕੇ ਸੈਟਿਸਫਾਈ ਕਰਦਾ, ਇਸ ਗੱਲ ਨੂੰ ਲੇਖਕ ਨੇ ਬੜੀ ਸਫਲਤਾ ਦੇ ਨਾਲ ਜਿਹੜਾ ਪੇਸ਼ ਕੀਤਾ। ਕਈ ਵਾਰੀ ਅਸੀਂ ਇਹਨਾਂ ਗੱਲਾਂ ਨੂੰ, ਔਰ ਅਕਸਰ ਲੇਖਕ ਇਹਨਾਂ ਗੱਲਾਂ ਨੂੰ ਇਗਨੋਰ ਕਰ ਜਾਂਦੇ ਆ ਕਿਉਂਕਿ ਅਸੀਂ ਕਹਾਣੀ ਦੇ ਵਿੱਚ ਬਹਿ ਜਾਂਦੇ, ਪਰ ਕਹਾਣੀਕਾਰਾਂ ਨੇ ਇੱਥੇ ਇਸ ਸੈਂਸੁਐਲਿਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੇਸ਼ ਕੀਤਾ, ਕਿਉਂਕਿ ਜਿਹੜੀ ਸੈਂਸੁਐਲਿਟੀ ਹੁੰਦੀ ਉਹਦੇ ਚਾਰ ਪੱਖ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੇ, ਜਿੱਦਾਂ ਇਮੋਸ਼ਨੈਲਿਟੀ ਹੋਵੇ, ਮੈਂਟਲ ਜਿਹੜੀ ਸਿਚੁਏਸ਼ਨ ਹੁੰਦੀ ਹੈ ਮਨੁੱਖ ਦੀ, ਸਪਿਰਿਚੁਅਲਿਟੀ ਵੀ ਉਹਦੇ ਵਿੱਚ ਆਉਂਦੀ ਹੈ, ਔਰ ਫਿਜ਼ੀਕਲ ਰਿਲੇਸ਼ਨਸ਼ਿਪ ਵੀ ਉਹਦੇ ਵਿੱਚ ਆਉਂਦੇ ਨੇ, ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਪ੍ਰਗਟ ਕਰਦੀ ਹੈ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ। ਜਿਹੜੀ ਹਾਉਂਟਡ ਹਾਊਸ ਦੇ ਵਿੱਚ ਜਿਹੜੀ ਮੈਨੂੰ ਜ਼ਿਆਦਾ ਗੱਲ ਇਸ ਗੱਲ ਦੀ ਜਿਹੜੀ ਇਹਨਾਂ ਨੇ ਬਹੁਤ, ਹਾਲਾਂਕਿ ਉਭਾਰ ਕੇ ਨਹੀਂ ਪੇਸ਼ ਕੀਤੀ, ਲੇਕਿਨ ਉਹਦਾ ਮੇਨ ਮੁੱਦਾ ਜਿਹੜਾ ਕਿ ਵੈਸਟਰਨ ਸੁਸਾਇਟੀ ਵਿੱਚ ਜਾਂ ਕਿ ਜਿਹੜਾ ਕਿ ਇੰਡੀਅਨ ਡਾਇਸਪੋਰਾ ਵਿੱਚ, ਇਹਨਾਂ ਕੰਟਰੀ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਦੇ ਵਿੱਚ ਬਹੁਤ ਉੱਭਰ ਕੇ ਆਇਆ, ਉਹ ਹੈਗਾ ਕਿ ਮਤਲਬ ਜਿਹੜਾ ਰੌਣਕੀ ਆ ਉਹ ਸ਼ਰਨ ਦੇ ਨਾਲ ਇਸ ਕਰਕੇ ਵਿਆਹ ਕਰਾਉਂਦਾ ਕਿਉਂਕਿ ਉਹਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਆ। ਤੋ ਇਹ ਡਾਇਸਪੋਰਾ ਦੀ ਸਭ ਤੋਂ ਵੱਡੀ ਪ੍ਰੋਬਲਮ ਵੀ ਰਹੀ ਹੈ, ਔਰ ਇਹ ਮਿਸਯੂਜ਼ ਆਫ ਇਮੀਗ੍ਰੇਸ਼ਨ ਵੀ ਰਿਹਾ। ਤੁਸੀਂ ਇਹਨੂੰ ਇਹ ਕਹਿ ਲਓ ਕਿ ਉਹ ਇੱਕ ਡਿਸੇਬਲ ਔਰਤ ਦੇ ਨਾਲ ਜਿਹੜੀ ਕਿ ਬਾਂਹ ਕੱਟੀ ਹੋਈ ਹੈ, ਇਸ ਕਰਕੇ ਵਿਆਹ ਕਰਾਉਂਦਾ ਤਾਂ ਕਿ ਉਹ ਪੱਕਾ ਹੋ ਜਾਏ। ਉਸ ਤੋਂ ਬਾਅਦ ਉਹ ਉਹਨੂੰ ਲਾਈਕ ਨਹੀਂ ਕਰਦਾ, ਉਹਦਾ ਸਿਰਫ ਫੰਕਸ਼ਨ ਇੰਨਾ ਹੀ ਹੈ ਕਿ ਉਸਨੇ ਉਹਨੂੰ ਪੱਕਾ ਕਰਵਾ ਦਿੱਤਾ। ਔਰ ਇਹ ਇੰਨੇ ਰਿਸ਼ਤਿਆਂ ਦੇ ਵਿੱਚ, ਔਰ ਇੰਨੇ ਲੋਕਾਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਨੇ ਇਹ ਕੀਤਾ, ਜਿਨ੍ਹਾਂ ਦੇ ਨਾਲ ਇਹ ਹੋਇਆ, ਔਰ ਬਾਅਦ ਵਿੱਚ ਔਰਤਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ, ਔਰ ਇਹ ਅੱਜ ਵੀ ਹੋ ਰਿਹਾ। ਹੁਣ ਜਿਹੜਾ ਨਵਾਂ ਵਰਗ ਇੱਥੇ ਆ ਰਿਹਾ, ਚਾਹੇ ਸਟੂਡੈਂਟ ਵਰਗ ਵੀ ਤੁਸੀਂ ਲੈ ਲਓ, ਉੱਥੇ ਵੀ ਇਹ ਹੋ ਰਿਹਾ ਕਿ ਜਿਹੜੀਆਂ ਮੈਰਿਜਸ ਹੋ ਰਹੀਆਂ ਨੇ ਕਿ ਹਾਂਜੀ ਕੁੜੀ ਨੇ ਆਈਲੈਟਸ ਕਰ ਲਏ ਨੇ ਤੇ ਮੁੰਡੇ ਨੇ ਨਹੀਂ ਕੀਤੇ, ਤੇ ਉਹ ਵਿਆਹ ਕਰਾ ਕੇ ਇੱਥੇ ਆਉਣਾ, ਔਰ ਬਾਅਦ ਵਿੱਚ 2-3 ਸਾਲਾਂ ਬਾਅਦ ਜਿਹੜੇ ਇੱਥੇ ਵੀ ਸਿਆਪੇ ਪੈ ਰਹੇ ਨੇ, ਉਹਨਾਂ ਗੱਲਾਂ ਨੂੰ ਵੀ ਇਹ ਕਹਾਣੀ ਅਗਾਊਂ ਪ੍ਰਗਟ ਕਰ ਰਹੀ ਹੈ ਕਿ ਇਹ ਜਿਹੜਾ ਡਾਇਸਪੋਰਾ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ। ਤੇ ਬਾਅਦ ਵਿੱਚ ਜਿਹੜੀ ਉਹਦੀ ਬੇਟੀ ਉਹ ਕਹਿੰਦੀ ਕਿ ਇਹ ਹਾਉਂਟਡ ਹਾਊਸ ਹੈ ਤੇ ਮੈਂ ਇਹਦੇ ਵਿੱਚ ਨਹੀਂ ਰਵਾਂ, ਉਹ ਵਾਪਸ ਚਲੀ ਜਾਵੇ। ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਖੂਬਸੂਰਤ ਗੱਲ ਲੇਖਕ ਨੇ ਦੱਸੀ ਹੈ ਕਿ ਡਿਸੇਬਲ ਹੋਣ ਦੇ ਬਾਵਜੂਦ ਵੀ ਜਿਹੜੀ ਸ਼ਰਨ ਆ ਉਹ ਆਪਣੇ ਹਸਬੈਂਡ ਨੂੰ ਚੈਲੰਜ ਕਰਕੇ ਜਾਂਦੀ ਹੈ, ਔਰ ਉਹ ਮਾਣ ਨਾਲ ਜਿਉਂਦੀ ਆ ਇਹ ਆਖਰੀ ਸ਼ਬਦ ਤੱਕ। ਇਹ ਬੜੀ ਵੱਡੀ ਗੱਲ ਹੈ। ਤਾਂ ਮੈਂ ਜ਼ਿਆਦਾ ਨਾ ਬੋਲਦਾ ਹੈ ਕਿਉਂਕਿ ਆਲਰੇਡੀ ਇਹਦੇ ਤੇ ਬਹੁਤ ਵਾਰੀ ਗੱਲ ਹੋ ਚੁੱਕੀ ਹੈ। ਮੈਂ ਇੱਕ ਵਾਰ ਫੇਰ ਸਰਗੀ ਜੰਮੂ ਹੋਰਾਂ ਨੂੰ ਉਹਨਾਂ ਦੇ ਇਸ ਕਹਾਣੀ ਸੰਗ੍ਰਹਿ ਵਾਸਤੇ ਬਹੁਤ ਬਹੁਤ ਵਧਾਈ ਦਿੰਦਾ, ਔਰ ਸੁਰਜੀਤ ਤੇ ਗੁਰਮੀਤ ਹੋਰਾਂ ਨੂੰ ਵੀ ਬਹੁਤ ਵਧੀਆ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਇੰਨਾ ਖੂਬਸੂਰਤ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ, ਔਰ ਅਸੀਂ ਬਹੁਤ ਸਾਰੀਆਂ ਸਾਹਿਤਕ ਗੱਲਾਂ ਦਾ ਨੂੰ ਮਾਣ ਸਕੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੌਰੀ, ਮੈਂ ਮਿਊਟ ਹੋ ਗਈ ਹੋਈ ਸੀ। ਥੈਂਕ ਯੂ ਜੀ। ਹੁਣ ਮੈਂ ਬਹੁਤੀ ਗੱਲਾਂ ਨਾ ਕਰਦੀ ਹੋਏ ਡਾਕਟਰ ਸਰਗੀ ਹੋਰਾਂ ਨੂੰ ਇਨਵਾਈਟ ਕਰਦੀ ਹਾਂ ਕਿ ਉਹ ਆਪਣੀ ਗੱਲ ਕਹਿਣ, ਕਿਉਂਕਿ ਉਹਨਾਂ ਦੀ ਬੈਟਰੀ ਮੁੱਕ ਰਹੀ ਆ, ਉਹਨਾਂ ਦੀ ਲਾਈਟ ਹੈ ਨਹੀਂ ਉਹਨਾਂ ਦੇ ਘਰ। ਹਾਂਜੀ ਸਰਗੀ ਜੀ, ਪਲੀਜ਼।
ਹਾਂਜੀ। ਸੁਰਜੀਤ ਜੀ, ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਸੀਗੀ। ਨਹੀਂ, ਉਹਨਾਂ ਦੀ ਪ੍ਰੋਬਲਮ ਹੈ ਲਾਈਟ ਦੀ। ਇੱਕ ਮਿੰਟ ਬਾਅਦ ਕੋਈ ਚ ਗੱਲ ਨਹੀਂ, ਕਰਾਂਗੇ। ਇੱਕ ਸਕਿੰਟ ਨਾਲ ਕੁਝ ਨਹੀਂ ਹੋਣਾ। ਉਹ ਇਹ ਹਾਂ। ਆ ਭਈ ਸਰਗੀ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਕਿ ਜਿੱਥੇ ਉਹਨੇ ਕਹਾਣੀ ਦੇ ਵਿੱਚ ਨਿਵੇਕਲੀ ਗੱਲ ਕੀਤੀ ਆ ਨਾ, ਉਹਨੇ ਇਹ ਵੀ ਕਹਿਤਾ ਭਈ ਵੇਖੋ, ਜਿਹੜਾ ਮੈਨੂੰ ਪੁਸ਼ਤੈਨੀ ਨਾਂ ਮਿਲਿਆ ਸੀਗਾ, ਮੇਰੇ ਨਾਂ ਦੇ ਨਾਲ ਜੰਮੂ ਲੱਗਦਾ ਸੀਗਾ, ਉਹ ਵੀ ਮੈਂ ਹੁਣ ਛੱਡ ਦਿੱਤਾ। ਤੇ ਜਿਹੜਾ ਮੈਂ PhD ਕੀਤੀ ਸੀਗੀ, ਉਹ ਵੀ ਗਾਊਨ ਲਾ ਕੇ ਤੇ ਮੈਂ ਅਲਮਾਰੀ ਦੇ ਵਿੱਚ ਸਾਂਭ ਲਿਆ। ਤੇ ਮੈਂ ਹੁਣ ਨਿਰੋਲ ਸਰਗੀ ਆ, ਸਰਗੀ ਪੰਜਾਬੀ ਦੀ ਕਹਾਣੀਕਾਰ। ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਹੈਲੋ ਸਰਗੀ, ਤੇਰੇ ਘਰ ਦੀ ਬੈਟਰੀ ਉੱਡ ਰਹੀ ਆ, ਇਸ ਕਰਕੇ ਮੈਂ ਤੈਨੂੰ ਇੱਥੇ ਕੁਝ ਨਹੀਂ ਪੁੱਛਦੀ। ਮੈਂ ਕੱਲ ਫੋਨ ਤੇ ਗੱਲ ਕਰਕੇ ਕੁਐਸਚਨ ਆਪਣਾ ਡਿਸਕਸ ਕਰ ਲਾਂਗੀ ਤੇ ਤੁਸੀਂ ਸ਼ੁਰੂ ਕਰੋ। ਸਰਗਿਆ, ਤੈਨੂੰ ਬਹੁਤ ਬਹੁਤ ਵਧਾਈਆਂ, ਬਹੁਤ ਵਧੀਆ ਕਹਾਣੀ ਸੰਗ੍ਰਹਿ ਲਿਖਿਆ ਤੂੰ, ਤੇ ਮੈਂ ਕੱਲ ਤੁਹਾਡੇ ਨਾਲ ਗੱਲ ਕਰਾਂਗੀ। ਓਕੇ। ਹਾਂਜੀ, ਮੰਚ ਤੇ ਸਾਰੇ ਮੈਨੂੰ ਇੱਕ ਜਿਹੜਾ ਤੁਸੀਂ ਮੰਚ ਤਿਆਰ ਕੀਤਾ ਹੈ, ਔਰ ਉਹਦੇ ਲਈ ਸਰਜੀਤ ਮੈਡਮ, ਪਨਾਗ ਮੈਡਮ ਔਰ ਜਗੀਰ ਸਿੰਘ ਕਾਹਲੋ ਸਰ ਹੁਣਾਂ ਨੂੰ ਮੈਂ ਨਤਮਸਤਕ ਹਾਂ। ਤੇ ਇਸ ਦੇ ਨਾਲ ਹੀ ਮੇਰੇ ਨਾਲ ਜਿਹੜੀਆਂ ਵੀ ਮੇਰੀਆਂ ਸਹੇਲੀਆਂ, ਸਖੀਆਂ, ਦੋਸਤ, ਮਿੱਤਰ, ਜਿਹੜੇ ਅੱਖਰਾਂ ਦੀ ਸਾਂਝ ਕਰਕੇ ਆਪਾਂ ਮੈਨੂੰ ਦੇਸ ਰਹੇ ਨੇ, ਰਸ਼ਪਾਲ ਗਿੱਲ ਜੀ, नीलम सैनी हो रही, और परमजीत दियोल हो रही, और चरणजीत मैडम और सुनीता शर्मा मैम, दवी मैम, सब नूं मेरी सत श्री अकाल। और वेखो, इन्नियां कहानियां बारे गल्लां कीतियां, और मैं बहुत अपने आप नूं खुश नसीब समझदी है कि ਇਹ ਮੈਂ ਬਹੁਤੇ ਛੰਗਣੇ ਮੰਗਣੇ ਮੈਨੂੰ ਬਹੁਤੇ ਕਰਨੇ ਨਹੀਂ ਆਉਂਦੇ, ਤੇ ਤੁਸੀਂ ਆਪੇ ਹੀ ਇਹ ਸਾਰਾ ਕੁਝ ਕਰ ਲਿਆ ਆ। ਔਰ ਮੈਂ ਅਜੇ ਤੱਕ ਕਿਤਾਬ ਵੀ ਕਿਤੇ ਬਹੁਤੀ ਰਿਲੀਜ਼ ਨਹੀਂ ਕੀਤੀ, ਔਰ ਵੇਖੋ 7 ਸਮੁੰਦਰੋਂ ਪਾਰ ਬੈਠਿਆਂ ਨੇ ਤੁਸੀਂ ਇਸ ਤਰ੍ਹਾਂ ਦਾ ਕੰਮ ਕੀਤਾ ਆ। ਤੇ ਮੈਨੂੰ ਜਦੋਂ ਮੈਂ ਆਪਣੇ ਘਰ ਛੋਟੀ ਹੁੰਦੀ ਸੀਗੀ ਤਾਂ ਮੇਰੇ ਫਾਦਰ ਹੁਣੀ ਘਰ ਦੇ ਵਿੱਚ ਮਹਿਫਲਾਂ ਲੱਗਦੀਆਂ ਸੀਗੀਆਂ, ਤਾਂ ਉਹ ਮਹਿਫਲਾਂ ਹੋਰ ਤਰ੍ਹਾਂ ਦੀਆਂ ਸੀ। ਅੱਜ ਅਸੀਂ ਟੈਕਨੀਕਲੀ ਯੁੱਗ ਦੇ ਵਿੱਚ ਹਾਂ, ਤਾਂ ਇਹ ਮਹਿਫਲ ਵੀ ਕੋਈ ਬੜੀ ਵਧੀਆ ਹੈਗੀ ਹੈ। ਤੇ ਮੈਂ ਤੁਹਾਨੂੰ ਅੱਗੇ ਵੀ ਦੱਸ ਰਹੀ ਕਿ ਇਨਵਰਟਰ ਚੀਕਾਂ ਮਾਰ ਰਿਹਾ ਹੈਗਾ, ਤੇ ਥੱਲੇ ਘਰ ਵਾਲੇ ਵੀ ਚੀਕਾਂ ਮਾਰ ਰਹੇ ਆ ਵੀ ਇਹ ਪਤਾ ਨਹੀਂ ਕੀ ਕਰੀ ਜਾ ਰਹੀ ਹੈ ਅੱਜ। ਤੇ ਬਾਕੀ ਕਹਾਣੀਆਂ ਬਾਰੇ ਤੁਸੀਂ ਜੋ ਵੀ ਕਿਹਾ, ਜੋ ਇਹਨਾਂ ਦੀਆਂ ਚੰਗੀਆਂ ਗੱਲਾਂ ਹਨ ਉਹ ਸਭ ਤੁਹਾਡੀਆਂ ਹਨ, ਜਿਹੜੀਆਂ ਨਕੰਮੀਆਂ ਹਨ ਉਹ ਸਭ ਮੇਰੀਆਂ ਹਨ। ਔਰ ਦਵੀ ਮੈਮ ਹੁਣਾਂ ਦਾ ਸਵਾਲ ਮੈਨੂੰ ਬਹੁਤਾ ਸਮਝ ਨਹੀਂ ਆਇਆ, ਆਵਾਜ਼ ਦੀ ਥੋੜੀ ਜਿਹੀ ਟੁੱਟਵਾਂ ਸੀਗਾ, ਤੇ ਜੇ ਰਿਪੀਟ ਕਰ ਦੋ ਤਾਂ ਮੈਂ ਤੁਹਾਡੇ ਨਾਲ ਹਾਂਜੀ, ਮੇਰਾ ਸਵਾਲ ਇਹ ਹੈ ਕਿ ਔਰਤਾਂ ਬਾਰੇ ਕੋਈ ਵੀ ਗੱਲ ਹੋਵੇ, ਸੈਕਸੁਅਲਿਟੀ, ਉਹਨਾਂ ਦੀ ਸੈਂਸੁਅਲਿਟੀ ਜਿਸ ਤਰ੍ਹਾਂ ਦੀ ਗੱਲ ਕਰਨਾ ਤਾਂ ਬਹੁਤ ਵੱਡਾ ਬੋਲਡ ਸਟੈਪ ਉਹਨੂੰ ਮੰਨ ਲਿਆ ਜਾਂਦਾ ਹੈ, ਹਨਾ। ਈਵਨ ਪ੍ਰੈਗਨੈਂਟ ਔਰਤ ਬਾਰੇ ਵੀ ਦੱਬੇ ਸ਼ਬਦਾਂ ਵਿੱਚ ਗੱਲ ਕੀਤੀ ਜਾਂਦੀ ਹੈ। ਤੇ ਮੈਂ ਕਹਿ ਰਹੀ ਹਾਂ ਕਿ ਹੌਲੀਡੇ ਵਾਈਫ ਵਰਗੀ ਬਹੁਤ ਦਲੇਰਾਨਾ ਕਹਾਣੀ ਹੈ ਜਿਹੜੀ, ਜਿੱਥੇ ਔਰਤ ਦੀ ਸੈਕਸੁਅਲਿਟੀ ਦੀ ਗੱਲ ਹੈ। ਤੇ ਕੀ ਤੁਹਾਨੂੰ ਆਲੇ ਦੁਆਲੇ ਜਿਸ ਤਰ੍ਹਾਂ ਲੋਕ ਮੁਸਕੜੀਆਂ ਹੱਸਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਤੇ, ਕੀ ਤੁਹਾਡਾ ਕਦੇ ਇਸ ਤਰ੍ਹਾਂ ਦਾ ਵਾਹ ਵਾਸਤਾ ਜਾਂ ਇਸ ਤਰ੍ਹਾਂ ਦੇ ਵਾਕਿਏ ਦੇ ਰੂਬਰੂ ਹੋਏ ਹੋ ਤੁਸੀਂ ਕਦੀ? ਸੁਸਾਇਟੀ ਇੰਨੀ ਓਪਨ ਹੋਈ ਨਹੀਂ, ਪੜ੍ਹੇ ਲਿਖੇ ਲੋਕ ਵੀ ਬਹੁਤ ਦੱਬੀ ਸੋਚ ਔਰ ਆਪਣੀ ਨੂੰਹ ਧੀ ਦੇ ਪ੍ਰੈਗਨੈਂਟ ਹੋਣ ਦੀ ਗੱਲ ਕਰਦੇ ਨੇ, ਹਨਾ। ਤੇ ਇੱਥੇ ਤਾਂ ਬਹੁਤ ਵੱਡਾ ਸਵਾਲ ਹੈ ਔਰਤ ਦੀ ਬਰਾਬਰਤਾ ਦਾ, ਔਰਤ ਦੀ ਦੇਹ ਦੀਆਂ ਲੋੜਾਂ ਦਾ, ਮੈਂ ਕਹਿ ਰਹੀ ਹਾਂ। ਹਾਂਜੀ, ਹਾਂ, ਵੇਖੋ ਮੈਂ ਇਸ ਤਰ੍ਹਾਂ ਦੀ ਗੱਲ ਕੋਈ ਮਹਿਸੂਸ ਨਹੀਂ ਕੀਤੀ। ਹਾਂ, ਮੈਂ ਥੋੜਾ ਜਿਹਾ ਇਸ ਤਰ੍ਹਾਂ ਜਦੋਂ ਮੈਂ ਕਹਾਣੀ ਲਿਖ ਲਈ ਤਾਂ ਮੈਂ ਸ਼ਾਇਦ ਚਰਨਜੀਤ ਮੈਮ ਹੋਰਾਂ ਨਾਲ ਵੀ ਗੱਲ ਕੀਤੀ ਸੀ ਵੀ ਹੁਣ ਬੰਦੇ ਪਤਾ ਨਹੀਂ ਬੰਦਿਆਂ ਨੂੰ ਭੜਥੂ ਪਊਗਾ ਕਿ ਨਹੀਂ, ਉਹ ਕਹਿੰਦੀ ਪੱਕਾ ਪਊਗਾ, ਹੈ ਨਾ। ਇਸ ਤਰ੍ਹਾਂ ਦੀ ਮੈਂ ਥੋੜੀ ਜਿਹੀ ਗੱਲ ਕੀਤੀ ਸੀਗੀ। ਬਾਕੀ ਰਹੀ ਗੱਲ, ਵੇਖੋ ਇਹਦੇ ਵਿੱਚ ਕਾਮਕ ਮਸਲਾ ਜੋ ਮੈਂ, ਕਿਉਂਕਿ ਮੈਂ ਕਹਾਣੀ ਦੀ ਸਟੂਡੈਂਟ ਆ, ਕਹਾਣੀ ਦੀ ਪਾਠਕ ਆ, ਕਹਾਣੀ ਖੁਦ ਲਿਖਦੀ ਆ, ਮੈਂ ਇਹ ਨਹੀਂ ਕਹੂੰਗੀ ਕਿ ਮੈਂ ਕਹਾਣੀ ਬਾਰੇ ਬਹੁਤ ਕੁਝ ਜਾਣਦੀ ਹਾਂ, ਪਰ ਫਿਰ ਵੀ ਥੋੜਾ ਜਿਹਾ ਜਾਣਦੀ ਹਾਂ। ਇਹਦੇ ਵਿੱਚ ਕਾਮਕ ਮਸਲੇ ਨਹੀਂ ਆ, ਇਹਦੇ ਵਿੱਚ ਸੈਂਸੁਅਲਿਟੀ ਦੇ ਮਸਲੇ ਹਨ, ਜਿਵੇਂ ਇਹਨਾਂ ਨੇ ਡਾਕਟਰ ਪਿਆਰਾ ਸਿੰਘ ਹੋਰਾਂ ਨੇ ਸ਼ਾਇਦ ਗੱਲ ਕੀਤੀ ਸੀ। ਇਹਦੇ ਵਿੱਚ ਔਰਤ ਦੀ ਸਵੈਮਾਨ ਦਾ ਮਸਲਾ ਹੈ, ਇਹਦੇ ਵਿੱਚ ਔਰਤ ਦੇ ਅਸਤਿਤਵ ਦਾ ਮਸਲਾ ਹੈ। ਕਾਮਕਤਾ ਜਿਹੜੀ ਹੈ, ਵੇਖੋ ਉਹ ਸਾਡੇ ਜਿਵੇਂ ਮਰਦ ਦੀ ਲੋੜ, ਪਿਓਰ ਸੈਕਸੁਅਲਿਟੀ ਤਾਂ ਨਹੀਂ ਹੈ, ਮੈਂ ਸੈਂਸੁਅਲਿਟੀ ਨਾਲ ਵਰਤਿਆ ਸ਼ਬਦ ਜੀ। ਹਾਂ, ਉਹੀ ਮੈਂ ਗੱਲ ਤੇ ਆ ਰਹੀ ਹਾਂ। ਔਰ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਉਹ ਹੁਣ ਮੇਰਾ ਇੱਕ ਸਮਕਾਲੀ ਸੀਗਾ, ਉਹਦੇ ਨਾਲ ਮੇਰੀ ਕਹਾਣੀ ਵੀ ਛਪੀ ਸੀਗੀ, ਔਰ ਉਹਨੇ ਮੈਨੂੰ ਇੱਕ ਗੱਲ ਕਹੀ ਕਿ ਇਹ ਕਹਾਣੀਆਂ ਬੜੀਆਂ ਖਤਰਨਾਕ ਲਿਖਣ ਲੱਗ ਪਈ, ਜਦਕਿ ਮੈਨੂੰ ਉਹਦੇ ਚ ਖਤਰਨਾਕ ਵਰਗੀ ਕੋਈ ਗੱਲ ਨਹੀਂ ਲੱਗਦੀ ਕਹਾਣੀ ਦੇ ਵਿੱਚ। ਇਹ ਗੱਲਾਂ ਸਾਡੇ ਆਲੇ ਦੁਆਲੇ ਹੀ, ਵੇਖੋ ਕਹਾਣੀਕਾਰ ਜਿਹੜਾ ਹੈਗਾ ਆ ਨਾ, ਉਹਦੇ ਕੋਲ ਜਿਵੇਂ ਫਰਾਇਡ ਕਹਿੰਦਾ ਹੈ ਕਿ ਲੇਖਕ ਕੌਣ ਹੈ, ਲੇਖਕ ਜਿਹਦਾ
ਜਿਹੜਾ ਅਵਚੇਤਨ ਹੈ ਨਾ ਉਹ ਕ੍ਰੀਏਟਿਵ ਹੁੰਦਾ ਹੈਗਾ ਲੇਖਕ ਦਾ, ਔਰ ਸਭ ਦੇ ਕੋਲ ਸੰਵੇਦਨਾ ਹੈ। ਇੱਕ ਇਹ ਹੌਲੀਡੇ ਵਾਈਫ ਦਾ ਜੇ ਮੈਂ ਤੁਹਾਨੂੰ ਦੱਸਾਂ ਤਾਂ ਇੱਕ ਪੰਜਾਬੀ ਦਾ ਟ੍ਰਿਬਿਊਨ ਦੇ ਵਿੱਚ ਇੱਕ ਵਾਰ ਆਇਆ ਸੀ ਹੌਲੀਡੇ ਵਾਈਫਸ ਬਾਰੇ, ਤਾਂ ਉਹਦੇ ਤੋਂ ਮੇਰੇ ਦਿਮਾਗ 'ਚ ਬੈਠ ਗਿਆ ਕਿ ਕਮਾਲ ਦੀ ਟਰਮ ਦੇ ਛੱਡੀ ਹੌਲੀਡੇ ਵਾਈਫ ਹੈ। ਮਤਲਬ ਮੇਰੇ ਅੰਦਰਲੀ ਬੈਠੀ ਔਰਤ ਧੁਰ ਤੱਕ ਚੀਰੀ ਗਈ ਕਿ ਹੌਲੀਡੇ ਵਾਈਫ। ਫਿਰ ਮੇਰੀ ਇੱਕ ਸਾਡੇ ਸ਼ਰੀਕੇ ਚੋਂ ਹੀ ਮੇਰੀ ਕਜ਼ਨ ਨਾਲ ਇਸ ਤਰ੍ਹਾਂ ਦਾ ਵਾਕਿਆ ਵਾਪਰਦਾ, ਉਹ ਥੋੜੀਆਂ ਬਹੁਤ ਆਪਣੀਆਂ ਗੱਲਾਂ ਕਰਦੀ ਸੀ। ਹੁਣ ਉਹ ਗੱਲਾਂ ਦੇ ਨਾਲ ਨਾਲ ਫਿਰ ਸਾਰਾ ਕੁਝ ਜਿਹੜਾ ਸੀ ਨਾ ਤਾਣਾ ਬਾਣਾ ਬੁਣਦਾ ਗਿਆ। ਨੰਬਰ 2 ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਕਿ ਹਾਂ ਹੱਸਦੇ ਹੋਣਗੇ, ਮਿਣ ਕਰਦੇ ਵੀ ਹੋਣਗੇ, ਇਹ ਬੰਦੇ ਹੈ ਨਾ, ਉਹ ਸਾਰਾ ਕੁਝ ਹੁੰਦਾ ਆ। ਪਰ ਮੈਂ ਜਦੋਂ ਵੇਖੋ ਜੇ ਲੇਖਕ ਹੋ ਤਾਂ ਸੱਚ ਲਿਖੋ, ਤੇ ਜੇ ਸੱਚ ਲਿਖਣ ਲੱਗਿਆ ਇਹ ਸਾਡੀਆਂ ਗੱਲਾਂ ਹਨ, ਸਾਡੇ ਆਸ-ਪਾਸ ਦੀਆਂ ਗੱਲਾਂ ਹਨ। ਮਰਦ ਔਰਤ ਬਿਨਾਂ ਅਧੂਰਾ ਹੈ, ਔਰਤ ਮਰਦ ਬਿਨਾਂ ਅਧੂਰੀ ਹੈ। ਔਰ ਜੇ ਇਹ ਕਹਾਣੀਆਂ ਕਿਤੇ ਨਾ ਕਿਤੇ ਔਰਤ ਦੇ ਅੰਦਰ ਜੋ ਵਾਪਰ ਰਿਹਾ ਹੈ ਮਰਦਾਂ ਨੂੰ ਪਤਾ ਲੱਗੇ ਤਾਂ ਮੈਂ ਨਹੀਂ ਕਹਿੰਦੀ ਕਿ ਇੰਨਾ ਹੀ ਕਹਾਣੀਆਂ ਰਹੇ ਜਿਹੜੀਆਂ ਵੀ ਸਾਡੇ ਹੋਰ ਲੋਕ ਲਿਖ ਰਹੇ ਹਨ, ਤਾਂ ਫਿਰ ਉਹ ਗੱਲ ਵਧੀਆ ਹੀ ਹੋਏਗੀ ਨਾ, ਕਿ ਬੰਦਾ ਜਾਣੇ ਕਿ ਉਸ ਔਰਤ ਦਾ ਸਵੈਮਾਨ ਜਦੋਂ ਟੁੱਟਦਾ ਹੈ ਤਾਂ ਕਿਵੇਂ ਉਹ ਜਿਉਂਦੇ ਜੀ ਰਿਸ਼ਤਿਆਂ ਦਾ ਸਰਾਧ ਕਰ ਦਿੰਦੀ ਹੈ। ਠੀਕ ਹੈ ਨਾ। ਔਰ ਇਸੇ ਤਰੀਕੇ ਦੇ ਜਿਵੇਂ ਤੁਸੀਂ ਪ੍ਰੈਗਨੈਂਟ ਜਾਂ ਉਹਦੇ ਵਿੱਚ ਕੁੜੀਆਂ ਕਹਾਣੀ ਵੀ ਤੁਸੀਂ ਵੇਖ ਲਓ ਤਾਂ ਉਹ ਲੋਕ ਕਰਦੇ ਹੋਣਗੇ, ਪਿੱਠ ਪਿੱਛੇ ਕਰਦੇ ਹੋਣਗੇ। ਜਿਹੜੀ ਮਰਦ ਜਾਤ ਹੁੰਦੀ ਨਾ, ਜਿੱਡਾ ਕਿ ਮੇਰਾ ਤਜਰਬਾ ਹੈ, ਪਿੱਠ ਪਿੱਛੇ ਬਥੇਰੀਆਂ ਗੱਲਾਂ ਕਰਦੀ, ਜਦੋਂ ਸਾਹਮਣੇ ਉਹਦੇ ਮੇਮਣੇ ਜੇ ਬਣ ਜਾਂਦੇ ਸਾਰੇ। ਤਾਂ ਇਹ ਜਿਹੜੀ ਗੱਲ ਹੈ ਉਹ ਵੀ ਸਾਰੀ ਗੱਲ ਆਉਂਦੀ ਹੈਗੀ। ਤਾਂ ਇੱਕ ਗੱਲ ਹੋਰ ਹੈਗੀ ਹੈ ਕਿ ਪ੍ਰਗਟ ਹੋਰਾਂ ਨੇ ਗੱਲ ਕੀਤੀ ਸੀ ਕਿ ਉਹ ਜਿਹੜੀਆਂ ਵੀ ਕਹਾਣੀ ਦੀ ਇਹ ਕਾਮਕਤਾ ਦੀਆਂ ਕਹਾਣੀਆਂ ਨਹੀਂ ਹੈ, ਇਹ ਔਰਤ ਦੇ ਅਸਤਿਤਵ ਦੀਆਂ, ਜਿੱਥੇ ਅਸਤਿਤਵ ਕਿੱਥੇ ਟੁੱਟਦਾ ਹੈ ਉਹਦਾ, ਉਹਨੂੰ ਇਹ ਨਹੀਂ ਹੈ ਕਿ ਉਹ ਦੂਰ ਗਿਆ ਹੈ ਤਾਂ ਉਹਦੇ ਅੰਦਰ ਖਲਬਲੀ ਪੈ ਰਹੀ ਹੈ ਕਿ ਮੈਨੂੰ ਲੋੜ ਹੈ, ਮੇਰੇ ਸਰੀਰ ਨੂੰ ਲੋੜ ਹੈ। ਦੂਰ ਗਏ ਦੀ ਖਲਬਲੀ ਨਹੀਂ, ਜਦੋਂ ਉਹ ਕਹਿੰਦਾ ਹੈ ਕਿ ਤੇਰੇ ਚ ਗੋਰੀਆਂ ਵਰਗਾ ਡੰਗ ਨਹੀਂ ਹੈਗਾ, ਉੱਥੇ ਔਰਤ ਮਰ ਜਾਂਦੀ ਹੈ, ਉੱਥੇ ਉਹਦਾ ਅਸਤਿਤਵ ਜਿਹੜਾ ਹੈ, ਉੱਥੇ ਉਹਦੀ ਹੋਂਦ ਜਿਹੜੀ ਹੈ ਬਲੂੰਦਰੀ ਜਾਂਦੀ ਹੈ। ਤਾਂ ਉਹ ਫਿਰ ਉਸ ਚੀਜ਼ ਦੀ ਭਰਪਾਈ ਜਿਹੜੀ ਹੈ ਉਹ ਗੁਪਤ ਰੂਪ ਚ ਕਰਦੀ ਹੈ, ਔਰ ਉਹ ਕਹਿੰਦੀ ਹੈ ਕਿ ਇਹ ਜਿਹੜੀਆਂ ਨੇਰੀਆਂ ਆਈਆਂ ਉਹ ਤੇਰੇ ਲਈ ਨਹੀਂ ਆਈਆਂ। ਜਦੋਂ ਇੱਕ ਥਾਂ ਤੇ ਕਹਿੰਦਾ ਵੀ ਤੂੰ ਤੇ ਅੱਜ ਨੇਰੀਆਂ ਲਿਆਤੀਆਂ, ਤਾਂ ਉਹ ਦਿਲ ਚ ਸੋਚ ਰਹੀ ਹੈ ਕਿ ਜਿਹੜੀਆਂ ਨੇਰੀਆਂ ਆਈਆਂ ਤੇਰੇ ਲਈ ਨਹੀਂ ਆਈਆਂ। ਉਹ ਇੱਕ ਮਤਲਬ ਇੱਥੇ ਜਿਹੜਾ ਹੈ ਇਹਨਾਂ ਕਹਾਣੀਆਂ ਨੂੰ ਸਮਝਣ, ਜਿਹੜਾ ਆਪਾਂ ਸਮਝਦੇ ਹਾਂ ਜਾਂ ਜਿਵੇਂ ਮੈਂ ਸੋਚਦੀ ਹਾਂ ਇਹਨਾਂ ਕਹਾਣੀਆਂ ਮੇਰਾ, ਕਿਉਂਕਿ ਲੇਖਕ ਜਿਹੜਾ ਲਿਖ ਕੇ ਛੱਡ ਦਿੰਦਾ ਹੈ, ਅੱਗੋਂ ਜੋ ਕੋਈ ਉਹਦੇ ਬਾਰੇ ਸਮਝ ਰਿਹਾ ਹੈ ਉਹ ਹਰ ਇੱਕ ਦਾ ਆਪਣਾ ਆਪਣਾ ਜਾਵੀਆ ਹੁੰਦਾ ਹੈ। ਇਸੇ ਤਰ੍ਹਾਂ ਇੱਕ ਗੱਲ ਹੋਰ ਹੈ ਕਿ ਜਦੋਂ ਗੱਲ ਕਰਦੇ ਹਨ ਕਿ ਕਹਾਣੀਆਂ ਜਿਹੜੀਆਂ ਹਨ ਅਧਿਆਤਮਕਤਾ ਵੱਲ ਮੋੜਾ ਕੱਟਦੀਆਂ ਹਨ, ਨਹੀਂ, ਉਹ ਅਧਿਆਤਮਕਤਾ ਵੱਲ ਸਿਰਫ ਇੱਕ ਕਹਾਣੀ ਮੋੜਾ ਕੱਟਦੀ ਹੈਗੀ ਹੈ, ਔਰ ਬਾਕੀ ਤਾਂ ਉਹ ਜਿਹੜੇ ਸਾਡੀਆਂ ਗੁਰਬਾਣੀ ਦੀਆਂ ਤੁਕਾਂ ਹਨ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਉਹਦੇ ਨਾਲ ਸੰਵਾਦ ਰਚਾ ਰਹੀਆਂ ਹਨ। ਜਾਂ ਜਦੋਂ ਕਹਿ ਰਹੀਆਂ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤਾਂ ਉਹਦੀਆਂ ਅੱਖਾਂ 'ਚ ਸ਼ਮ ਸ਼ਮ ਅਥਰੂ ਆ ਜਾਂਦੇ ਆ ਕਿ ਵਾਕਈ ਮੈਂ ਪ੍ਰੀਤ, ਕਿਤੇ ਉਹਦੇ ਨਾਲ ਸਮਝੌਤਾ ਕਰ ਰਹੀਆਂ ਹਨ, ਕਿਤੇ ਉਹਦੇ ਨਾਲ ਸੰਵਾਦ ਰਚਾ ਰਹੀਆਂ ਹਨ, ਕਿਤੇ ਉਹਦੇ ਵੱਲ ਮੋੜਾ ਕੱਟ ਰਹੀਆਂ ਹਨ। ਬ੍ਰਹਮਚਾਰ ਦੇ ਵਿੱਚ ਜਾ ਕੇ ਉਹ ਸਿਰਫ ਔਰਤ ਬ੍ਰਹਮਚਾਰ ਤੱਕ ਨਹੀਂ ਸਹਿਮਤ ਰਹਿੰਦੀ, ਉਹ ਫਿਰ ਆਪਣੇ ਘਰ ਨੂੰ ਮੁੜਦੀ ਹੈ। ਉਹ ਕਹਿੰਦੀ ਇੱਥੇ ਵੀ ਆਂਦੀ ਜਿਉਂ-ਜਿਉਂ ਘਰ, ਮਤਲਬ ਉਹ ਕਹਾਣੀ ਦੀ ਨਾਇਕਾ ਰਾੜ ਦੇ ਵਿੱਚ ਕਹਿੰਦੀ ਹੈ ਕਿ ਜਿਉਂ-ਜਿਉਂ ਇਹ ਲੋਕ ਰਿਸ਼ਤਿਆਂ ਦੇ ਕੱਚੇ ਹੋਣ ਦੀ ਗੱਲ ਕਰਦੇ, ਉਹ ਰਿਸ਼ਤੇ ਮੈਨੂੰ ਸੱਚੇ ਲੱਗਦੇ। ਠੀਕ ਹੈ ਨਾ। ਉਹ ਉੱਥੇ ਜਾ ਕੇ ਉਹ ਫਿਰ ਕਹਿੰਦੀ ਕਿ ਬ੍ਰਹਮਚਾਰ ਵੀ ਤਾਂ ਜ਼ਿੰਦਗੀ ਤੋਂ ਭੱਜਣਾ ਹੀ ਸਿਖਾਉਂਦਾ ਹੈ ਨਾ। ਫਿਰ ਅੰਦਰੋਂ ਜਿਹੜਾ ਹੈ, ਜਦੋਂ ਗੱਲ ਹੈਗਾ ਨਾ, ਜਿਵੇਂ ਸਾਡੀ ਗੁਰਬਾਣੀ ਵੀ ਕਹਿੰਦੀ ਹੈ ਖੁਦ ਮਨ ਜੀਤੇ ਜਗਜੀਤ, ਜਾਂ ਜਦੋਂ ਉਹ ਜਗਜੀਤ ਸਿੰਘ ਦੀ ਗਜ਼ਲ ਸੁਣਦੀ ਹੈ ਕਿ ਪਿਆਰ ਹੀ ਪਿਆਰ ਹੈ ਹਮ ਪੇ ਭਰੋਸਾ ਕੀਜੇ, ਅੰਦਰਲਾ ਪਿਆਰ ਉਹ ਜਦੋਂ ਫਿਰ ਉਛਾਲੇ ਮਾਰਦਾ ਹੈ, ਤਾਂ ਗੁਰਬਾਣੀ ਸਾਡੀ ਇਹ ਵੀ ਕਹਿੰਦੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਉਹ ਉਸ ਰਾੜ ਨੂੰ ਆਪਣੇ ਅੰਦਰੋਂ ਵਗਾ ਕੇ ਮਾਰ ਦਿੰਦੀ ਹੈ ਕਿ ਨਹੀਂ, ਇਹ ਮੇਰਾ ਘਰ ਹੈ, ਇਹ ਮੇਰਾ ਸਾਰਾ ਕੁਝ ਹੈ, ਮੈਂ ਜਿਹੜੇ ਮੇਰੇ ਅੰਦਰ ਰਾੜ ਪਣਪਦੀ ਪਈ ਹੈਗੀ ਹੈ ਨਾ, ਉਹਨੂੰ ਹੀ ਇਹਦੇ ਵਿੱਚੋਂ ਮੈਂ ਓਵਰਕਮ ਕਰਨਾ ਹੈ। ਇਸੇ ਤਰ੍ਹਾਂ ਬਰਸੇ ਮੇਘ ਕਹਾਣੀ ਦੀ ਗੱਲ ਸਭ ਨੇ ਕੀਤੀ ਹੈ, ਉਹਦੇ ਵਿੱਚ ਔਰਤ ਜਿਹੜੀ ਹੈ ਬਾਰ-ਬਾਰ ਕਹਿੰਦੀ ਮੈਂ ਸ਼ੈ ਨਹੀਂ ਹਾਂ,
ਉਹਦੇ ਚ ਜਦੋਂ ਉਹਨੂੰ ਉਲਝਾਉਂਦਾ ਹੈ ਨਾ ਕਿ ਹਰ ਔਰਤ ਇਹ ਕਹਿ ਰਹੀ ਹੈ ਕਿ ਉਹ ਕਹਿੰਦੀ ਵੇਖੋ ਸਾਡੀਆਂ ਜਿਹੜੀਆਂ ਕਹਾਣੀਕਾਰਾਂ ਹਨ ਪਹਿਲੀਆਂ, ਉਹ ਸਾਰੀਆਂ ਕਹਿ ਰਹੀਆਂ ਕਿ ਔਰਤ ਸ਼ੈ ਵਾਂਗ ਵਰਤੇ। ਉਹ ਕਹਿੰਦੀ ਨਹੀਂ, ਮੈਂ ਨਹੀਂ ਸਮਝਦੀ। ਉਹ ਕਹਿੰਦੀ ਔਰਤ ਸ਼ਾਮ ਲਾਟ ਚ ਲੱਗਿਆ ਨਲਕਾ ਨਹੀਂ ਹੁੰਦੀ ਜਿਹਨੂੰ ਕੋ ਗੇੜੇ ਤੇ ਆਪਣੀ ਪਿਆਸ ਬੁਝਾ ਕੇ ਤੁਰਦਾ ਬਣੇ। ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੀ ਹੈਗੀ ਹੈ। ਇਸ ਲਈ ਇਹ ਕਹਾਣੀਆਂ, ਹਾਂ ਮਤਲਬ ਉਹੀ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਵਿਜ਼ਨ ਹੈਗਾ ਆ, ਜਾਂ ਜਿਵੇਂ ਉਹਨਾਂ ਨੇ ਹਰਜਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਇਹਨਾਂ ਨੂੰ ਪਕੜਨ ਦੀ ਲੋੜ ਹੈਗੀ ਹੈ ਕਹਾਣੀਆਂ ਨੂੰ। ਉਹ ਕਹਿੰਦੀ ਹੈ ਕਿ ਤੂੰ ਮੇਰੇ ਰੂਹ ਦਾ ਰਾਜ ਬਣ, ਤੂੰ ਮੈਨੂੰ ਇੱਕ ਵੀਨਾ ਵਰਮਾ ਹੋਣਾ ਦੀ ਗੱਲ ਜ਼ਿਆਦਾ ਆ ਰਹੀ ਸੀਗੇ ਕਿ ਕੋਈ ਮੇਰੇ ਨਾਲ ਇੰਟੈਲੈਕਚੁਅਲ ਇੰਟਰਕੋਰਸ ਕਰੇ। ਉਹ ਗੱਲ ਕਰਦੇ ਹਨ ਇਹਦੇ ਵਿੱਚ, ਕਹਾਣੀ ਦੇ ਵਿੱਚ ਰੂਮਮੇਟ ਸ਼ਾਇਦ ਉਹਨਾਂ ਦੀ ਕਹਾਣੀ ਸੀਗੀ। ਔਰ ਉਹ ਗੱਲਾਂ ਜਿਹੜੀਆਂ ਔਰਤ ਆਪਣੇ ਅੰਦਰ ਕਿਤੇ ਨਾ ਕਿਤੇ ਉਹਨੂੰ ਦੱਬ ਕੇ ਬੈਠੀ ਹੋਈ ਹੈ ਨਾ, ਉਹਦੇ ਨਾਲ ਉਹ ਖੁੱਲਦੀ ਹੈ। ਉਹਦੇ ਵਿੱਚ ਉਮਰ ਦੀ ਸੀਮਾ ਵੀ ਨਹੀਂ ਲੈਂਦੀ ਹੈ ਨਾ। ਉਹ ਕਹਿੰਦੀ ਮੇਰੇ ਮੇਘ ਮੇਰੇ ਤੇ ਬਸ। ਫਿਰ ਉਹ ਮੀਰਾ ਦਾ ਭਜਨ ਗਾਉਂਦੀ ਹੈ, ਝੁਕਾਈ ਬਦਰੀਆ ਸਾਵਨ ਕੀ ਮਨ ਭਾਵਨ ਕੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਕਰਦੀ ਹੈਗੀ ਹੈ। ਔਰ ਉਹਨਾਂ ਮੋਟਿਫਾਂ ਨੂੰ ਜਿਹੜਾ ਹੈ ਨਾ, ਜੇ ਆਪਾਂ ਖੋਲ ਕੇ ਵੇਖੀਏ ਤਾਂ ਜਿਹੜੀ ਔਰਤ ਹੈ ਉਹ ਕਾਮ, ਹੁਣ ਵੇਖੋ ਜਿਹੜੀ ਇੱਥੇ ਇੱਕ ਕਹਾਣੀ ਸੀਗੀ ਨਾ ਆਪਣੇ ਆਪਣੇ ਮਰਸੀਏ, ਉਹ ਕਹਾਣੀ ਮੈਨੂੰ ਫੁੱਲ ਫਲੈਸ਼ਡ ਬਣੀ ਮਿਲੀ। ਪਰ ਉਹਦੇ ਵਿੱਚ ਜਦੋਂ ਮੈਂ ਸਾਡੇ ਪਿੰਡਾਂ ਦੇ ਲਾਗੇ ਉਹ ਕਹਾਣੀ ਵਾਪਰੀ ਤਾਂ ਮੈਂ ਸੋਚਦੀ ਸੀਗੀ ਕਿ ਇੱਕ ਔਰਤ ਹਫ਼ਤੇ ਦੇ ਬਾਅਦ ਜਿਹੜਾ ਇੱਕ ਬੱਚਾ ਉਹਦਾ ਮਰ ਜਾਂਦਾ, ਜਵਾਨ ਉਹਦਾ ਭੋਗ ਪੈਂਦਾ ਹੈ, ਤਾਂ 10-15 ਦਿਨਾਂ ਬਾਅਦ ਉਹ ਕੋਰਟ ਮੈਰਿਜ ਕਰਾਉਂਦੀ ਹੈ। ਤਾਂ ਉਹਦੇ ਵਿੱਚ ਹਲਕਾ ਜਿਹਾ ਇਸ਼ਾਰਾ ਹੈ ਕਿ ਬੰਦਾ ਆਪਣੀਆਂ ਦੁੱਖਾਂ ਦੀਆਂ ਘੜੀਆਂ 'ਚ ਦੂਰ ਜਾਣਾ ਚਾਹੁੰਦਾ ਹੈ। ਉਹਦੇ ਵਿੱਚ ਉਹ ਕਿਤੇ ਕਾਮਕ ਵਿਹਾਰ ਨਹੀਂ ਹੈਗਾ, ਉਹਦੇ ਵਿੱਚ ਉਹ ਕਹਿੰਦੀ ਹੈ ਕਿ ਤੂੰ ਮੇਰਾ ਗੁਰਬਚਨ ਬਣ। ਹੁਣ ਉਹ ਕਹਿੰਦੀ ਹੈ ਕਿ ਉਹ ਵੇਖੋ, ਉਹ ਕੋਈ ਛਟਪਟਾ ਨਹੀਂ ਰਹੀ। ਉਹਨਾਂ ਦੇ ਵਿੱਚ ਜਿਹੜੇ ਆਪਸੀ ਡਾਇਲੌਗ ਹਨ ਉਹਦੇ ਵਿੱਚ ਕੋਈ ਕਾਮਕਤਾ ਨਹੀਂ ਦੇ ਰਹੀ। ਉਹਦੇ ਵਿੱਚ ਉਹ ਇੱਕ ਉਸ ਦੂਰ ਜਾਣ ਦੀ, ਉਹ ਜਿਹੜਾ ਸਾਰਾ ਕੁਝ, ਉਹ ਕਹਿੰਦੀ ਕਿ ਮੈਂ 1 ਸਾਲ ਦੇ ਵਿੱਚ ਪੁੱਤ, ਭਰਾ ਤੇ ਪਤੀ ਮੇਰੇ ਮਰ ਗਿਆ ਸੀ, ਤੇ ਕਹਿੰਦੀ ਉਦੋਂ ਸੁੱਤੀ ਦਾ ਸਰਾਣਾ ਗਿੱਲਾ ਹੋ ਜਾਂਦਾ ਸੀ ਤਾਂ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਕਿਹਨੂੰ ਰੋ ਰਹੀ ਹਾਂ। ਤਾਂ ਉਹ ਜਿਹੜੀ ਹੈ ਨਾ, ਉਸ ਰੁਦਨ ਨੂੰ ਫੜਨ ਦੀ ਲੋੜ ਹੈ ਕਿ ਉਸ ਰੁਦਨ ਦੇ ਵਿੱਚ ਔਰਤ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਹੈਗੇ ਆ, ਔਰ ਕਿਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚੋਂ ਆਪਣੇ ਆਪ ਨੂੰ ਜਾਂ ਆਪਣੇ ਉਸ ਦੁੱਖ ਨੂੰ ਜਿਹੜੀ ਹੈਗੀ ਹੈ ਉਹ ਤੋਂ ਪਾਰ ਜਾਣ ਦੀ ਜਿਹੜੀ ਆ ਗੱਲ ਕਰਦੀ ਹੈ। ਤੇ ਫਿਰ ਵੀ ਉਹਨਾਂ ਨੂੰ ਮਿਲਣਾ ਵੀ ਚਾਹੁੰਦੀ ਹੈ। ਤੇ ਫਿਰ ਉਹ ਕਹਿੰਦੀ ਕਿ ਮੈਨੂੰ ਪਤਾ ਹੈ ਇਸ ਘਰ ਦੇ ਰਿਸ਼ਤੇ, ਇਸ ਘਰ ਦੇ ਜਿੰਦਰੇ ਮੇਰੇ ਲਈ ਨਹੀਂ ਖੁੱਲਣੇ, ਫਿਰ ਵੀ ਮੈਂ ਜਾਣਾ ਚਾਹੁੰਦੀ ਹਾਂ। ਇਸ ਘਰ ਦਾ ਬੂਹਾ ਮੇਰੇ ਲਈ ਬੰਦ ਹੋ ਗਿਆ, ਉਹ ਮੇਰੇ ਕੋਲ ਟੱਪ ਨਹੀਂ ਹੋਣਾ, ਫਿਰ ਵੀ ਮੈਂ ਜਾਣਾ ਚਾਹੁੰਦੀ ਹਾਂ। ਮਤਲਬ ਸਾਡੀ ਜਿਹੜੀ ਸੁਸਾਇਟੀ ਹੈਗੀ ਹੈ ਉਹ ਬੜੀ ਕਰੂਵਲ ਹੈਗੀ ਹੈ। ਇਹਦੇ ਅੰਦਰ ਖਾਤੇ ਅਸੀਂ, ਉਹ ਕਹਿੰਦੀ ਕਿ ਅੰਦਰ ਭਾਵੇਂ, ਆਂਦੀ ਮੈਨੂੰ ਨਹੀਂ ਇਹੋ ਜਿਹੀਆਂ ਸਤੀਆਂ ਸਵਿੱਤਰੀਆਂ ਚੰਗੀਆਂ ਲੱਗਦੀਆਂ, ਆਂਦੀ ਇਹਨਾਂ ਦੇ ਅੰਦਰ ਭਾਵੇਂ ਕਈ ਖਾਤੇ ਚੱਲਦੇ ਹੋਣ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨ ਉਹ ਇਹਨਾਂ ਕਹਾਣੀਆਂ ਦੇ ਵਿੱਚ ਜਾਂ ਲਿਖੀਆਂ ਗਈਆਂ ਹਨ। ਔਰ ਜਦੋਂ ਮੈਂ ਇੱਥੇ ਗੱਲਾਂ ਕੀਤੀਆਂ ਮੈਨੂੰ ਬਹੁਤ ਵਧੀਆ ਲੱਗਾ ਕਿ ਉਹਨਾਂ ਤੱਕ ਜਾਂ ਉਹਨਾਂ ਗੱਲਾਂ ਤੱਕ ਵੀ ਰਸਾਈ ਕੀਤੀ ਹੈ। ਜਿਵੇਂ ਜਗੀਰ ਸਿੰਘ ਕਾਲੋ ਹੋਰਾਂ ਨੇ ਮਰਸੀਏ ਦੀ ਗੱਲ ਕੀਤੀ, ਔਰ ਬਰਾੜ ਹੋਰਾਂ ਨੇ ਉਸ ਕਹਾਣੀਆਂ ਚੋਂ ਅਧਿਆਤਮਕਤਾ ਜਾਂ ਉਸ ਕਹਾਣੀਆਂ ਦੀ ਜਿਹੜੀ ਗੱਲ ਕੀਤੀ ਹੈ। ਔਰ ਇਸੇ ਤਰੀਕੇ ਦੇ ਨਾਲ ਚਰਨਜੀਤ ਬਰਾੜ ਹੋਰਾਂ ਨੇ ਉਸ ਕਹਾਣੀ ਦੇ ਹਰ ਐਂਗਲ ਨੂੰ ਪਕੜਨ ਦੀ ਗੱਲ ਕੀਤੀ ਹੈਗੀ ਹੈ। ਔਰ ਜੇ ਮੈਂ ਆਪਣੀਆਂ ਕਹਾਣੀਆਂ ਨੂੰ ਵੇਖਦੀ ਹਾਂ ਤਾਂ ਉਹਦੇ ਵਿੱਚ ਮੈਨੂੰ ਜੇ ਉਹਦੇ ਵਿੱਚੋਂ ਆਲੋਚਨਾ ਦੇ ਨਜ਼ਰੀਏ ਤੋਂ ਲੱਗਾ ਕਿ ਉਹਦੇ ਵਿੱਚ ਜਿਵੇਂ ਉਹ ਹੈਗੀ ਹੈ ਕਹਾਣੀ ਸਭ ਦੇਸ਼ ਪਰਾਇਆ, ਤਾਂ ਉਹਦੇ ਵਿੱਚ ਜਿਹੜੀ ਮਾਂ ਹੈ ਨਾ ਉਹ ਕਹਿੰਦਾ ਕਿ ਮਤਲਬ ਉਹ ਦੱਬੀ ਜੀ ਕੁਚਲੀ ਜੀ, ਤੇ ਉਹ ਕਹਿੰਦੀ ਵੀ ਛੱਡ ਇਹਨਾਂ ਤੇ ਕਾਹਦੇ ਹਾਮੀ ਦਾਵੇ ਜਿਹੜੇ ਹੋਈ ਪਰਦੇਸੀ ਗਏ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨ ਉਹ ਕਹਾਣੀਆਂ ਦੇ ਵਿੱਚੋਂ ਕਈ ਵਾਰੀ ਇਹ ਲਿਖ ਹੋ ਜਾਂਦੀਆਂ ਹਨ। ਤੇ ਤੁਹਾਡੇ ਵਰਗੇ ਜਿਹੜੇ ਅੱਖਰਾਂ ਨੂੰ ਮੋਹ ਪਿਆਰ ਕਰਨ ਵਾਲੇ ਮੇਰੀਆਂ ਕਹਾਣੀਆਂ ਨੂੰ ਤੁਸੀਂ ਪਿਆਰ ਦਿੱਤਾ, ਮੈਂ ਸਭ ਦੀ ਤੁਹਾਡੀ ਬਹੁਤ ਬਹੁਤ ਜਿਹੜੇ ਹੈਗੀ ਹੈ ਸ਼ੁਕਰਗੁਜ਼ਾਰ ਹਾਂ, ਔਰ ਸਭ ਦੇ ਅੱਗੇ ਮੈਂ ਨਤਮਸਤਕ ਹੁੰਨੀ ਹਾਂ। ਤੇ ਮੈਨੂੰ ਨਹੀਂ ਲੱਗਦਾ ਜੇ ਕੋਈ ਹੋਰ ਸਵਾਲ ਹੈਗਾ ਤਾਂ ਤੁਸੀਂ ਕਰ। ਹਾਂਜੀ, ਬਲਵਿੰਦਰ ਸਿੰਘ ਚਾਹਲ ਜੀ ਬਹੁਤ ਚਿਰਾਂ ਦੇ ਵੇਟ ਕਰ ਰਹੇ ਨੇ।
ਉਹਨਾਂ ਨੇ ਕੋਈ ਸਵਾਲ ਕਰਨਾ। ਹਾਂਜੀ ਹਾਂਜੀ ਬਲਵਿੰਦਰ ਜੀ। ਹਾਂਜੀ ਸ਼ੁਕਰੀਆ ਮੈਮ। ਮੈਂ ਸਵਾਲ ਤਾਂ ਨਹੀਂ ਕਰਨਾ, ਇੱਥੇ ਵੀ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਹੈਗਾ ਤੇ ਮੇਰੀ ਵੀ ਫੋਨ ਦੀ ਬੈਟਰੀ, ਸਵੇਰ ਦੀ ਲਾਈਟ ਨਹੀਂ ਹੈਗੀ, ਤੇ ਮੈਂ ਸਿਰਫ ਇੱਕ ਹੀ ਗੱਲ ਕਹਿਣੀ ਸੀ ਪ੍ਰਬੰਧਕਾਂ ਬਾਰੇ ਕਿ ਜਿਵੇਂ ਗੁਰਮੀਤ ਪਨਾਗ ਜੀ ਨੇ, ਸਰਜੀਤ ਕੌਰ ਨੇ, ਜਾਂ ਹੋਰ ਮੈਂ ਇੱਥੇ ਮੈਡਮ ਰਵਿੰਦਰ ਵਾਲੀਆ ਜੀ ਬੈਠੇ ਨੇ, ਤਾਂ ਮੈਂ ਇੱਕ ਬੜਾ ਬਦਲਾਵ ਦੇਖ ਰਿਹਾ ਗਾ ਕਿ ਪਹਿਲਾਂ ਪ੍ਰੋਗਰਾਮ ਹੁੰਦੇ ਸੀ ਨਾ, ਆਮ ਤੌਰ ਤੇ ਉਹ ਮਰਦਾਂ ਵੱਲੋਂ ਸਪਾਂਸਰ ਹੁੰਦੇ ਸੀ ਜਾਂ ਉਹਨਾਂ ਵੱਲੋਂ ਆਯੋਜਿਤ ਕੀਤੇ ਜਾਂਦੇ, ਉਹਦੇ ਚ ਔਰਤਾਂ ਲਈ ਕੋਈ ਇੱਕ ਸੈਸ਼ਨ ਜਾਂ ਇੱਕ ਅੱਧਾ ਬੁਲਾਰਾ ਹੁੰਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਮੈਂ ਵੇਖਿਆ ਕਿ ਪਹਿਲਾਂ ਇੱਥੇ ਨੀਤੂ ਅਰੋੜਾ ਨੇ, ਨਿਕਤਾ ਆਜ਼ਾਦ ਨੇ ਜਾਂ ਮੋਨਿਕਾ ਕੁਮਾਰ ਨੇ ਛੋਟੇ ਛੋਟੇ ਲੈਕਚਰ ਕਰਵਾਏ, ਤਾਂ ਹੁਣ ਤੁਸੀਂ ਇੱਕ ਵੱਡੇ ਲੈਵਲ ਦੇ ਉੱਪਰ ਉਹਨੂੰ ਇੱਕ ਅੰਤਰਰਾਸ਼ਟਰੀ ਤੌਰ ਦੇ ਉੱਤੇ ਆਨਲਾਈਨ ਸੀ ਚਾਹੀਦਾ ਹੈ ਤੇ ਤੁਸੀਂ ਇਹ ਪ੍ਰੋਗਰਾਮ ਕਰਵਾ ਰਹੇ ਹੋ। ਇਹ ਬੜੀ ਵਧੀਆ ਗੱਲ ਲੱਗ ਰਹੀ ਆ। ਪੰਜਾਬੀ ਸਾਹਿਤ ਦੇ ਵਿੱਚ, ਚਿੰਤਨ ਦੇ ਵਿੱਚ ਇੱਕ ਬੜਾ ਵੱਡਾ ਬਦਲਾਵ ਆ ਕਿ ਇੱਕ ਔਰਤਾਂ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੀਆਂ, ਤਾਂ ਇਹ ਇੱਕ ਮੈਨੂੰ ਬੜਾ ਸਕਾਰਾਤਮਕ ਬਦਲਾਵ ਦਿਖ ਰਿਹਾ ਗਾ ਲਟੇਰੀ ਹਲਕਿਆਂ ਦੇ ਵਿੱਚ। ਤਾਂ ਇੱਕ ਸਰਗੀ ਬਾਰੇ ਕਦੇ ਫਿਰ ਗੱਲ ਕਰਾਂਗੇ। ਥੈਂਕ ਯੂ, ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇਸ ਗੱਲ ਦੀ ਸਿਫਤ ਕੀਤੀ। ਪਰ ਸਾਡਾ ਆਪਣਾ ਲਾਲਚ ਹੈ ਕਿ ਅਸੀਂ ਸਿੱਖਣਾ ਚਾਹੁੰਦੇ ਤੁਹਾਡੇ ਕੋਲੋਂ, ਜਿਹੜੇ ਤੁਸੀਂ ਬੁੱਧੀਜੀਵੀ ਦੇਸ਼ 'ਚ ਜਿਨ੍ਹਾਂ ਨੂੰ ਛੱਡ ਆਏ ਹੋਏ ਹਾਂ ਅਸੀਂ ਉਹਨਾਂ ਤੋਂ ਸਾਡੀਆਂ ਗੱਲਾਂ ਸੋਹਣੀਆਂ ਸੋਹਣੀਆਂ ਅਸੀਂ ਸੁਣਨਾ ਚਾਹੁੰਦੇ ਹਾਂ। ਹਾਂਜੀ ਪ੍ਰਗਟ ਬਰਾੜ ਹੋਰੀ ਕੋਈ ਗੱਲ ਕਰਨੀ ਚਾਹੁੰਦੇ ਨੇ? ਹਾਂਜੀ ਆਓ ਜੀ ਪ੍ਰਗਟ ਜੀ। ਮੈਡਮ ਬਸ ਨਿੱਕਾ ਜਿਹਾ ਸਵਾਲ ਸੀ ਮੇਰੇ ਮਨ ਦੇ ਵਿੱਚ ਸਰਗੀ ਨੂੰ। ਹਰਕੀ ਨੂੰ? ਅੱਛਾ ਹਾਂਜੀ 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 ਮੈਡਮ, ਸਰਗੀ ਤੁਹਾਨੂੰ ਨਹੀਂ ਲੱਗਦਾ ਵੀ ਰਬਾਬੀ ਦਾ ਜਿਹੜਾ ਮੈਂ ਪਾਤਰ ਆ ਵੀ ਉਹ ਜ਼ਿਆਦਾ ਹੀ ਆਦਰਸ਼ਕ ਹੋ ਗਿਆ? ਜਿਵੇਂ ਆਪਾਂ ਗੁਰਦਿਆਲ ਸਿੰਘ ਦੇ ਪਰਸੇ ਦੀ ਗੱਲ ਕਰ ਲੈਂਦੇ ਹਾਂ ਬਹੁਤ ਵਾਰ, ਵੀ ਤੁਹਾਨੂੰ ਲੱਗਦਾ ਨਹੀਂ ਜ਼ਿਆਦਾ ਆਦਰਸ਼ਕ ਹੋ ਗਿਆ? ਤੇ ਜਿਹੜਾ ਉਹ ਕਹਿੰਦੇ ਵੀ ਯੋਧਾ ਬਣ, ਹਨਾ, ਉਹ ਕਹਾਣੀ ਦੇ ਵਿੱਚ ਪ੍ਰਕਾਰ ਦੇ ਰੂਪ ਦੇ ਵਿੱਚ ਕਿਤੇ ਯੋਧਾ ਨਹੀਂ ਬਣਦਾ ਅੰਤ ਤੇ ਵੀ। ਇਹਦੇ ਬਾਰੇ ਦੱਸੋ ਮਾੜਾ ਜਿਹਾ ਕੀ ਸੋਚਦੇ? ਹਾਂਜੀ ਵੇਖੋ, ਜਿਹੜਾ ਮਰਦਾਨਾ ਆ ਨਾ, ਤੁਹਾਨੂੰ ਮੈਂ ਇਸ ਕਹਾਣੀ ਦੀ ਗੱਲ ਦੱਸਦੀ ਆ ਕਿ ਪਹਿਲਾਂ ਮੈਂ ਇਹਦਾ ਐਂਡ ਜਿਹੜਾ ਸੀ ਹੋਰ ਤਰੀਕੇ ਦਾ ਕੀਤਾ ਸੀ ਕਿ ਉਹਨੂੰ ਯੋਧਾ ਹੀ ਬਣਦਾ ਦਿਖਾਤਾ ਸੀ, ਤੇ ਉਹ ਗੁਰੂ ਗੋਬਿੰਦ ਸਿੰਘ ਦਾ ਕਿ ਜਬ ਆਪ ਕੀ ਔਦ ਨਿਦਾਨ ਬਣੇ ਅਤਹੀਰਨ ਮੇ ਤਬ ਜੂਝ ਮਰੋ। ਪਰ ਉਹ ਜਿਹੜਾ ਆਦਰਸ਼ ਵੇਖੋ, ਉਹ ਆਪਣੇ ਆਪ ਨੂੰ ਮਰਦਾਨਾ ਹੀ ਸਮਝ ਰਿਹਾ, ਤਾਂ ਫਿਰ ਉਹਨੇ ਮਰਦਾਨੇ ਵਾਂਗੂ ਹੀ ਵਿਹਾਰ ਕਰਨਾ ਹੈ। ਔਰ ਇਸੇ ਲਈ ਇਸ ਰਬਾਬੀ ਕਹਾਣੀ ਦਾ ਜਿਹੜਾ ਪਾਤਰ ਹੈਗਾ ਆ, ਉਹ ਜਦੋਂ ਉਹ ਸਾਰਾ ਕੁਝ ਵੇਖਦਾ ਹੈ, ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਉਂਦਾ ਹੈ, ਉਹਦੇ ਨਾਲ ਸੰਵਾਦ ਵੀ ਕਰਦਾ ਹੈ, ਫਿਰ ਉਹ ਸੰਵਾਦ ਰਾਜਨੀਤਿਕ ਸੁਰ ਦੇ ਨਾਲ ਵੀ ਕਰਦਾ ਹੈ, ਉਹ ਸੰਵਾਦ ਜਿਹੜਾ ਹੈ ਉਹ ਸਾਡੇ ਵਿਦਿਅਕ ਅਦਾਰਿਆਂ ਨਾਲ ਵੀ ਕਰਦਾ ਹੈ। ਔਰ ਉਹ ਕਹਿੰਦਾ ਮੈਂ ਗਿਆ ਸੀ, ਪਰ ਉਹ ਸਾਰੇ ਜਿਹੜੇ ਉਹ ਕਹਿੰਦਾ ਉਹਨਾਂ ਰਹਿਬਰਾਂ ਕੋ ਜਾਣਾ ਸੀ, ਕਹਿੰਦਾ ਪਰ ਉਹਨਾਂ ਰਹਿਬਰਾਂ ਦੇ ਰਾਹਾਂ ਵਿੱਚ ਵੀ ਹਨੇਰ ਭਰਿਆ ਹੋਇਆ ਹੈ। ਤਾਂ ਅੰਤ ਦੇ ਉੱਤੇ ਵੇਖੋ, ਜਦੋਂ ਉਹ ਆਪਣੇ ਆਪ ਨੂੰ ਸਮਝਣ ਹੀ ਮਰਦਾਨਾ ਡਿਆ ਆ, ਤਾਂ ਫਿਰ ਉਹ ਗੁਰੂ ਨਾਨਕ ਦੇਵ ਦੀ ਆਈਡੀਓਲੋਜੀ ਤੋਂ ਮੁਕਤ ਜਿਹੜਾ ਆ ਉਹ ਨਹੀਂ ਹੋਗਾ। ਜੇ ਮੈਂ ਮੁਕਤ ਕਰੂੰਗੀ ਤਾਂ ਉਹ ਪਾਤਰ ਦੇ ਨਾਲ ਜੋ ਮੈਨੂੰ ਲੱਗਦਾ ਆ ਕਿ ਉਸ ਪਾਤਰ ਦੇ ਨਾਲ ਜਿਹੜਾ ਆ ਉਹ ਮੇਰੇ ਕੋਲ ਇਨਸਾਫ ਨਹੀਂ, ਮੈਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਔਰ ਮੈਂ ਇਹਦਾ ਕਹਾਣੀ ਦਾ ਐਂਡ ਕੁਝ ਹੋਰ ਸੀਗਾ, ਤਾਂ ਫਿਰ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਕਿ ਕਹਿੰਦਾ ਨਹੀਂ, ਇਹ ਲਾਊਡ ਹੋ ਰਿਹਾ ਹੈ ਪਾਤਰ। ਜਿਹੜਾ ਮਰਦਾਨਾ ਹੈ ਉਹਨੇ ਲਾਊਡ ਨਹੀਂ ਹੋਣਾ, ਉਹਨੇ ਹੌਲੀ ਜਿਹੀ ਤੁਹਾਨੂੰ ਜੋ ਵੀ ਉਹਨੇ ਉਹਦੇ ਤੋਂ ਸਿੱਖਿਆ ਹੈ, ਜਾਂ ਜੋ ਵੀ ਉਹਦੇ ਨਾਲ ਗੱਲ ਕਰ ਰਿਹਾ ਹੈ, ਜਾਂ ਜੋ ਵੀ ਉਹਦੇ ਨਾਲ ਰਬਾਬ ਵਜਾ ਰਿਹਾ ਹੈ, ਤਾਂ ਐਂਡ ਆਖਰ ਦੇ ਉੱਤੇ ਉਹ ਕਹਿੰਦਾ ਹੈ, ਵੇਖੋ ਉਸ ਕਹਾਣੀ ਦੇ ਵਿੱਚ ਉਹ ਜਦੋਂ ਉਹਦੇ ਕੋਲ ਉਹ ਸੁਰਾਂ ਜਿਹੜੀਆਂ ਹਨ, ਉਹ ਮਤਲਬ ਕਹਿੰਦਾ ਕਿ ਮੇਰੇ ਅਥਰੂ ਜਿਹੜੇ ਬੈਰੋਕ ਵਹਿ ਤੁਰੇ, ਕਿ ਸਿਸਟਮ ਇੰਨਾ ਭ੍ਰਿਸ਼ਟ ਹੋ ਗਿਆ, ਸਿਸਟਮ ਇੰਨਾ ਗੰਦਲਾ ਹੋ ਗਿਆ ਕਿ ਸ਼ੁਕਰ ਹੈ ਕਿ ਮੇਰੇ ਕੋਲ ਮੇਰੀਆਂ ਰਬਾਬ ਦੀਆਂ ਸੁਰਾਂ ਜਿਹੜੀਆਂ ਹਨ ਅਜੇ ਸਹੀ ਸਲਾਮਤ ਜਿਹੜੀਆਂ ਬਚੀਆਂ ਹਨ। ਇਸ ਕਹਾਣੀ ਦੀ ਮੂਲ ਸੁਰ ਜਿਹੜੀ ਹੈ ਇਹ ਹੈਗੀ ਹੈ ਕਿ ਅੱਜ ਦੇ ਯੁੱਗ ਵਿੱਚ ਇੱਥੇ ਜਿਹੜੇ ਤੁਸੀਂ ਕੈਨੇਡਾ ਦੇ ਵਿੱਚ ਮੇਰੇ ਸਾਥੀ, ਜਿਹੜੇ ਮੇਰੇ ਤੁਸੀਂ ਸਾਰੇ ਮੇਰੇ ਵੱਡੇ ਵਡੇਰੇ, ਮੇਰੇ ਨਾਲ ਦੇ ਜਿਹੜੇ ਲੋਕ ਬੈਠੇ ਸੀ, ਤੁਸੀਂ ਆਪਣੀ ਮਰਜ਼ੀ ਦੇ ਸਾਹ ਲੈ ਸਕਦੇ ਹੋ। ਸਾਡੇ ਇੱਥੇ ਜਿਹੜਾ ਸਿਸਟਮ ਐਡਾ ਭ੍ਰਿਸ਼ਟ ਹੋ ਗਿਆ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਹੋਰ ਜਿੰਨੀਆਂ ਵੀ ਯੂਨੀਵਰਸਿਟੀ ਗੁਰੂ ਨਾਨਕ ਦੇ ਨਾਮ ਤੇ ਬਣੀਆਂ, ਪਰ ਉੱਥੇ ਮੈਂ ਖੁਦ ਇੰਟਰਵਿਊ ਦਿੱਤੀ ਜਾਂ ਕਿਸ ਤਰੀਕੇ ਦੇ ਨਾਲ ਉੱਥੇ ਤੁਹਾਨੂੰ ਜਿਵੇਂ ਉਹ ਗੱਲ ਸਰਗੀ ਮੈਂ ਇਹੋ ਚਾਹੁੰਦੀ ਸੀ ਕਿ ਇਸ ਕਹਾਣੀ ਬਾਰੇ ਤੁਸੀਂ ਆਪਣੇ ਤੌਰ ਤੇ ਦੱਸੋ। ਹਾਂ, ਔਰ ਉਹ
ਇਸ ਉਹ ਆਦਰਸ਼ਕ ਉਹ ਕਿਤੇ ਆਦਰਸ਼ ਜਾਂ ਉਹ ਕਿਵੇਂ ਆਦਰਸ਼ਾਂ ਤੋਂ ਮੁਕਤ ਹੋ ਜਾਵੇ, ਜਿਹਨੂੰ ਮਿਲੇ ਹੀ ਆਦਰਸ਼ ਹੈਗੇ ਆ। ਔਰ ਫਿਰ ਵੇਖੋ ਉਹ ਆਖਰ ਦੇ ਵਿੱਚ ਜਦੋਂ ਉਹ ਕਹਿੰਦਾ ਹੈ, ਉਹ ਕਹਿੰਦਾ ਮੇਰੇ ਬੈਰੋਕ ਅਥਰੂ ਜਿਹੜੇ ਉਹ ਵਹਿ ਤੁਰੇ, ਉਹ ਅਥਰੂਆਂ ਦਾ ਜਿਹੜਾ ਵਹਿਣਾ ਹੀ ਉਹ ਇਹ ਸੀਗਾ ਕਿ ਮੇਰੇ ਕੋਲ ਜਿਹੜੀਆਂ ਰਬਾਬ ਦੀਆਂ ਸੁਰਾਂ ਹਨ ਉਹ ਅਜੇ ਸਹੀ ਸਲਾਮਤ ਹਨ। ਤਾਂ ਉਹ ਆਪਣੇ ਵਗਦੇ ਨੀਰ ਦੇ ਰਾਹੀਂ ਜਾਂ ਉਸ ਧਰਤ ਨੂੰ ਨਤਮਸਤਕ ਹੁੰਦਾ ਹੋਇਆ ਕਹਿੰਦਾ ਹੈ ਕਿ ਨਾਨਕ ਤੇਰੀ ਨਗਰੀ ਜਿਹੜੀ ਹੈ ਉਹ ਵਸਦੀ ਰਹੇ। ਹਾਂ, ਤਾਂ ਉਹ ਜਿਹੜੀ ਸੁਰ ਹੈ ਨਾ ਕਿ ਵੇਖੋ ਜੇ ਅਸੀਂ ਉਹ ਤਾਂ ਕਹਿੰਦਾ ਮੈਂ ਹੈ ਹੀ ਮਰਦਾਨਾ, ਉਹ ਤਾਂ ਕਹਿੰਦਾ ਕਿ ਉਹ ਇਸੇ ਤਰੀਕੇ ਨਾਲ ਜਿਵੇਂ ਉਹ ਕਹਿੰਦਾ ਕਿ ਭੈਣ ਨਾਨਕੀ ਇੱਥੇ ਖਲੋਤੀ ਸੀ, ਭੈਣ ਨਾਨਕੀ ਉਹ, ਤਾਂ ਫਿਰ ਜਦੋਂ ਅਸੀਂ ਉਸ ਤਰ੍ਹਾਂ ਦਾ ਪਾਤਰ ਸਿਰਜਾਂਗੇ ਤਾਂ ਜਾਂ ਫਿਰ ਉਹਦੇ ਵਿੱਚ ਉਸ ਤਰੀਕੇ ਦੇ ਨਾਲ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਮੈਂ ਇਸ ਤਰੀਕੇ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਮੈਂ ਇਸ ਤਰੀਕੇ ਨਾਲ ਕਰਦੀ ਸੀ ਤਾਂ ਉਹ ਪਾਤਰ ਲਾਊਡ ਹੋ ਜਾਂਦਾ ਹੈ। ਮਰਦਾਨਾ ਜਿਹੜਾ ਹੈ ਉਹ ਕਿਤੇ ਵੀ ਮੈਨੂੰ ਨਹੀਂ ਲੱਗਾ, ਜਿੰਨੀਆਂ ਕਿ ਮੈਂ ਵੇਖੋ ਇਸ ਕਹਾਣੀ ਨੂੰ ਪੜ੍ਹਨ ਦੇ ਲਈ ਸਾਖੀਆਂ ਪੜੀਆਂ ਜਾਂ ਜੋ ਵੀ, ਉੱਥੇ ਲਾਊਡ ਨਹੀਂ ਉਹ ਹੁੰਦਾ, ਉੱਥੇ ਉਹ ਤੀਖਣ ਜੇ, ਹਲਕੇ ਜੇ, ਤੀਖਣ ਜੇ ਤੇ ਬੌਧਿਕ ਜੇ ਵਿਅੰਗ ਦੇ ਨਾਲ ਆਪਣੀ ਗੱਲ ਜਿਹੜੀ ਹੈ ਉਹ ਬਾਬੇ ਨਾਨਕ ਨਾਲ ਜਿਹੜੀ ਹੈ ਉਹ ਕਰਦਾ ਹੈ ਕਿ ਇਸੇ ਤਰੀਕੇ ਦੇ ਨਾਲ ਕਿ ਉਹ ਖੁਸ਼ ਹੈ ਕਿ ਮੈਂ ਇਸ ਭ੍ਰਿਸ਼ਟ ਵਰਤਾਰੇ ਚੋਂ ਆਪਣੀਆਂ ਜਿਹੜੀਆਂ ਰਬਾਬ ਦੀਆਂ ਸੁਰਾਂ ਤੇ ਮੈਂ ਬਚਾ ਲਈਆਂ, ਤੇ ਅੱਜ ਦਾ ਜਿਹੜਾ ਇੱਥੇ ਵਸਦਾ ਬਸ਼ਿੰਦਾ ਹੈਗਾ ਆ ਉਹ ਸਿਰਫ ਖੁਸ਼ ਹੈ ਕਿ ਮੇਰੇ ਕੋਲ ਹੋਰ ਭਾਵੇਂ ਕੁਝ ਨਹੀਂ, ਸਰਗੀ ਵੀ ਨਾ ਰਵੇ, ਡਾਕਟਰ ਨਾ ਰਵੇ, ਜੰਮੂ ਨਾ ਰਹੇ, ਮੇਰੇ ਕੋਲ ਥੋੜਾ ਬਹੁਤ ਕੁਝ ਤੇ ਹੈ ਤੇ ਮੈਂ ਆਪਣੇ ਹਿੱਸੇ ਦਾ ਕੁਝ 2-4 ਅੱਖਰ ਜਿਹੜੇ ਆ ਉਹ ਲਿਖ ਸਕਾਂ। ਧੰਨਵਾਦ। ਥੈਂਕ ਯੂ ਸਰਗੀ। ਹੋਰ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਹਾਂਜੀ ਨੀਲਮ। ਸਰਗੀ ਜੀ, ਤੁਸੀਂ ਕਹਾਣੀ ਦਾ ਜਿਹੜਾ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈਗਾ, ਤੇ ਜਦੋਂ ਤੁਸੀਂ ਬੋਲਦੇ ਸੀ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀ, ਪਰ ਜਦੋਂ ਮੈਂ ਕਹਾਣੀ ਪੜ੍ਹਦੀ ਇਹਦੇ ਵਿੱਚ ਜਿਹੜਾ ਤੁਸੀਂ ਪੰਜਾਬੀ ਦਾ ਸ਼ਬਦ ਵਿਸ਼ਵ ਵਿਦਿਆਲਿਆ ਲਿਖਿਆ, ਉੱਥੇ ਆ ਕੇ ਮੈਂ ਰੁਕ ਜਾਂਦੀ ਸੀ। ਸੋ ਤੁਹਾਨੂੰ ਕੀ ਲੱਗਦਾ ਕਿ ਜਦੋਂ ਅਸੀਂ ਹੁਣ ਜਦੋਂ ਬੋਲਦੇ ਹੀ ਯੂਨੀਵਰਸਿਟੀਆਂ, ਮੈਨੂੰ ਲੱਗਦਾ ਕਿ ਉਹਦੇ ਨਾਲ ਫਲੋ ਜਿਹੜਾ ਹੋਰ ਵਧੀਆ ਹੋਣਾ ਸੀ। ਉਹ ਫਿਰ ਮੈਡਮ ਸੁਣੋ, ਉਹ ਮੈਂ ਕਿਸੇ ਚੀਜ਼ਾਂ ਤੋਂ ਬਚਣਾ ਵੀ ਚਾਹੁੰਦੀ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਮੇਰੇ ਪਿੱਛੇ ਹੀ ਨਾ ਪੈ ਜਾਣ, ਇਸ ਲਈ ਮੈਂ ਗੁਰੂ ਨਾਨਕ ਵਿਸ਼ਵਵਿਦਿਆਲਾ, ਇਸ ਲਈ ਵੇਖੋ ਨਾਨਕ ਕਹਾਣੀ, ਵੇਖੋ ਨਾਨਕ ਪ੍ਰਾਇਮਰੀ ਸਕੂਲ ਹੈ, ਸੈਕੰਡਰੀ ਸਕੂਲ, ਤਾਂ ਉੱਥੇ ਵੀ ਮੈਂ ਨਾਨਕ ਵਿਦਿਆਲਿਆ ਹੀ ਲਿਖਿਆ, ਵੀ ਮੈਂ ਕਹਿ ਦੂੰਗੀ ਵੀ ਭਾਈ ਇਹ ਨਾਨਕ ਗੁਰੂ ਨਾਨਕ ਵਿਸ਼ਵਵਿਦਿਆਲਾ ਉਹ ਜੁਗਤ ਵਰਤੀ ਹੈ ਨਾ ਸਰਗੀ ਹੋਰੀ। ਬਹੁਤ ਬਹੁਤ ਸ਼ੁਕਰੀਆ ਸਰਗੀ, ਤੁਸੀਂ ਬੜੀ ਵਧੀਆ ਗੱਲਾਂ ਕੀਤੀਆਂ, ਸਾਨੂੰ ਸੱਚੀ ਮੁੱਚੀ ਇੰਨਾ ਗਿਆਨ ਮਿਲਿਆ ਨਾ। ਔਰ ਮੈਂ ਬਹੁਤ ਖੁਸ਼ ਹੋਈ ਤੁਹਾਡਾ ਨਾਮ ਦੇਖ ਕੇ, ਇੰਨਾ ਕਲਾਤਮਿਕ ਨਾਮ, ਸ਼ਬਰੋਜ਼ ਕੌਰ। ਸਰਗੀ ਦਾ ਨਾਮ ਹੈ ਜੀ ਨਹੀਂ, ਬੇਟੀ ਦਾ ਨਾਮ, ਮੇਰੀ ਬੇਟੀ ਦਾ ਨਾਮ ਹੈ ਸ਼ਬਰੋਜ਼। अच्छा चलो, हाँ, वो बेटी का लैपटॉप में ले आए ना, तो ਉਹਦਾ ਨਾਮ ਹੈ। ਹਾਂਜੀ ਗੁਰਮੀਤ ਜੀ। ਹਾਂਜੀ, ਸੁਖਦੇਵ ਸਿੰਘ ਝੰਡ ਹੋਰੀ ਬੈਠੇ ਨੇ, ਮੇਰਾ ਖਿਆਲ ਹੈ ਨਹੀਂ ਉਹ ਆਨਲਾਈਨ, ਦੇਖੋ ਜਰਾ ਉਹਨੇ ਸ਼ਾਇਦ ਕੋਈ ਗੱਲ ਕਰਨੀ ਹੈਗੇ ਨੇ। ਹਾਂਜੀ ਉਹਨਾਂ ਨਾਲ ਗੱਲ ਕਰਾ ਦਿਓ ਜਰਾ। ਪਹਿਲੀ ਗੱਲ ਤੇ ਮੈਂ ਮਾਫੀ ਚਾਹੁੰਦਾ ਕਿ ਮੈਂ ਬਹੁਤ ਹੀ ਲੇਟ ਜੁਆਇਨ ਕੀਤਾ ਇਸ ਮੀਟਿੰਗ ਨੂੰ। ਮੇਰੀ ਇੱਕ ਜ਼ਰੂਰੀ ਅਪਾਇੰਟਮੈਂਟ ਸੀਗੀ ਤੇ ਪ੍ਰੋਫੈਸਰ ਕਾਲੋਂ ਨਾਲ ਮੇਰੀ ਇਸ ਸੰਬੰਧੀ ਗੱਲ ਹੋਈ ਸੀਗੀ ਕਿ ਮੈਂ ਹੋ ਸਕਦਾ ਉਥੋਂ ਬਾਅਦ ਹੀ ਜੁਆਇਨ ਕਰ ਸਕਾਂ। ਤੋ ਦੂਸਰਾ ਇਹ ਕਿ ਸਰਗੀ ਹੁਣ ਬਹੁਤ ਵਧੀਆ ਕਹਾਣੀਆਂ ਲਿਖਣ ਲੱਗ ਪਈ ਆ ਔਰ ਬਹੁਤ ਵਧੀਆ ਬੋਲਣ ਲੱਗ ਪਈ ਆ, ਦੋਵੇਂ ਗੱਲਾਂ ਹੀ। ਕਿਉਂਕਿ ਮੈਂ ਇਹਨੂੰ ਜਦੋਂ ਬਚਪਨ ਤੋਂ ਵੇਖਿਆ, ਸਕੂਲ ਜਦੋਂ ਪੜ੍ਹਦੀ ਹੁੰਦੀ ਸੀ ਉਦੋਂ ਇਹ ਬਹੁਤ ਘੱਟ ਬੋਲਦੀ ਹੁੰਦੀ ਸੀ, ਤੇ ਜਦੋਂ ਇਹਨਾਂ ਦੇ ਪਿੰਡ ਤਾਰਾਗੜ੍ਹ ਆਪਣੇ ਦੋਸਤ ਦਲਵੀਰ ਚੇਤਨ ਹੋਣਾ ਨੂੰ ਮਿਲਣ ਜਾਣਾ, ਤੇ ਇਹ ਸ਼ਰਮਾਉਂਦੀ ਹੁਣੀ ਨਾ ਦੂਰ ਚਲ ਜਾਂਦੀ ਹੁੰਦੀ ਸੀ, ਭੱਜ ਜਾਂਦੀ ਹੁੰਦੀ ਸੀਗੀ। ਤੇ ਹੁਣ ਉਹ ਚੀਜ਼ ਜਿਹੜੀ ਆ ਉਹ ਇੰਨੇ ਵਧੀਆ ਬੁਲਾਰੇ ਉਹਦੇ ਵਿੱਚ ਕਨਵਰਟ ਹੋ ਗਈ ਆ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ। ਔਰ ਬਹੁਤ ਹੀ ਮੈਨੂੰ ਚੰਗਾ ਲੱਗਾ ਸਰਗੀ ਨੂੰ ਇਸ ਰੂਪ ਦੇ ਵਿੱਚ ਸੰਬੋਧਿਤ ਹੁੰਦਿਆਂ ਹੋਇਆ। ਤੇ ਕਹਾਣੀਆਂ ਸਰਗੀ ਦੀਆਂ ਮੈਂ ਫੇਸਬੁੱਕ ਤੇ ਜਿਹੜੀਆਂ ਨੇ ਪਾਈਆਂ 2-3 ਪਹਿਲਾਂ ਉਹ ਪੜ੍ਹੀਆਂ। ਕਿਤਾਬ ਇਹਦੀ ਹਾਲੇ ਮੇਰੇ ਕਾਬੂ ਕੋਈ ਨਹੀਂ ਆਈ, ਤੇ ਜਦੋਂ ਪੜ੍ਹੂੰਗਾ ਕਿਤਾਬ ਤੇ ਫਿਰ ਕਿਤਾਬ ਦੇ ਬਾਰੇ ਕੋਈ ਗੱਲ ਕਰੂੰਗਾ। ਤੇ ਕਹਾਣੀਆਂ ਜਿਹੜੀਆਂ ਬੜੀਆਂ ਔਰਤ ਦੇ ਮਨ ਦੀ ਗੱਲ ਜਿਹੜੀ ਬਹੁਤ ਵਧੀਆ ਕਰਦੀਆਂ ਹੁੰਦੀਆਂ ਇਹਦੀਆਂ ਕਹਾਣੀਆਂ, ਤੇ ਉਹਨਾਂ ਕਹਾਣੀਆਂ ਦੇ ਵਿੱਚ
ਦਲਵੀਰ ਚੇਤਨ ਦੀਆਂ ਕਹਾਣੀਆਂ ਦੀ ਰਵਾਨਗੀ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ ਸਰਗੀ ਦੀਆਂ ਕਹਾਣੀਆਂ ਦੇ ਵਿੱਚ। ਜਿਸ ਤਰ੍ਹਾਂ ਦਲਵੀਰ ਚੇਤਨ ਦੀਆਂ ਕਹਾਣੀਆਂ ਨੂੰ ਇੱਕ ਵਾਰੀ ਸ਼ੁਰੂ ਕਰ ਲਓ ਤੇ ਮੁੜ ਕੇ ਤੁਸੀਂ ਉਹਨੂੰ ਅੱਧ ਵਿਚਾਲੇ ਨਹੀਂ ਛੱਡ ਸਕਦੇ, ਉਹਨੂੰ ਅਖੀਰ ਤੱਕ ਤੁਹਾਨੂੰ ਪੜ੍ਹਨਾ ਹੀ ਪੈਂਦਾ ਹੁੰਦਾ ਸੀਗਾ। ਉਸੇ ਤਰ੍ਹਾਂ ਹੀ ਸਰਗੀ ਦੀਆਂ ਕਹਾਣੀਆਂ ਜਿਹੜੀਆਂ ਉਹ ਉਸੇ ਰਵਾਨਗੀ ਨਾਲ ਚੱਲਦੀਆਂ। ਇਹਦੇ ਨਾਲ ਹੀ ਮੈਂ ਸਰਗੀ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਇਹ ਜ਼ੂਮ ਮੀਟਿੰਗ ਜਿਹੜੇ ਅਰੇਂਜ ਕੀਤੀ ਗਈ ਹੈਗੀ ਆ ਇਹਦੇ ਸੰਚਾਲਕ ਜਿਹੜੇ ਆ ਉਹਨਾਂ ਨੂੰ ਵਧਾਈ ਦਿੰਦਾ। ਮਿਹਰਬਾਨੀ। ਥੈਂਕ ਯੂ ਜੀ। ਹਾਂਜੀ, ਸਰਗੀ ਹੋਰਾਂ ਹੁਣੀ ਕਿਹਾ ਕਿ ਉਹਨਾਂ ਦੀ ਕਿਤਾਬ ਹਾਲੇ ਰਿਲੀਜ਼ ਨਹੀਂ ਹੋਈ। ਜਿਹਦੇ ਕੋਲ ਵੀ ਕਿਤਾਬ ਹੈ ਪਲੀਜ਼ ਦਿਖਾ ਕੇ ਤੇ ਇਹਨੂੰ ਰਿਲੀਜ਼ ਦਈਏ ਤੇ ਸਾਰੇ ਜਿਹਨੇ ਤਾੜੀਆਂ ਮਾਰ ਦਿਓ। ਕਿਤਾਬ ਰਿਲੀਜ਼ ਕਰ ਦਿੱਤੀ। ਬਹੁਤ ਬਹੁਤ ਵਧਾਈਆਂ ਤੁਹਾਡੀ ਕਿਤਾਬ ਰਿਲੀਜ਼ ਹੋਣ ਤੇ ਇਹਦੇ ਤੇ ਵਿਚਾਰ ਚਰਚਾ ਹੋਣ ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਧੰਨਵਾਦ ਮੈਮ, ਸਭ ਦਾ ਬਹੁਤ ਤੁਸੀਂ ਸਾਨੂੰ ਮੌਕਾ ਦਿੱਤਾ ਕਿ ਅਸੀਂ ਮੈਮ ਨਹੀਂ ਪਲੀਜ਼ ਐ ਨਾ ਕਹੋ ਪਲੀਜ਼। ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ। ਅੱਛਾ ਜਸਬੀਰ ਜੀ ਤੁਸੀਂ ਕੁਝ ਨਹੀਂ ਕਹਿਣਾ? ਬਹੁਤ ਸਾਰੀਆਂ ਮੁਬਾਰਕਾਂ ਸਰਗੀ। ਸਰਗੀ, ਮੈਂ ਇੱਕ ਨਿੱਕੀ ਜਿਹੀ ਗੱਲ ਕਰਨੀ ਚਾਹੁੰਦਾ ਆ ਕਿ ਕਿਸੇ ਵਿਸ਼ਵ ਵਿਦਿਆਲੇ ਨੇ ਭਾਵੇਂ ਸਰਗੀ ਨੂੰ ਨਹੀਂ ਚੱਲਿਆ, ਪਰ ਸਾਡੇ ਮਨਾਂ ਦਾ ਜਿਹੜਾ ਵਿਸ਼ਵ ਵਿਦਿਆਲਾ ਆ ਉਹਦੇ ਵਿੱਚ ਸਰਗੀ ਹਮੇਸ਼ਾ ਹੀ ਹੈਡ ਆਫ ਦੀ ਡਿਪਾਰਟਮੈਂਟ ਰਹੇਗੀ। ਹੋ ਸਕਦਾ ਵਾਈਸ ਚਾਂਸਲਰ ਵੀ ਬਣ ਜਾਵੇ। ਸੋ ਇਸ ਕਰਕੇ ਤੁਸੀਂ ਇਹ ਮਲਾਲ ਕਦੀ ਨਹੀਂ ਰੱਖਣਾ। ਆਲ ਦਾ ਬੈਸਟ। ਜਿਹੜੇ ਵਿਸ਼ਵ ਵਿਦਿਆਲੇ ਨੇ ਸਰਗੀ ਨੂੰ ਨਹੀਂ ਚੱਲਿਆ ਨਾ, ਉਸ ਵਿਸ਼ਵ ਵਿਦਿਆਲੇ ਦੇ ਸਟੂਡੈਂਟਸ ਦਾ ਲਾਸ ਹੈ ਵਿਚਾਰਿਆਂ ਦਾ। ਨਹੀਂ ਕੋਈ ਗੱਲ ਨਹੀਂ, ਬਿਲਕੁਲ। ਤੇ ਮੇਰਾ ਖਿਆਲ ਹੈ ਕਿ ਸਾਰਿਆਂ ਨੇ ਆਪਣੀ ਆਪਣੀ ਗੱਲ ਕਰ ਲਈ ਹੈ। ਜਸਬੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਥੈਂਕ ਯੂ ਮੈਡਮ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਸੱਚੀ ਮੁੱਚੀ ਬੜੀ ਧੰਨਵਾਦੀ ਹਾਂ ਸਾਰੇ ਸਰੋਤਿਆਂ ਦਾ ਕਿ ਤੁਸੀਂ ਇੰਨੇ ਤਹੱਲਮ ਨਾਲ, ਇੰਨੇ ਪਿਆਰ ਨਾਲ ਸਾਰਿਆਂ ਦੀਆਂ ਗੱਲਾਂ ਸੁਣੀਆਂ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਜਿਹੜਾ ਫਾਰਮਲ ਸ਼ੁਕਰੀਆ ਤਾਂ ਗੁਰਮੀਤ ਪਨਾਗ ਜੀ ਕਰਨਗੇ। ਗੁਰਮੀਤ ਪਨਾਗ ਜੀ ਡਾਕਟਰ ਚਰਨਜੀਤ ਜੀ ਦਾ, ਤੇ ਜਿਨ੍ਹਾਂ ਨੇ ਇੰਨੇ ਵਧੀਆ ਤਰੀਕੇ ਨਾਲ ਸਾਡੇ ਨਾਲ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਪ੍ਰੋਫੈਸਰ ਕਾਲੋਂ ਦਾ, ਤੇ ਬਾਕੀ ਸਾਰੇ ਜਿੰਨੇ ਵੀ ਬੁਲਾਰੇ ਉਹਨਾਂ ਸਾਰਿਆਂ ਦਾ ਪਲੀਜ਼ ਤੁਸੀਂ ਫਾਰਮਲ ਤਰੀਕੇ ਨਾਲ ਧੰਨਵਾਦ। ਸੁਰਜੀਤ ਜੀ, ਮੈਂ ਬੇਨਤੀ ਕਰਾਂਗਾ ਕਿ ਗੁਰਮੀਤ ਜੀ ਦੇ ਧੰਨਵਾਦ ਤੋਂ ਪਹਿਲਾਂ ਨਾ, ਜੇ ਤ੍ਰਿਪਤਾ ਕੇ ਸਿੰਘ ਕਿਤੇ ਵੀ ਹੋਣ ਤਾਂ ਉਹ ਸਰਗੀ ਨੂੰ ਸਾਹਮਣੇ ਆ ਕੇ ਵਧਾਈ ਦੇਣ। ਮੈਨੂੰ ਦਿਸੇ ਨਹੀਂ ਅਸਲ 'ਚ ਉਹ, ਮੈਂ ਤਾਂ ਉਹਨਾਂ ਨੂੰ ਬੁਲਾਣਾ ਸੀ, ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤ੍ਰਿਪਤਾ ਜੀ, ਉਹ ਮੈਨੂੰ ਦਿਸੇ ਨਹੀਂ, ਉਹ ਮੈਨੂੰ ਲੱਗਦਾ ਚਲੇ ਗਏ ਨੇ। ਮੈਂ ਹੈਗੇ? ਹਾਂਜੀ ਬੋਲੋ ਸੁਨੀਤਾ ਜੀ, ਸੁਨੀਤਾ ਸ਼ਰਮਾ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦੀ ਹਾਂ। ਸੁਰਜੀਤ ਮੈਡਮ, ਗੁਰਮੀਤ ਪਨਾਗ ਜੀ ਤੇ ਜਗੀਰ ਸਿੰਘ ਕਾਲੋ ਜੀ ਤੇ ਸਰਗੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਛੱਡੋ। ਤੁਸੀਂ ਜਿਹੜੇ ਕਾਲਜ ਵਿੱਚ ਹੋ ਉਹ ਗੁਰੂਆਂ ਦਾ ਕਾਲਜ ਹੈ। ਉੱਥੇ ਤੁਸੀਂ ਜੋ ਸਿੱਖਿਆ ਦੇ ਰਹੇ ਹੋ, ਕਹਾਣੀ ਦੇ ਵਿੱਚ ਸੀਗਾ, ਮੈਂ ਛੱਡ। ਹਾਂ, ਮੈਨੂੰ ਪਤਾ ਹੈ ਸਰਗੀ, ਕਹਾਣੀ ਤੇ ਮੇਰੀ ਤੁਹਾਡੇ ਨਾਲ ਇਸ ਟੌਪਿਕ ਤੇ ਬਹੁਤ ਵਾਰੀ ਗੱਲ ਹੋਈ ਹੈ, ਪਰ ਜਿਸ ਜਗ੍ਹਾ ਤੁਸੀਂ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਉਸ ਪਿੰਡੂ ਇਲਾਕੇ ਦੇ ਵਿਦਿਆਰਥੀ ਤੁਹਾਡੀ ਸੰਗਤ ਮਾਨ ਕੇ ਬਹੁਤ ਉੱਚੇ ਉੱਚੇ ਜਾ ਰਹੇ ਨੇ, ਬਹੁਤ ਵਧੀਆ ਸ਼ਖਸੀਅਤ ਬਣ ਰਹੇ ਨੇ। ਇਸ ਕਰਕੇ ਸਾਨੂੰ ਇਹ ਬਿਲਕੁਲ ਮਲਾਰ ਨਹੀਂ ਰਹਿਣਾ ਚਾਹੀਦਾ। ਮੈਨੂੰ ਪਤਾ ਹੈ ਤੁਹਾਨੂੰ ਬਿਲਕੁਲ ਨਹੀਂ ਹੈਗਾ। ਔਰ ਦੂਸਰੀ ਗੱਲ ਕਿ ਇਹ ਤੁਹਾਡੀ ਕਿਤਾਬ ਜਿਹੜੀ ਆ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਦੇਸ਼ਾਂ ਵਿੱਚ ਪਹੁੰਚ ਗਈ ਤੇ ਇਸ ਲੇਖਕ ਤੇ ਤਰਲੇ ਕੱਢ ਕੇ ਰਿਲੀਜ਼ ਕਰਾਉਂਦੇ ਨੇ। ਮੈਂ BBK DAV ਵਿੱਚ ਬੈਠੀ ਆ ਲਾਰੈਂਸ ਰੋਡ ਕਾਲਜ ਦੇ ਵਿੱਚ, ਤੇ ਮੈਨੂੰ ਬੜੇ ਹੀ ਲੇਖਕ ਕਹਿੰਦੇ ਨੇ ਕਿ ਸੁਨੀਤਾ ਮੈਡਮ ਸਾਡਾ ਆਹ ਕਰਾ ਦਿਓ, ਆਹ ਕਰਾ ਦਿਓ। ਤੁਹਾਨੂੰ ਤੇ ਦੀ ਲੋੜ ਹੀ ਨਹੀਂ ਪਈ। ਤੇ ਸਰਗਿਆ ਬਹੁਤ ਖੁਸ਼ੀ ਹੈ। ਇਹ ਗੁਰਮੀਤ ਪਨਾਗ ਹੋਰੀ ਤੇ ਮੈਂ ਵੇਖੋ ਕੁਝ ਲੋਕਾਂ ਦਾ ਦੇਣਦਾਰ ਹੈਗੀ ਆ। ਗੁਰਮੀਤ ਪਨਾਗ ਹੋਰਾਂ ਦਾ, ਸਰਜੀਤ ਮੈਮ ਦਾ ਔਰ ਅਜੇ ਤਨਵੀਰ ਹੋਰਾਂ ਦਾ, ਔਰ ਉਹਨੇ ਤਾਂ ਪਤਾ ਨਹੀਂ ਕਿੰਨੀਆਂ ਕਿਤਾਬਾਂ ਆਲੇ ਦੁਆਲੇ ਵੰਡ ਛੱਡੀਆਂ ਮੇਰੀਆਂ। ਹਾਂ ਬਿਲਕੁਲ। ਤੇ ਸਰਗੀ, ਜਦੋਂ ਹੀ ਮੈਨੂੰ ਪਤਾ ਲੱਗਿਆ ਸੀ ਤੁਹਾਡੀ ਕਿਤਾਬ ਆਈ ਆ, ਇੱਕ ਤੁਹਾਡੇ ਪਰਿਵਾਰ ਦੇ ਨਾਲ ਮੇਰੀ ਸਾਂਝ ਹੈ ਔਰ ਉਸ ਸਾਂਝ ਨੂੰ ਮੈਂ ਬਰਕਰਾਰ ਰੱਖਦਿਆਂ ਹੋਇਆਂ ਉਹ ਕਿਤਾਬ ਸਭ ਤੋਂ ਪਹਿਲਾਂ ਲੈ ਕੇ ਪੜ੍ਹੀ ਹੈ। ਮੈਂ ਪੇਪਰ ਵੀ ਲਿਖਿਆ ਹੋਇਆ ਹੈ। ਇਹ ਮੇਰੀ ਥੋੜੀ ਜਿਹੀ ਮੈਂ ਆਲਸੀ ਹਾਂ ਕਿ ਮੈਂ ਪੇਪਰ ਕਿਤੇ ਭੇਜਦੀ ਨਹੀਂ, ਬਹੁਤੇ ਪਬਲਿਸ਼ ਨਹੀਂ ਕਰਾਉਂਦੀ। ਤੁਹਾਨੂੰ ਪਤਾ ਮੈਂ ਹੁਣ ਉਸ ਦਾਇਰੇ ਚੋਂ ਬਾਹਰ ਨਿਕਲ ਚੁੱਕੀ ਹਾਂ। ਇਸ ਕਰਕੇ ਮੈਂ ਸਾਰੀ ਟੀਮ ਨੂੰ ਵਧਾਈਆਂ ਦਿੰਦੀ ਹਾਂ, ਸਾਰੇ ਸਰੋਤਿਆਂ ਨੂੰ। ਔਰ ਤ੍ਰਿਪਤਾ ਜੀ ਨਹੀਂ ਹੈਗੇ ਇਸ ਵਕਤ ਉੱਥੇ, ਆਪਣਾ ਕੰਮਕਾਰ ਚ ਰੁੱਝ ਗਏ ਨੇ ਕਿਉਂਕਿ ਇਹ ਪ੍ਰੋਗਰਾਮ ਬਹੁਤ ਲੰਬਾ ਹੋ ਗਿਆ।
ਕਿਉਂਕਿ ਜਦੋਂ ਕੋਈ ਸੈਮੀਨਾਰ ਹੁੰਦਾ ਹੈ ਘੰਟੇ ਦਾ 1.5 ਘੰਟੇ ਦਾ, ਇਹ ਤੇ 7:30 ਤੋਂ ਮੈਨੂੰ ਲੱਗਦਾ 10:30 ਵੀ ਵੱਜ ਜਾਣ ਤੇ ਕੋਈ ਮਤਲਬ ਔਰ ਮੈਨੂੰ ਇੱਕ ਗੱਲ ਦੱਸਣਾ ਚੰਗਾ ਲੱਗ ਰਿਹਾ ਕਿ ਜਿਹੜੇ ਸੁਖਦੇਵ ਸਿੰਘ ਝੰਡ ਹੋਰੀ ਨੇ, ਇਹ ਸਾਡਾ ਸ਼ਰੀਕਾ ਹੀ ਹੈਗਾ ਆ, ਔਰ ਇਹ ਮੇਰੇ ਜਿਹੜੇ ਹੈਗੇ ਤੁਸੀਂ ਲਾ ਲਓ ਵੀ ਇਹ ਮੇਰੇ, ਜੇ ਆਪਾਂ ਉਂਝ ਸ਼ਰੀਕਾਚਾਰੀ ਚੋਂ ਵੇਖੇ ਉਂਝ ਅਸੀਂ ਅੰਕਲ ਕਹਿੰਦੇ ਤੇ ਮੇਰੇ ਚਾਚਾ ਜੀ ਲੱਗਦੇ ਹੈਗੇ ਤੇ ਮੇਰੇ ਪਰਿਵਾਰ ਦੇ ਮੈਂਬਰ ਹੀ ਹੈਗੇ। ਮੈਂਬਰ ਨੇ ਹਾਂਜੀ। ਕਿਉਂਕਿ ਪਿੰਡ ਚੌਹਾਨ ਦੇ ਨੇ ਤੇ ਮੈਂ ਪਿੰਡ ਤਲਾਵੇਂ, ਸਾਡਾ ਮਤਲਬ ਬਾਅਦ ਵਿੱਚ ਜੋ ਸ਼ਰੀਕਾ ਇੱਧਰ ਖਿਲਰ ਤੇ ਮੈਂ ਪਿੰਡ ਗਹਿਰੀ ਮੰਡੀ ਦੀ। ਹਾਂ, ਤੇ ਪਿੰਡ ਗਹਿਰੀ ਮੰਡੀ ਦੇ। ਸਰਗੀ ਕਿਤਾਬ ਇੰਗਲੈਂਡ ਵੀ ਆਉਣੀ ਚਾਹੀਦੀ ਆ। ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ ਇੰਗਲੈਂਡ ਵਿੱਚ ਤੁਹਾਡਾ ਭੇਜ ਦਿਓ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਠੀਕ ਹੈ। ਹਾਂਜੀ ਸਰ ਜੀ, ਇਹਨਾਂ ਨੂੰ ਕਿਤਾਬਾਂ ਭੇਜ ਦਿਓ। ਠੀਕ ਹੈ ਮੈਮ। ਠੀਕ। ਗੁਰਮੀਤ ਜੀ, ਇਹਨਾਂ ਦੇ 10:30 ਗਏ, ਬਹੁਤ ਟਾਈਮ ਹੋ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਸਰਗੀ ਜੀ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਕਰੀਏ ਫਿਰ ਖਤਮ ਆਪਣੀ ਗੋਸ਼ਟੀ ਅੱਜ। ਹਾਂਜੀ ਹਾਂਜੀ। ਕਿ ਕਿਸੇ ਦਾ ਹੈ ਕੋਈ ਹੋਰ ਸਵਾਲ? ਨਹੀਂ, ਖਤਮ ਨਹੀਂ ਹੋਣੇ, ਖਤਮ ਨਹੀਂ ਕਰਨੀ, ਉਸ ਤੋਂ ਬਾਅਦ ਮੈਂ ਕੁਝ ਕਹਿਣਾ ਹੈ। ਨਹੀਂ, ਖਤਮ ਨਹੀਂ ਕਰਨੀ। ਉਹ ਅੱਛਾ ਅੱਛਾ ਅੱਛਾ, ਠੀਕ ਹੈ। ਤੁਸੀਂ ਕੁਝ ਕਹਿਣਾ ਤੇ ਨਹੀਂ? ਕਹਿੰਦੇ ਮੈਂ ਭੈਣ ਜੀ? ਹਾਂਜੀ। ਤੁਹਾਨੂੰ ਭੈਣ ਜੀ, ਮੈਂ ਤੁਹਾਨੂੰ ਵਧਾਈ ਦਿੰਨੀ ਆ, ਗੁਰਮੀਤ ਨਾਗ ਨੂੰ ਤੁਹਾਨੂੰ ਵਧਾਈ ਦਿੰਨੀ ਆ, ਸਰਗੀ ਹੁਰਾਂ ਨੂੰ ਵਧਾਈ ਦਿੰਨੀ ਆ। ਬਹੁਤ ਸੋਹਣਾ ਪ੍ਰੋਗਰਾਮ। ਮੈਨੂੰ ਦੇਖ ਲਓ, ਤੁਹਾਨੂੰ ਤਾਂ ਪਤਾ ਹੀ ਆ, ਮੈਂ ਰਾਤ ਨੂੰ ਕੰਮ ਵੀ ਕਰਦੀ ਆ, ਸਵੇਰ ਦੀ ਫੇਰ ਬੈਠੀ ਆ। ਥੈਂਕ ਯੂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੋਹਣਾ ਪ੍ਰੋਗਰਾਮ ਸਾਡਾ ਇੰਨਾ ਹਾਂਜੀ। ਸਾਥ ਦਿੱਤਾ। ਅਸੀਂ ਬਹੁਤ ਡਰ ਰਹੇ ਸੀ, ਪਰ ਤੁਸੀਂ ਸਾਨੂੰ ਬਹੁਤ ਸਾਥ ਦਿੱਤਾ। ਇੱਕ ਦਿਨ ਗੁਰਮੀਤ ਮੈਨੂੰ, ਸਰਗੀ ਗੁਰਮੀਤ ਮੈਨੂੰ ਕਹਿੰਦੀ ਮੈਨੂੰ ਤਾਂ ਵਿਆਹ ਜਿੰਨਾ ਚਾਅ ਚੜਿਆ ਹੋਇਆ ਹੈ। ਆਹੋ, ਮੈਂ ਵਿਆਹ ਵਾਲੀ ਕੁੜੀ ਤੇ ਤੁਸੀਂ ਸਾਰੇ ਵਿਆਹ ਸਰਗੀ ਨਾਨਕੇ ਦਾਦਕੇ ਸਾਰੇ ਇਕੱਠੇ ਹੋ ਗਏ ਆ। ਹਾਂ, ਵੇਖੋ ਵੇਖੋ, ਮੇਰੇ ਚਾਚਾ ਜੀ ਸਾਰੇ ਹੈਗੇ। ਹਾਂਜੀ। ਭੂਆ ਸੁਨੀਤਾ ਸ਼ਰਮਾ ਮੈਮ ਭੂਆ ਹੈ ਮੇਰੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸਰਗੀ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਰਗੀ ਦੀ ਭੈਣ ਪੂਰੇ ਜਵਾਨ ਆ ਜੇ ਪਏ। ਹਾਂਜੀ ਗੁਰਮੀਤ। ਹਾਂਜੀ, ਅੱਜ ਦੀ ਗੋਸ਼ਟੀ 'ਚ ਜੁੜੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਛੇਤੀ ਹੀ ਨਵੇਂ ਮਹਿਮਾਨ ਦੇ ਨਾਲ ਅਸੀਂ ਫਿਰ ਦੁਬਾਰਾ ਹਾਜ਼ਰ ਹੋਵਾਂਗੇ। Thanks again for taking the time out to make our event a big grand success. Thank you very much. ਹਾਂਜੀ, ਮੈਂ ਤੁਹਾਨੂੰ ਸਾਰਿਆਂ ਨੂੰ ਗੁਰਭਜਨ ਗਿੱਲ ਦੀ ਕਵਿਤਾ, ਕਵੀ ਹੈ ਨਾ, ਕਵਿਤਾ ਕਹਿਣ ਤੋਂ ਬਿਨਾਂ ਰਹਿ ਨਹੀਂ ਸਕਦੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸ਼ਬਦ ਪੁੰਗਰਦੇ ਨੇ ਕਵਿਤਾ ਜਿਹੇ, ਤਰਬਾਂ ਛਿੜਦੀਆਂ ਹਨ, ਸਰਗਮ ਵਾਂਗ ਸਾਜ਼ ਵੱਜਦੇ ਹਨ, ਬਿਨ ਵਜਾਇਆ ਅਨਹਦ ਨਾਦ ਗੂੰਜਦਾ ਹੈ, ਮਰਦਾਨੇ ਦੀ ਰਬਾਬ ਚੇਤੇ ਆਉਂਦੀ ਹੈ, ਸੱਚੀ ਯਾਰ ਮਿਲ ਜਾਇਆ ਕਰ, ਸੱਚੀ ਯਾਰ ਮਿਲ ਜਾਇਆ ਕਰ, ਵਗਦੇ ਪਾਣੀ 'ਚ ਤਾਜ਼ਗੀ ਬਣੀ ਰਹਿੰਦੀ ਹੈ। ਸੱਚੀ ਯਾਰ ਮਿਲ ਜਾਇਆ ਕਰ, ਵਗਦੇ ਪਾਣੀ 'ਚ ਤਾਜ਼ਗੀ ਬਣੀ ਰਹਿੰਦੀ ਹੈ। ਤੇ ਇਹ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਹੈ ਮੇਰਾ, ਸਾਡਾ ਸੁਰਜੀਤ ਜੀ ਰਿਫਲੈਕਸ਼ਨਸ ਵੱਲੋਂ, ਕਿ ਇਸੇ ਤਰ੍ਹਾਂ ਤੁਸੀਂ ਸਾਨੂੰ ਸਾਡਾ ਸਾਥ ਦਿੰਦੇ ਰਿਹਾ ਕਰੋ। ਅਸੀਂ ਹਰ ਮਹੀਨੇ ਕੋਸ਼ਿਸ਼ ਕਰਾਂਗੇ ਕਿ ਇੱਕ ਕੋਈ ਨਾ ਕੋਈ ਤੁਹਾਡੇ ਨਾਲ ਜੁੜਨ ਦਾ ਸਬੱਬ ਬਣਾਈਏ। ਸੁਰਜੀਤ ਜੀ, ਸਾਰੀਆਂ ਔਰਤਾਂ ਲਈ ਮੈਂ ਨਹੀਂ ਕੋਈ ਮੀਰਾ ਜਾਰੋ ਜੋ ਜ਼ਹਿਰ ਪਿਆਲਾ ਪੀ ਜਾਵਾਂ, ਬੋਲੋ ਵੇ ਕੋਈ ਬੋਲ ਸਹੰਦੜੇ, ਮੈਂ ਜੀਵਨ ਜੋਗੀ ਹੋ ਜਾਵਾਂ, ਮੈਂ ਜੀਵਨ ਜੋਗੀ ਹੋ ਜਾਵਾਂ। ਵਾਹ ਵਾਹ, ਸਾਰਿਆਂ ਦਾ ਬਹੁਤ ਬਹੁਤ ਕਿਆ ਬਾਤ ਹੈ, ਕਿਆ ਬਾਤ ਸ਼ੁਕਰੀਆ ਜੀ। ਬਾਏ ਬਾਏ ਜੀ। ਜੀ ਨਹੀਂ ਜਾਣ ਨੂੰ ਕਰਦਾ ਇਹੋ ਜੀ ਮਹਿਫਲ ਚੋਂ। ਚਲੋ ਠੀਕ ਹੈ ਜੀ, ਜਿਉਂਦੇ ਵਸਦੇ ਰਹੋ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਸਰਗੀ ਦੀ ਲਾਈਟ ਦਾ ਨੇ ਵੀ ਪੂਰਾ ਸਹਿਜ ਦਿੱਤਾ। ਹੁਣ ਦੇਖ ਲਓ, ਲਾਈਟ ਗਈ ਨਹੀਂ ਹਜੇ, ਪਰ ਘਰਦਿਆਂ ਨੇ ਵੇਖੋ ਚੀਕਾਂ ਬੜੀਆਂ ਮਾਰਨੀਆਂ ਕਿ ਬੰਦ ਕਿਉਂ। ਉਹ ਤਾਂ ਵੱਜਦੀਆਂ ਹੀ ਆ, ਕੋਈ ਗੱਲ ਨਹੀਂ। ਅੱਜ ਸਰਗੀ ਦਾ ਦਿਨ ਹੈ। ਘਰਦਿਆਂ ਦੇ ਸਰਗੀ ਇੰਨੀ ਨਾ ਕਰੋ, ਸਾਨੂੰ ਪਤਾ ਆ ਉਹ ਬਹੁਤ ਚੱਲਣ ਜੋਗੇ ਆ ਤੇ ਤੁਹਾਨੂੰ ਬੜਾ ਸਹਿਯੋਗ ਦਿੰਦੇ ਆ। ਚੱਲਦੇ ਨੇ ਤੇ ਤਾਂ ਹੀ ਅਸੀਂ ਲਿਖ ਸਕਦੀਆਂ।